ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਬਾਰਾ ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ, ਜੋ 1 ਜੂਨ 1984 ਨੂੰ ਲੈ ਕੇ ਆਪਾਂ ਤੁਹਾਡੇ ਸਾਹਮਣੇ ਗੱਲਬਾਤ ਆਏ ਹਾਂ ਤੇ ਉਹਦਾ ਅੱਜ ਦੂਜੀ ਕੜੀ ਦੇ ਵਿੱਚ। ਕੱਲ ਤੁਸੀਂ ਸੁਣਿਆ ਤਾਂ ਦੇਖਿਆ ਕਿਵੇਂ ਭਾਈ ਮੋਹਨ ਸਿੰਘ ਹੁਣਾਂ ਨੇ ਮੋਰਚੇ ਦੀ ਸ਼ੁਰੂਆਤ ਦੇ ਦਿਨਾਂ ਦੇ ਬਾਰੇ ਦੱਸਿਆ, 1 ਤਰੀਕ ਦੇ ਬਾਰੇ ਦੱਸਿਆ, ਸ਼ਹੀਦ ਭਾਈ ਮਹਿੰਗਾ ਸਿੰਘ ਹੁਣਾਂ ਦੀ ਸ਼ਹਾਦਤ ਦੇ ਬਾਰੇ ਦੱਸਿਆ, ਕੀ ਮਾਹੌਲ ਸੀਗਾ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਇਆ। ਅੱਜ ਅਸੀਂ ਅੱਗੇ ਵਧਾਂਗੇ। ਅੱਗੇ ਵਧਦੇ ਹੋਏ ਅਸੀਂ 3 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿੱਚ ਜੋ ਕੁਛ ਅੰਦਰ ਤੇ ਬਾਹਰ ਉੱਥੇ ਵਾਪਰਿਆ, ਜੋ ਭਾਈ ਸਾਹਿਬ ਜੀ ਨੇ ਆਪਣੀ ਅੱਖਾਂ ਨਾਲ ਦੇਖਿਆ ਉੱਥੇ, ਉਹ ਤੁਹਾਡੇ ਸਾਹਮਣੇ ਹਾਲ ਦੱਸਣਗੇ ਤੇ ਨਾਲ ਦੀ ਨਾਲ ਕੀ ਮਾਹੌਲ ਸੀਗਾ, ਸਿੰਘ ਕਿੰਨੀ ਚੜ੍ਹਦੀ ਕਲਾ ਵਿੱਚ ਸੀਗੇ, ਕਿਵੇਂ ਦੀ ਕੀ ਸਪਿਰਿਟ ਉਹਨਾਂ ਦੇ ਵਿੱਚ ਸੀਗੀ ਤੇ ਮੋਰਚਾਬੰਦੀ ਜਿਹੜੀ ਸੀਗੀ ਉਹ ਕੀ ਸੀਗੀ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਜੰਗ, ਇਹ ਲੜਾਈ ਲੜੀ ਜਾ ਰਹੀ ਸੀਗੀ। ਭਾਜੀ ਸਵਾਗਤ ਹੈ ਜੀ ਅੱਜ ਦੇ ਇਸ ਦੂਜੇ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਜੀ ਫਤਿਹ। ਹਰਵਿੰਦਰ ਭਾਜੀ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ। ਤੁਸੀਂ ਕੱਲ ਦਾ ਐਪੀਸੋਡ ਵੀ ਦੇਖਿਆ, ਆਪਣੀ ਜਿਹੜੀ ਪਹਿਲਾਂ ਗੱਲਬਾਤ ਹੋਈ ਆ ਉਹ ਵੀ ਤੁਸੀਂ ਦੇਖੀ ਸੁਣੀ, ਤਾਂ ਤੁਸੀਂ ਹੁਣ ਤੁਸੀਂ ਪਹਿਲਾਂ ਸ਼ੁਰੂਆਤ ਕਰੋ ਜੀ ਕਿ 3 ਤਰੀਕ ਤੋਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ 3 ਤਰੀਕ ਦੇ ਮੋਰਚਾਬੰਦੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ। ਫਿਰ ਉਸ ਤੋਂ ਬਾਅਦ ਅਸੀਂ ਆਪਾਂ ਮੋਹਨ ਸਿੰਘ ਹੁਣਾਂ ਤੇ ਆਉਂਦੇ ਹਾਂ, ਭਾਈ ਸਾਹਿਬ ਤੋਂ ਜੋ ਅੱਖਾਂ ਦਿੱਤਾ ਹਾਲ ਹੈਗਾ ਉਹ ਜਾਣਾਂਗੇ। ਹਾਂਜੀ, ਮੈਂ ਜਿੱਦਾਂ ਸਾਰਿਆਂ ਨੇ ਆਪਾਂ ਕੱਲ੍ਹ ਦਾ ਪ੍ਰੋਗਰਾਮ ਤੇ ਜਿਹੜਾ ਭਾਈ ਮੋਹਨ ਸਿੰਘ ਨੇ ਸਾਨੂੰ ਦਰਸਾਇਆ ਕਿ ਕਿੱਦਾਂ ਕੌਮ ਦੇ ਸ਼ਹੀਦ ਤੇ ਕੌਮ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ, ਮਾਤਾ ਜੀ ਦਾ ਜ਼ਿਕਰ ਕੀਤਾ ਸੀ ਕਿ ਕਿੰਨੇ ਬਹਾਦਰ ਸਨ ਤੇ ਕਿੱਦਾਂ ਉਹਨਾਂ ਨੇ ਭਾਣਾ ਮੰਨਿਆ ਗੁਰੂ ਸਾਹਿਬ ਦਾ ਮਿੱਠਾ ਮਿੱਠਾ ਕਰਕੇ। ਸੋ ਇਹ ਬੜੇ ਇੰਸਪੀਰੇਸ਼ਨ ਗੱਲ ਸੀ ਸਾਡੇ ਵਾਸਤੇ ਵੀ ਤੇ ਜਿਹੜੇ ਸਿੰਘ ਉੱਥੇ ਲੜ ਰਹੇ ਸੀ ਉਹਨਾਂ ਵਾਸਤੇ ਵੀ। ਸੋ ਦਾਸ, ਹੁਣ ਮੈਂ ਕਿਹਾ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਭਾਈ ਮੋਹਨ ਸਿੰਘ ਨੂੰ ਹੀ ਆਪਾਂ ਪੁੱਛਦੇ ਹਾਂ ਕਿ ਸੰਸਕਾਰ ਤੋਂ ਬਾਅਦ, ਕਿਉਂਕਿ ਸੰਸਕਾਰ ਤੇ ਆਪਾਂ ਫੋਟੋਆਂ ਸਾਰਿਆਂ ਨੇ ਇੰਟਰਨੈਟ ਤੇ ਦੇਖੀਆਂ ਹੋਈਆਂ ਵਾ ਕਿ ਉੱਥੇ ਸਿੰਘਾਂ ਨੇ ਕੀਰਤਨ ਕੀਤਾ, ਉਹਦੇ ਵਿੱਚ ਉਦੋਂ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਨੇ ਵੀ ਕੀਰਤਨ ਕੀਤਾ ਸੀ ਤੇ ਹੋਰ ਸਿੰਘਾਂ ਨੇ ਉੱਥੇ ਕੀਰਤਨ ਕੀਤਾ। ਉਸ ਤੋਂ ਬਾਅਦ ਸੰਸਕਾਰ ਹੋਇਆ ਤੇ ਮੈਂ ਹੁਣ ਭਾਈ ਸਾਹਿਬ ਨੂੰ ਪੁੱਛਦਾ ਕਿ ਸੰਸਕਾਰ ਤੋਂ ਬਾਅਦ ਦਾ ਜਿਹੜਾ ਜਥੇਬੰਦੀ ਤੇ ਨਾਨਕ ਨਿਵਾਸ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਕਿੱਦਾਂ ਸੀ, ਤੇ ਉਸ ਤੋਂ ਉਪਰੰਤ ਫਿਰ ਉਹ ਆਪ ਜੀ ਨੂੰ ਜਿਹੜਾ ਉਸ ਤੋਂ ਕੰਟੀਨਿਊਟੀ ਕਰਦੇ ਹੋਏ ਕਿ 3 ਤਰੀਕ ਨੂੰ ਕਿੱਦਾਂ ਦਿਨਚਰਿਆ ਸ਼ੁਰੂ ਹੋਈ ਸਿੰਘਾਂ ਦੀ ਤੇ ਕਿੱਦਾਂ ਮੋਰਚੇਬੰਦੀ ਜਾਂ ਜੋ ਵੀ ਸਲਾਹਾਂ ਕੀਤੀਆਂ ਗਈਆਂ ਉਹ ਕਿੱਦਾਂ ਸਨ। ਹਾਂਜੀ ਭਾਈ ਸਾਹਿਬ ਜੀ, ਸੰਸਕਾਰ ਤੋਂ ਬਾਅਦ ਤਾਂ ਸਾਰੇ ਸਿੰਘ ਜਿੱਦਾਂ ਗੁਰੂ ਨਾਨਕ ਨਿਵਾਸ ਸਰਾਂ ਦੇ ਵਿੱਚ ਵਾਪਸ ਆ ਗਏ ਤੇ ਉਸ ਤੋਂ ਅਗਲੇ ਦਿਨ 3 ਤਰੀਕ ਨੂੰ ਦੁਬਾਰਾ ਫਿਰ ਮਤਲਬ ਕਿ ਇੱਕ ਆਮ ਦਿਨ ਵਾਂਗ ਦਿਨ ਸ਼ੁਰੂ ਹੋਇਆ। ਤੇ ਪਰ ਇਸ ਚੀਜ਼ ਦਾ ਜਿੱਦਾਂ ਸਾਰਿਆਂ ਦੇ ਮਨ ਦੇ ਵਿੱਚ ਹੁਣ ਸਾਰਿਆਂ ਨੂੰ ਅੰਦਾਜ਼ਾ ਜਿਹਾ ਹੋ ਗਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਹੋਣ ਵਾਲਾ ਹੈ ਨਾ। ਇਸ ਕਰਕੇ ਸਿੰਘਾਂ ਨੇ ਉਸ ਦਿਨ ਕੋਸ਼ਿਸ਼ ਕੀਤੀ ਕਿ ਆਪਾਂ ਜਿਹੜੇ ਮੋਰਚੇ ਆ ਉਹ ਥੋੜ੍ਹੇ ਮਤਲਬ ਕਿ ਪਹਿਲਾਂ ਨਾਲੋਂ ਵੀ ਜਿੱਥੇ ਜਿੱਥੇ ਆਪਾਂ ਨੂੰ ਕਮੀ ਪੇਸ਼ੀ ਲੱਗਦੀ ਆ ਜਾਂ ਨਵੇਂ ਮੋਰਚੇ ਬਣਾਈਏ। ਤੇ ਬੱਬਰ ਖਾਲਸਾ ਜਥੇਬੰਦੀ ਦੇ ਵੀ ਕਰੀਬ 40 ਤੋਂ 45 ਤੱਕ ਸਿੰਘਾਂ ਦੀ ਗਿਣਤੀ ਹੈ ਸੀਗੀ ਜਿਹੜੇ ਉੱਥੇ ਅੰਦਰ ਰਹਿੰਦੇ ਹੁੰਦੇ ਸੀਗੇ, ਜਿਨ੍ਹਾਂ ਦੇ ਵਿੱਚ ਜਿਵੇਂ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਪਿਤਾ ਜੀ ਸਰਦਾਰ ਮਹਿਲ ਸਿੰਘ ਜੀ, ਭਾਈ ਅਨੋਖ ਸਿੰਘ ਜੀ ਬੱਬਰ, ਭਾਈ ਸੁਲੱਖਣ ਸਿੰਘ ਜੀ ਬੱਬਰ, ਭਾਈ ਕਾਹਨ ਸਿੰਘ ਜੀ ਜਿਨ੍ਹਾਂ ਦਾ ਨਾਮ ਭਾਈ ਮਨਮੋਹਨ ਸਿੰਘ ਸੀਗਾ, ਤੇ ਉਹਨਾਂ ਦੇ ਨਾਲ ਜਿੱਦਾਂ ਭਾਈ ਮਨਮੋਹਨ ਸਿੰਘ ਜਿਹੜੇ ਫੌਜੀ ਸੀਗੇ ਤੇ ਇੱਕ ਭਾਈ ਪਰਮਜੀਤ ਸਿੰਘ ਦੂਜੇ ਉਹ ਵੀ ਫੌਜੀ ਸੀਗੇ, ਤੇ ਭਾਈ ਹੀਰਾ ਸਿੰਘ, ਭਾਈ ਪਾੜਾ ਸਿੰਘ, ਭਾਈ ਬ੍ਰਹਮ ਗਿਆਨੀ, ਇੱਕ ਭਾਈ ਨਾਨਕ ਸਰੀਆ। ਤੇ ਮਤਲਬ ਕਿ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਬੱਬਰ ਖਾਲਸਾ ਜਥੇਬੰਦੀ ਸੀ ਉਹਦੇ ਵਿੱਚ ਇਕੱਲੇ ਅਖੰਡ ਕੀਰਤਨੀ ਜਥੇ ਦੇ ਸਿੰਘ ਨਹੀਂ ਸੀਗੇ, ਬਾਕੀ ਕਈ ਸੰਪਰਦਾਵਾਂ ਦੇ ਸਿੰਘ ਸੀਗੇ, ਜਿੱਦਾਂ ਭਾਈ ਸੁਖਦੇਵ ਸਿੰਘ ਫੱਤੂ ਢੀਂਗਾ, ਉਹ ਦਮਦਮੀ ਟਕਸਾਲ ਨਾਲ ਸੰਬੰਧਿਤ ਸੀਗੇ। ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੇ ਪਰਿਵਾਰ ਵਿੱਚੋਂ ਨੇ। ਤੇ ਇਸ ਤਰ੍ਹਾਂ ਕਾਫੀ ਸਿੰਘ ਸੀਗੇ ਜਿਹੜੇ ਮਤਲਬ ਕਿ ਕਰੀਬ 42-43 ਦੇ ਲਾਗੇ ਗਿਣਤੀ ਹੈ ਸਿੰਘਾਂ ਦੀ ਜਿਹੜੇ ਅੰਦਰ ਸੀਗੇ ਉਸ ਵੇਲੇ। ਤੇ ਵੱਖ-ਵੱਖ ਮੋਰਚਿਆਂ ਦੇ ਵਿੱਚ ਫਿਰ ਉਹਨਾਂ ਨੇ ਮੋਰਚਾਬੰਦੀ ਸ਼ੁਰੂ ਕੀਤੀ ਤੇ ਉਹਦੇ ਵਿੱਚ ਜਿੱਦਾਂ ਉਸ ਦਿਨ ਵੀ ਇੱਕ ਦੋ ਥਾਵਾਂ ਤੋਂ ਜਿੱਦਾਂ ਗੋਲੀ 3 ਤਰੀਕ ਨੂੰ ਵੀ ਚੱਲੀ ਸੀਗੀ, ਜਿੱਦਾਂ ਸੁਖਦੇਵ ਸਿੰਘ ਹੁਣਾਂ ਦਾ ਜਿਹੜਾ ਕਮਰਾ ਆ ਉਹਦੀ ਜਿਹੜੀ ਬਾਰੀ ਉਹਦੇ ਵਿੱਚ ਮੋਰਚਾ ਬਣਾਉਂਦੇ ਆ ਗੋਲੀ ਚੱਲੀ ਸੀਗੀ।
ਤੇ ਉਦੋਂ ਸਿੰਘਾਂ ਨੂੰ ਏਦਾਂ ਲੱਗਾ ਸੀਗਾ ਕਿ ਅਸੀਂ ਅੰਦਰਲੇ ਪਾਸੇ ਬੋਰੀਆਂ ਰੱਖਦੇ ਪਏ ਆ, ਵੀ ਇਹ ਕਿਸੇ ਨੇ ਥੱਲਿਓਂ ਦੇਖ ਕੇ ਸ਼ਾਇਦ ਕੋਈ ਸੂਹ ਦਿੱਤੀ ਆ। ਤੇ ਉਦੋਂ ਇੱਕ ਦੋ ਬੰਦਿਆਂ ਨੂੰ ਵੀ ਥੱਲਿਓਂ ਫੜਿਆ ਗਿਆ ਸੀਗਾ, ਪਰ ਬਾਅਦ ਚ ਪਤਾ ਲੱਗਾ ਕਿ ਨਹੀਂ, ਉਹ ਕਿਉਂਕਿ ਬੋਰੀਆਂ ਬਾਹਰਲੇ ਪਾਸੇ ਦਿਸਦੀਆਂ ਸੀਗੀਆਂ ਤੇ ਦੂਰੋਂ ਮਤਲਬ ਕਿ ਗੋਲੀ ਚੱਲੀ, ਜਿਹੜੀ ਜਥੇਦਾਰ ਸੁਖਦੇਵ ਸਿੰਘ ਤੇ ਭਾਈ ਕਾਹਨ ਸਿੰਘ ਤੇ ਪਿਤਾ ਜੀ ਤਿੰਨੇ ਜਾਣੇ ਬੋਰੀਆਂ ਲਾਉਂਦੇ ਸੀ, ਉਹਨਾਂ ਦੇ ਬਿਲਕੁਲ ਸਿਰਾਂ ਦੇ ਵਿੱਚੋਂ ਦੀ ਗੋਲੀਆਂ ਲੰਘੀਆਂ ਸੀਗੀਆਂ ਦੋ। ਤੇ ਪਰ ਚਲੋ ਉਸ ਦਿਨ ਵੀ ਫਿਰ ਬਾਕੀ ਹੋਰ ਜਿੱਦਾਂ ਟੈਂਕੀ ਵਾਲਾ ਮੋਰਚਾ ਆ, ਉਹਦੇ ਉੱਤੇ ਵੀ ਭਾਈ ਹੀਰਾ ਸਿੰਘ ਹੋਣੀ ਤੇ ਉਹਨਾਂ ਨੇ ਵੀ ਜਾ ਕੇ ਦੁਬਾਰਾ ਮਤਲਬ ਕਿ ਨਵੇਂ ਸਿਰਿਓਂ ਆਰੰਭ ਕੀਤਾ ਉਹਨੂੰ ਸਵਾਰਨਾ। ਤੇ ਥੱਲੇ ਜਿੱਦਾਂ ਚੱਕੇ ਲੱਗੇ ਹੁੰਦੇ ਸੀਗੇ, ਉਦੋਂ ਫਿਰ ਸਿੰਘਾਂ ਨੇ ਆਖਿਆ, ਕਹਿੰਦੇ ਵੀ ਹੁਣ ਆਪਾਂ ਥੱਲੇ ਇੱਟਾਂ ਪਈਆਂ ਨੇ, ਵੀ ਇਹ ਵੀ ਉੱਪਰ ਲੈ ਕੇ ਜਾਣੀਆਂ ਨੇ। ਤੇ ਉਸ ਮਾਹੌਲ ਦੇ ਵਿੱਚ ਵੀ ਸਿੰਘਾਂ ਦੇ ਵਿੱਚ ਜਿੱਦਾਂ ਕਹ ਲਓ ਵੀ ਕਿਸੇ ਕਿਸਮ ਦਾ ਕੋਈ ਡਰ ਭੈ ਨਹੀਂ ਸੀਗਾ। ਤੇ ਮੈਨੂੰ ਯਾਦ ਆ ਭਾਈ ਰਣਜੀਤ ਸਿੰਘ ਤਰਸਿੱਕਾ, ਉਹ ਸਾਨੂੰ ਦੋਨਾਂ ਭਰਾਵਾਂ ਨੂੰ ਕਹਿੰਦੇ ਵੀ ਆ ਜਾਓ, ਆਪਾਂ ਹੁਣ ਥੱਲੇ ਨਾ ਇੱਟਾਂ ਲੈ ਕੇ ਆਉਣੀਆਂ ਉੱਥੇ ਮੋਰਚੇ ਬਣਾਉਣ ਦੇ ਲਈ। ਤੇ ਜਦੋਂ ਥੱਲੇ ਗਏ ਤੇ ਫਿਰ ਆਪੇ ਹੀ ਦੇਖ ਕੇ ਕਹਿੰਦੇ ਵੀ ਇਹ ਤੇ ਮਤਲਬ ਕਿ ਦੋ ਚੱਕੇ ਬੜੇ ਵੱਡੇ ਵੱਡੇ ਲੱਗੇ ਆ, ਵੀ ਆਪਾਂ ਕਿਵੇਂ ਇਹਨਾਂ ਨੂੰ ਉੱਥੇ ਲੈ ਕੇ ਜਾਵਾਂਗੇ। ਤੇ ਫਿਰ ਉਹ ਜਿੱਦਾਂ ਹੈ ਸਕੀਮੀ ਸੀਗੇ, ਉਹਨਾਂ ਨੇ ਲਾਗੇ, ਕਿਉਂਕਿ ਸੰਗਤ ਕਾਫੀ ਆਈ ਹੋਈ ਸੀ, ਸੰਗਤ ਨੂੰ ਜਾ ਕੇ ਉਹਨਾਂ ਜਿੱਦਾਂ ਹੱਥ ਜੋੜ ਕੇ ਸੇਵਾ ਕਰ ਲਾਵੇ, ਸਾਧ ਸੰਗਤ ਜੀ ਕਾਰ ਸੇਵਾ ਲੱਗੀ ਹੈ ਤੇ ਦੋ ਦੋ ਇੱਟਾਂ ਫੜੋ ਤੇ ਸਾਰੇ ਜਾਣੇ ਉੱਪਰ ਚੌਥੀ ਮੰਜ਼ਿਲ ਤੇ ਲੈ ਕੇ ਜਾਣੀਆਂ ਨੇ। ਤੇ ਉਹ ਹੱਥੋਂ ਹੱਥੀ ਸੰਗਤ ਨੇ ਮਤਲਬ ਕਿ ਉਹ ਇੱਟਾਂ ਢੋ ਦਿੱਤੀਆਂ। ਤੇ ਇਸ ਕਿਸਮ ਨਾਲ ਮਤਲਬ ਕਿ ਉੱਥੇ ਮੋਰਚਾਬੰਦੀ 3 ਤਰੀਕ ਨੂੰ ਤਕਰੀਬਨ ਸਿੰਘ ਕਰਦੇ ਰਹੇ। ਤੇ ਇੱਕ ਵਾਇਰਲੈਸ ਸੈੱਟ ਵੀ ਸੀਗਾ ਸਿੰਘਾਂ ਕੋਲ, ਉਹ ਕਾਫੀ ਦੇਰ ਤੋਂ ਬੰਦ ਪਿਆ ਸੀਗਾ। ਅਸਲ ਦੇ ਵਿੱਚ ਫਰਵਰੀ 1984 ਦੇ ਵਿੱਚ ਹੀ ਗੋਲੀ ਚੱਲੀ ਸੀਗੀ, ਉਦੋਂ ਘੰਟਾ ਘਰ ਵਾਲੇ ਪਾਸੇ। ਤੇ ਉਦੋਂ ਬੱਬਰ ਖਾਲਸਾ ਦੇ ਸਿੰਘਾਂ ਦੇ ਨਾਲ ਹੀ ਉਹ ਮੁਕਾਬਲਾ ਹੋਇਆ ਸੀਗਾ। ਉਦਣ ਵੀ ਕਾਫੀ ਲੰਮਾ ਚਿਰ ਗੋਲੀ ਚੱਲਦੀ ਰਹੀ ਤੇ ਉਹਨਾਂ ਦੇ ਜਿਹੜੇ ਦੋਨੇ ਮੋਰਚੇ ਆ ਉਹ ਖਾਲੀ ਹੋ ਗਏ ਸੀਗੇ। ਤੇ ਸਿੰਘਾਂ ਨੇ ਜਾ ਕੇ ਉਹਨਾਂ ਦੇ ਮੋਰਚਿਆਂ ਦੇ ਵਿੱਚੋਂ ਜਿਹੜੇ 2 ਗੰਨਾਂ ਸੀਗੀਆਂ 303 ਦੀਆਂ, ਉਹ ਲੈਣ ਦੀਆਂ ਸੀਗੀਆਂ, ਨਾਲ ਇੱਕ ਵਾਇਰਲੈਸ ਸੈੱਟ ਉਸ CRP ਦੇ ਮੋਰਚੇ 'ਚ ਮਿਲਿਆ ਸੀਗਾ ਸਿੰਘਾਂ ਨੂੰ। ਪਰ ਉਹ ਕਾਫੀ ਦੇਰ ਚੱਲਿਆ ਨਹੀਂ ਸੀਗਾ। ਤੇ ਉਹਦਾ ਫਿਰ ਉਸ ਦਿਨ ਜਿੱਦਾਂ ਜਥੇਦਾਰ ਸੁਖਦੇਵ ਸਿੰਘ ਹੋਣਾ ਨੇ ਸੋਚਿਆ ਵੀ ਹੁਣ ਆਪਾਂ ਇਹਨੂੰ ਵੀ ਚਲਾਈਏ। ਉਹਨਾਂ ਨੇ ਨਾਲ ਦੇ ਇੱਕ ਹੋਰ ਸਿੰਘ ਸੀ ਭਾਈ ਹੀਰਾ ਸਿੰਘ ਹੋਣੀ, ਇੱਕ ਭਾਈ ਸਵਰਨ ਸਿੰਘ ਸੀਗੇ ਘੋੜੇਵਾਂ ਦੇ, ਤੇ ਉਹਨਾਂ ਨੇ ਰਲ ਕੇ ਫਿਰ ਉਸ ਦਿਨ ਉਹਨੂੰ ਵਾਇਰਲੈਸ ਸੈੱਟ ਨੂੰ ਵੀ ਚਲਾਇਆ। ਉਹ ਬਾਅਦ ਵਿੱਚ ਕਾਫੀ ਕੰਮ ਆਇਆ, ਜਿੰਨਾ ਚਿਰ ਮਤਲਬ ਕਿ ਘੱਲੂਘਾਰਾ ਚੱਲਦਾ ਰਿਹਾ। ਫੌਜ ਦੀਆਂ ਜੋ ਵੀ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ, ਉਹ ਸਿੰਘਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦੀਆਂ ਸੀਗੀਆਂ। ਜਦੋਂ ਉਹ ਆਪਸ ਵਿੱਚ ਵਾਇਰਲੈਸ ਤੇ ਕੁਝ ਵੀ ਗੱਲ ਕਰਦੇ ਸੀਗੇ, ਉਹ ਅੰਦਰ ਸਿੰਘਾਂ ਤੱਕ ਉਹ ਗੱਲ ਸੁਣ ਜਾਂਦੀ ਸੀਗੀ। ਤੇ ਉਹ ਇਸੇ ਤਰੀਕੇ ਨਾਲ ਹੀ ਸਾਰਾ ਦਿਨ 3 ਤਰੀਕ ਦਾ ਜਿਹੜਾ ਦਿਨ ਆ ਉਹ ਇਹਨਾਂ ਤਿਆਰੀਆਂ ਦੇ ਵਿੱਚ ਹੀ ਲੰਘ ਗਿਆ, ਕਿਉਂਕਿ ਸਿੰਘਾਂ ਨੂੰ ਪਤਾ ਸੀਗਾ ਕਿ ਹੁਣ 1-2 ਦਿਨ ਦੇ ਵਿੱਚ ਦੁਬਾਰਾ ਫਿਰ ਵੱਡਾ ਹਮਲਾ ਹੋਊਗਾ। ਹਾਂ ਬਿਲਕੁਲ ਭਾਜੀ, ਮਤਲਬ ਮੈਂ ਦੱਸਦਾ ਕਿ ਕਈ ਜਿਹੜੇ ਲੋਕ ਨੇ ਉਹ ਇਹ ਸੋਚਦੇ ਨੇ ਕਿ ਲਗਾਤਾਰ ਜਿਹੜੀ ਜੰਗ ਹੈ ਜਾਂ ਇਹ ਫਾਇਰਿੰਗ ਹੈਗੀ ਹੈ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਹੋਈ ਆ। ਬਟ ਜਿੱਦਾਂ ਤੁਸੀਂ ਇਹਨੂੰ ਡਿਵਾਈਡ ਕੀਤਾ ਆ ਦਿਨਾਂ ਨੂੰ, ਕਿ 3 ਤਰੀਕ ਤੱਕ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ 3 ਤਰੀਕ ਨੂੰ ਜ਼ਿਆਦਾਤਰ ਤਿਆਰੀਆਂ ਦੇ ਵਿੱਚ ਹੀ ਲੰਘੇ ਆ। ਤੇ ਉਦੋਂ ਭਾਜੀ ਸਿੰਘਾਂ ਦਾ ਮੈਂ ਥੋੜ੍ਹਾ ਜਾਣਨਾ ਚਾਹੂੰਗਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਸਾਰੇ ਜਥੇਬੰਦੀਆਂ ਦੇ ਸਿੰਘ ਉੱਥੇ ਇਕੱਠੇ ਸੀਗੇ, ਹੈ ਨਾ, ਕਿ ਕਈ ਮੋਰਚੇ ਸੀਗੇ, ਵੱਖਰੇ ਵੱਖਰੇ ਜਥੇਬੰਦੀਆਂ ਨੇ, ਟਕਸਾਲ ਹੈ, ਫੈਡਰੇਸ਼ਨ ਹੈ, ਬੱਬਰ ਖਾਲਸਾ ਦੇ ਸਿੰਘ ਉੱਥੇ ਬੈਠੇ ਨੇ, ਕਿ ਆਪਸ ਵਿੱਚ ਕੋਆਰਡੀਨੇਸ਼ਨ ਕਿੱਦਾਂ ਸੀਗਾ, ਮਤਲਬ ਕਿਵੇਂ ਕੋਆਰਡੀਨੇਸ਼ਨ ਕਰਦੇ ਸੀਗੇ? ਇੱਕ ਤਾਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਵਾਇਰਲੈਸ ਸਿਸਟਮ ਸੀਗਾ, ਕੋਈ ਇਲੈਕਟ੍ਰੋਨਿਕ ਜਿਹਦੇ ਥਰੂ ਕਮਿਊਨੀਕੇਸ਼ਨ ਹੁੰਦੀ ਸੀਗੀ, ਬਟ ਕੋਆਰਡੀਨੇਸ਼ਨ ਕਿੱਦਾਂ ਸੀਗੀ ਸਿੰਘਾਂ ਦੀ ਆਪਸ ਦੇ ਵਿੱਚ? ਅਸਲ ਦੇ ਵਿੱਚ ਸਾਰੇ ਕੁਛ ਦੇ ਜਿਹੜੇ ਸੂਤਰਧਾਰ ਸੀਗੇ ਉਹ ਜਨਰਲ ਸਾਹਿਬ ਸੀਗੇ, ਜਨਰਲ ਸ਼ਬੀਕ ਸਿੰਘ ਹੋਣੀ। ਉਹਨਾਂ ਦਾ ਤਕਰੀਬਨ ਹਰ ਇੱਕ ਜਥੇਬੰਦੀ ਦੇ ਨਾਲ ਹੀ ਸੰਪਰਕ ਸੀਗਾ। ਤੇ ਵੈਸੇ ਤਾਂ ਉਹ ਆਪ ਬੇਸ਼ੱਕ ਕੰਪਲੈਕਸ ਵਾਲੇ ਪਾਸੇ ਪਰਿਕਰਮਾ ਦੇ ਨਾਲ ਨਾਲ ਜਿੰਨੇ ਮੋਰਚੇ ਆ ਉਹਨਾਂ ਦੇ ਵਿੱਚ ਤਾਂ ਉਹ ਆਪ ਹੀ ਮਤਲਬ ਕਿ ਜਾਂਦੇ ਸੀਗੇ। ਤੇ ਜਿਹੜਾ ਇੱਧਰਲੇ ਸਰਾਵਾਂ ਵਾਲੇ ਪਾਸੇ ਮੋਰਚੇ ਸੀਗੇ, ਇਹਨਾਂ ਦੇ ਨਾਲ ਵੀ ਉਹ ਸੰਪਰਕ 'ਚ ਰਹਿੰਦੇ ਸੀਗੇ। ਤੇ ਬੱਬਰ ਖਾਲਸਾ ਦੇ ਸਿੰਘ ਵੀ ਜਦੋਂ ਕੋਈ ਦਰਬਾਰ ਸਾਹਿਬ ਵੱਲ ਜਾਂਦੇ ਸੀਗੇ ਤੇ ਜਨਰਲ ਸਾਹਿਬ ਉਹਨਾਂ ਨੂੰ ਮਿਲ ਕੇ ਇੱਧਰਲੇ ਜਿੰਨੇ ਵੀ ਮੋਰਚਾਬੰਦੀ ਹੈ ਉਹਦੀ ਕਾਫੀ ਬਰੀਕੀ ਦੇ ਨਾਲ ਜਾਣਕਾਰੀ ਲੈਂਦੇ ਰਹਿੰਦੇ ਸੀਗੇ। ਮੇਨ ਸੂਤਰਧਾਰ ਜਿੱਦਾਂ ਜਨਰਲ ਸਾਹਿਬ ਸੀਗੇ, ਉਹਨਾਂ ਦਾ ਸੰਪਰਕ ਸਾਰੇ ਮੋਰਚਿਆਂ ਦੇ ਨਾਲ ਬਣਿਆ ਹੋਇਆ ਸੀ। ਠੀਕ ਹੈ ਜੀ, ਮਤਲਬ ਚਲੋ ਵਧੀਆ, ਇੱਕ ਪਤਾ ਲੱਗਦੀ ਹੈ ਕਿ ਜਿਹੜੀ ਇੱਕ ਕੋਆਰਡੀਨੇਸ਼ਨ ਵੀ ਸੀਗੀ ਸਿੰਘਾਂ ਦੀ ਆਪਸ ਵਿੱਚ, ਕਿ ਇਹ ਕੋਈ ਇਹ ਜੰਗ ਇੱਦਾਂ ਨਹੀਂ ਕਿ ਜਿੱਦਾਂ ਦਰਸਾਇਆ ਜਾਂਦਾ ਹੈ ਕਿ ਵੀ ਕੁਛ ਬੰਦੇ ਆ ਗਏ ਬੰਦੂਕਾਂ ਲੈ ਕੇ ਉਹਨਾਂ ਨੇ ਲੜੀ ਹੈ। ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਜਿਵੇਂ ਇਹ ਜੰਗ ਲੜੀ ਗਈ ਹੈ, ਜਿਵੇਂ ਇੱਕ ਕੋਆਰਡੀਨੇਸ਼ਨ ਆਪਸ ਵਿੱਚ ਚੱਲਦਾ ਫੌਜ ਦਾ, ਇੱਕ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਹ ਕੰਮ ਕੀਤਾ ਆ। ਤੇ ਹਰਵਿੰਦਰ ਭਾਜੀ, ਤੁਸੀਂ ਅੱਗੇ ਕੋਈ ਭਾਈ ਸਭ ਨੂੰ ਕੋਈ ਗੱਲ ਅੱਗੇ ਪੁੱਛਣਾ ਚਾਹੁੰਦੇ ਆ? ਤੋਂ ਅੱਗੇ ਮੈਂ ਇੱਕ
ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਆਪਾਂ ਇਹ ਲੜਾਈ ਲੜੀ ਸਿੰਘਾਂ ਨੇ ਅੰਦਰ, ਉਹਦੇ ਵਿੱਚ ਜਿਹੜੇ ਹਥਿਆਰ ਸਨ, ਜੇ ਤੁਸੀਂ ਥੋੜਾ ਜਿਹਾ ਦਰਸਾਓ ਕਿ ਉਹ ਹਥਿਆਰ ਕਿਸ ਕਿਸਮ ਦੇ ਸਨ, ਕਿਉਂਕਿ ਇਹ ਬੜਾ ਭੰਬਲ ਭੂਸਾ ਜਿਹਾ ਕੌਮ 'ਚ ਵੀ ਪਾਇਆ ਜਾਂਦਾ, ਬਾਅਦ 'ਚ ਵੀ ਪਾਇਆ ਜਾਂਦਾ ਕਿ ਜਦੋਂ ਜਿਹੜਾ ਸਾਰਾ ਇਹਨਾਂ ਨੇ ਕਬਜ਼ਾ ਕਰ ਲਿਆ, ਜਿਹੜੇ ਸਿੰਘ ਅੰਦਰ ਲਾੜੇ ਸੀ ਉਹ ਸਾਰੇ ਸ਼ਹੀਦ ਹੋ ਗਏ, ਤੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਕੁਝ ਦਿਖਾਇਆ ਕਿ ਅੰਦਰ ਰਾਕਟ ਲਾਂਚਰ ਸੀ ਜੀ, ਅੰਦਰ ਆਹ ਸੀ, ਅੰਦਰ ਉਹ ਸੀ, ਜਿਹੜਾ ਕਿ ਆਰਮੀ ਨੇ ਦਰਸਾਇਆ ਵਾ। ਸੋ ਐਜ਼ ਅ ਆਈ ਵਿਟਨੈਸ ਵੀਰ ਜੀ, ਤੁਸੀਂ ਥੋੜਾ ਜਿਹਾ ਸੰਗਤਾਂ ਨੂੰ ਇਹ ਦਰਸਾਓ ਕਿ ਅੰਦਰ ਜਿਹੜੇ ਕਿਹੜੇ ਟਾਈਪ ਦੇ ਹਥਿਆਰ ਸਨ ਸਿੰਘਾਂ ਕੋਲ ਜਿਹੜੇ ਲੜਦੇ ਪਏ ਸਨ ਅੰਦਰ। ਅਸਲ 'ਚ ਅੰਦਰ ਕੋਈ ਬਹੁਤ ਜ਼ਿਆਦਾ ਮਤਲਬ ਕਿ ਵੱਡੇ ਹਥਿਆਰ ਤਾਂ ਨਹੀਂ ਸੀਗੇ ਸਿੰਘਾਂ ਦੇ ਕੋਲ, ਪਰ ਕੁਝ ਗੰਨਾਂ ਜਿੱਦਾਂ ਹੈਗੀਆਂ ਸੀਗੀਆਂ, ਜਿਹੜੇ ਬੱਬਰ ਸਿੰਘ ਸੀਗੇ ਉਹਨਾਂ ਦੇ ਵਿੱਚ, ਉਹਨਾਂ ਕੋਲ ਮੇਰੇ ਖਿਆਲ ਸ਼ਾਇਦ ਤਿੰਨ ਕੁ SLR ਹੋਣਗੀਆਂ, ਤੇ ਬਾਕੀ ਤਾਂ ਉਹਨਾਂ ਕੋਲ ਜਿੱਦਾਂ 303 315 ਬੋਰ ਦੀਆਂ ਜਾਂ ਇਸ ਕਿਸਮ ਦੀਆਂ ਗੰਨਾਂ ਸੀਗੀਆਂ। ਤੇ ਅਸਲ ਦੇ ਵਿੱਚ ਮਤਲਬ ਜਿਹੜੇ ਸ਼ਸਤਰ ਨੇ ਉਹਨਾਂ ਦੀ ਕਾਫੀ ਜ਼ਿਆਦਾ ਕਮੀ ਹੁੰਦੀ ਸੀਗੀ ਸਿੰਘਾਂ ਨੂੰ, ਤੇ ਇਸੇ ਦੇ ਲਈ ਅੰਦਰ ਇੱਕ ਸਿੰਘਾਂ ਨੇ ਮਤਲਬ ਕਿ ਫੈਕਟਰੀ ਵੀ ਲਾਈ ਸੀ, ਜਿਹਨੂੰ ਵੈਸੇ ਤਾਂ ਹੈ ਤਾਂ ਗੁਪਤ ਤੌਰ ਤੇ ਸੀਗੀ, ਪਰ ਉਹਨੂੰ ਬੱਬਰਾਂ ਦੀ ਫੈਕਟਰੀ ਕਿਹਾ ਜਾਂਦਾ ਸੀ। ਉਹਦਾ ਗੁਪਤ ਨਾਮ 35 ਨੰਬਰ ਕਮਰਾ ਵੀ ਰੱਖਿਆ ਸੀਗਾ। ਤੇ ਉਹ ਅਸਲ ਦੇ ਵਿੱਚ ਜਿਹੜਾ ਹੈਗਾ ਆਪਣਾ ਵੱਡੀ ਡਿਉੜੀ ਆ, ਜਿਹੜੀ ਲੰਗਰ ਹਾਲ ਦੇ ਲਾਗੇ ਜਿੱਥੋਂ ਆਪਾਂ ਪਰਿਕਰਮਾ ਦੇ ਵਿੱਚ ਥੱਲੇ ਉਤਰਦੇ ਹਾਂ, ਉਹਦੇ ਉੱਪਰ ਦੂਜੀ ਮੰਜ਼ਿਲ ਦੇ ਉੱਤੇ ਉਹ ਬਣਾਈ ਸੀਗੀ। ਤੇ ਉਹਦੇ ਵਿੱਚ ਜਿੱਦਾਂ ਹੋਰ ਕੋਈ ਪੌੜੀਆਂ ਨਹੀਂ ਸੀ ਜਾਂਦੀਆਂ, ਸਿਰਫ ਉਹਨੂੰ ਲੱਕੜ ਦੀ ਪੌੜੀ ਲਾ ਕੇ ਚੜਿਆ ਜਾਂਦਾ ਸੀ, ਤੇ ਉੱਤੇ ਜਾ ਕੇ ਸਿੰਘ ਪੌੜੀ ਖਿੱਚ ਲੈਂਦੇ ਸੀ। ਕੋਈ ਆਮ ਬੰਦਾ ਉੱਥੇ ਨਹੀਂ ਸੀ ਜਾ ਸਕਦਾ। ਉਹਦੇ 'ਚ ਕਾਫੀ ਮਤਲਬ ਕਿ ਕਿਸਮ ਦੀਆਂ 4-5 ਕਿਸਮ ਦੀਆਂ ਵੱਡੀਆਂ ਮਸ਼ੀਨਾਂ ਸਿੰਘਾਂ ਨੇ ਲਾਈਆਂ ਸੀਗੀਆਂ। ਉਹਦੇ ਵਿੱਚ ਹੀ ਉਹ ਹਥਿਆਰ ਤਿਆਰ ਕਰਦੇ ਰਹਿੰਦੇ ਸੀਗੇ ਆਪਣੇ ਵੱਲੋਂ। ਜਿਵੇਂ ਉਹਨਾਂ ਨੇ ਉੱਥੇ ਪਿਸਟਲ ਵੀ ਤਿਆਰ ਕੀਤੇ ਸੀਗੇ, ਕਾਰਬਾਈਨ ਤਿਆਰ ਕੀਤੀ ਸੀ, ਸਟੇਨ ਗਨ ਬਣਾਈ ਸੀਗੀ। ਔਰ ਇੱਥੋਂ ਤੱਕ ਮਤਲਬ ਕਿ ਤੁਸੀਂ ਹੈਰਾਨ ਹੋਵੋਗੇ, ਸ਼ਾਇਦ ਬਹੁਤ ਘੱਟ ਸੰਗਤ ਨੂੰ ਪਤਾ ਹੋਊਗਾ, ਸ਼ਾਇਦ ਨਾ ਇਸ ਗੱਲ ਦਾ ਪਤਾ ਹੋਵੇ ਕਿ ਉੱਥੇ ਸਿੰਘਾਂ ਨੇ ਇੱਕ ਤੋਪ ਵੀ ਤਿਆਰ ਕੀਤੀ ਸੀਗੀ। ਔਰ ਉਹ ਮਤਲਬ ਕਿ ਤੋਪ ਅਜੇ 1 ਮਹੀਨਾ ਹੀ ਹੋਇਆ ਸੀਗਾ, ਤੋਪ ਬਣਾ ਲਈ ਸੀਗੀ। ਉਹਦਾ ਜਿੱਦਾਂ ਇੱਕ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਉਹਨੂੰ ਟਰਾਈ ਵੀ ਕੀਤਾ ਸੀਗਾ, ਕਿਉਂਕਿ ਅਜੇ ਉਹ ਗੋਲਾ ਬਰੂਦ ਬਣਾਉਣ ਦੀ ਅਜੇ ਕੋਸ਼ਿਸ਼ ਕਰ ਰਹੇ ਸੀਗੇ। ਪਹਿਲੇ ਦਿਨ ਹੀ ਜਿੱਦਾਂ ਉਹ ਅਖਬਾਰ ਦੇ ਵੱਡੇ ਇਕੱਠੇ ਕਰਕੇ ਉਹਨਾਂ ਦੇ ਇੱਕ ਗਿੱਲੇ ਕਰਕੇ ਬਾਅਦ 'ਚ ਉਹਨਾਂ ਨੂੰ ਸੁਕਾ ਕੇ ਉਹਦਾ ਇੱਕ ਗੋਲਾ ਬਣਾ ਕੇ ਉਹ ਬੜਾ ਸਫਲ ਮਤਲਬ ਕਿ ਉਹਨਾਂ ਨੇ ਉਹਦਾ ਕੀਤਾ ਵੀ ਸੀਗਾ, ਟਰਾਈ ਕੀਤੀ ਸੀ, ਤੇ ਬੜੀ ਕਾਰਗਰ ਸਾਬਤ ਹੋਈ ਸੀ ਉਹ। ਪਰ ਅਚਾਨਕ ਫਿਰ ਉਹ ਹਮਲਾ ਹੋ ਜਾਣ ਕਰਕੇ ਬਾਕੀ ਹੋਰ ਨਹੀਂ ਬਣ ਸਕੀਆਂ। ਜੇ ਹੋ ਸਕਦਾ ਵੀ ਸ਼ਾਇਦ 2-3 ਮਹੀਨੇ ਦਾ ਸਮਾਂ ਮਿਲਦਾ, ਤੇ ਮਤਲਬ ਕਿ ਬੱਬਰ ਖਾਲਸਾ ਦੇ ਸਿੰਘਾਂ ਨੇ ਘੱਟੋ ਘੱਟ ਮਤਲਬ 4-5 ਤਾਂ ਤੋਪਾਂ ਅੰਦਰ ਤਿਆਰ ਕਰ ਲੈਣੀਆਂ ਸੀਗੀਆਂ ਉਸ ਕਿਸਮ ਦੀਆਂ। ਤੇ ਪਰ ਕੋਸ਼ਿਸ਼, ਤੁਹਾਨੂੰ ਪਤਾ ਜਿਹੜੇ ਜੁਝਾਰੂ ਸਿੰਘ ਹੁੰਦੇ ਆ ਉਹਨਾਂ ਦਾ ਸ਼ਸਤਰਾਂ ਨਾਲ ਸ਼ੁਰੂ ਤੋਂ ਹੀ ਪ੍ਰੇਮ ਰਿਹਾ, ਗੁਰੂ ਮਹਾਰਾਜ ਦਾ ਵੀ ਹੁਕਮ ਹੈ ਹਨਾ, ਸ਼ਸਤਰਧਾਰੀ ਹੋ ਕੇ ਰਹਿਣਾ ਸਿੰਘਾਂ ਨੇ। ਇਸ ਕਰਕੇ ਭਾਵੇਂ ਮਤਲਬ ਕਿ ਕਮੀ ਸੀਗੀ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹੇ। ਸਵੇਰ ਤੋਂ ਸ਼ਾਮ ਤੱਕ ਮਤਲਬ ਦਾਸ ਨੇ ਦੇਖਿਆ ਉਸ ਕਮਰੇ ਦੇ ਵਿੱਚ ਜਹੇਦਾਰ ਸੁਖਦੇਵ ਸਿੰਘ ਹੁਣੀ ਵੀ, ਭਾਈ ਮਹਿੰਗਾ ਸਿੰਘ ਹੁਣੀ, ਪਿਤਾ ਜੀ, ਜਾਂ ਹੋਰ ਕੋਈ 2-3 ਹੋਰ ਫੌਜੀ ਸਿੰਘ ਸੀਗੇ ਜਥੇਬੰਦੀ ਦੇ ਵਿੱਚ, ਜਿਹੜੇ ਹਥਿਆਰਾਂ ਦੇ ਕਾਫੀ ਮਾਹਰ ਸੀਗੇ। ਉਹ ਰਲ ਕੇ ਮਤਲਬ ਕਿ ਉੱਥੇ ਸ਼ਸਤਰ ਤਿਆਰ ਕਰਦੇ ਰਹਿੰਦੇ ਹੁੰਦੇ ਸੀਗੇ, ਤੇ ਇਸ ਕਿਸਮ ਨਾਲ ਕੋਸ਼ਿਸ਼ ਕਰਦੇ ਸੀਗੇ ਕਿ ਸਾਡੀ ਜਿਹੜੀ ਸ਼ਸਤਰਾਂ ਦੀ ਕਮੀ ਆ ਉਹ ਪੂਰੀ ਹੋ ਸਕੇ। ਪਰ ਇਹ ਤਕਰੀਬਨ ਕਹਿ ਲਓ ਕਿ ਉਸ ਤੋਂ 3-4 ਦਿਨ ਪਹਿਲਾਂ, ਹਮਲਾ ਸ਼ੁਰੂ ਹੋਣ ਤੋਂ ਪਹਿਲਾਂ, ਸਿੰਘਾਂ ਨੇ ਕੋਸ਼ਿਸ਼ ਵੀ ਕੀਤੀ ਸੀਗੀ ਕਿ ਇੱਕ ਸ਼ਸਤਰਾਂ ਦੀ ਹਥਿਆਰਾਂ ਦੀ ਖੇਪ ਆਈ ਸੀਗੀ, ਉਹ ਲੈ ਆਏ ਸੀਗੇ ਸਿੰਘ। ਪਰ ਕਿਉਂਕਿ 1 ਜੂਨ ਨੂੰ ਹਮਲਾ ਸ਼ੁਰੂ ਹੋ ਜਾਣ ਕਰਕੇ ਉਹ ਥੋਮਸਨ ਗੰਨਾਂ ਸੀਗੀਆਂ, ਪਰ ਉਹ ਅੰਦਰ ਨਹੀਂ ਆ ਸਕੀਆਂ। ਜੇ ਉਹ ਅੰਦਰ ਆ ਜਾਂਦੀਆਂ ਤੇ ਫਿਰ ਹੋ ਸਕਦਾ ਕਿ ਜੰਗ ਦਾ ਜਿਹੜਾ ਮਤਲਬ ਕਿ ਉਸ ਵੇਲੇ ਦਾ ਵਾਤਾਵਰਨ ਇਸ ਤੋਂ ਵੀ ਮਤਲਬ ਕਿ ਚੰਗਾ ਰਹਿੰਦਾ, ਕਿਉਂਕਿ ਜੇ ਚੰਗੇ ਸ਼ਸਤਰ ਹੁੰਦੇ। ਤੇ ਵੈਸੇ ਤਾਂ ਜਿਹੜੀਆਂ ਜੰਗਾਂ ਨੇ ਉਹ ਲੜੀਆਂ ਤਾਂ ਹੌਸਲਿਆਂ ਨਾਲ ਜਾਂਦੀਆਂ ਨੇ, ਪਰ ਫਿਰ ਵੀ ਜੇ ਚੰਗੇ ਸ਼ਸਤਰ ਹੋਣ ਤੇ ਫਿਰ ਉਹਦੀ ਰੂਪ ਰੇਖਾ ਹੋਰ ਹੁੰਦੀ ਹੈ। ਤੇ ਇਸ ਕਿਸਮ ਨਾਲ ਸਿੰਘ ਮਤਲਬ ਕਿ ਸ਼ਸਤਰਾਂ ਦੀ ਤਿਆਰੀ ਕਰਦੇ ਸੀ। ਥੈਂਕ ਯੂ ਭਾਜੀ। ਥੈਂਕ ਯੂ ਭਾਜੀ, ਧੰਨਵਾਦ ਜੀ। ਭਾਜੀ ਹੁਣ ਅਸੀਂ ਅੱਗੇ ਵਧਦੇ ਹਾਂ। ਜੇ ਜਿਹੜਾ ਮੇਨ ਹਮਲਾ ਹੁੰਦਾ ਆ, ਜਾਂ ਜਿਹੜੇ ਮੇਨ ਲੜਾਈ ਵਾਲੇ ਦਿਨ ਨੇ, ਉਹ ਕਿਹੜੇ ਨੇ? ਕੀ ਉਹ 4 ਤਰੀਕ ਤੋਂ ਸ਼ੁਰੂ ਹੁੰਦੀ ਹੈ? ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਹਾਂ ਹੁਣ, ਕਿ ਉਦੋਂ ਤੁਸੀਂ ਕੀ ਕੁਛ ਦੇਖਿਆ, ਤੇ ਇੱਕਦਮ ਤੋਂ ਕੀ ਕੁਛ ਬਦਲਿਆ ਅੰਦਰ, ਮਾਹੌਲ ਵੀ ਕੀ ਕੁਛ ਬਦਲਿਆ। ਹੁਣ ਉਹਦੇ ਬਾਰੇ ਦੱਸੋ ਕਿ ਜਦੋਂ ਇੱਕ ਵਾਰ ਫੁੱਲ ਫਲੈਜ ਜੰਗ ਸ਼ੁਰੂ ਹੋ ਜਾਂਦੀ ਹੈ, ਜਾਂ ਜਦੋਂ ਹਮਲਾ ਹੋ ਜਾਂਦਾ ਹੈ। ਅਸਲ 'ਚ 4 ਜੂਨ ਦੀ ਸਵੇਰ ਦੇ ਵੇਲੇ ਜਦੋਂ ਕਰੀਬ 4:15 ਵਜੇ ਸੀਗੇ, ਉਦੋਂ ਬੜੇ ਜ਼ੋਰਦਾਰ ਧਮਾਕੇ ਦੇ ਨਾਲ ਇਹ ਮਤਲਬ ਕਿ ਜੰਗ ਸ਼ੁਰੂ ਹੋਈ ਹੈ। ਜਿਹੜੇ ਲੋਕ ਕਹਿੰਦੇ ਨੇ ਕਿ ਪਹਿਲਾਂ ਕੋਈ ਅਨਾਊਂਸਮੈਂਟਾਂ ਕੀਤੀਆਂ ਗਈਆਂ, ਕੋਈ ਕਿਸੇ ਕਿਸਮ, ਇਹ ਵੀ ਆਪਣੇ ਆਪ 'ਚ ਇੱਕ ਕਿਸਮ ਦੀ ਸਰਕਾਰ ਨੇ ਮਤਲਬ ਕਿ
ਪਰ ਧਮਾਕਾ ਕਰਕੇ ਅਨਾਉਂਸਮੈਂਟ ਕੀਤੀ ਸੀ ਵੀ ਅਸੀਂ ਕਰਨਾ ਕੀ ਚਾਹੁੰਦੇ ਤੇ ਸਾਡੇ ਮਨਾਂ ਦੇ ਵਿੱਚ ਕੀ ਆ, ਹਨਾ। ਮਤਲਬ ਕਿ ਉਹ ਵੱਧ ਤੋਂ ਵੱਧ ਨੁਕਸਾਨ ਕਰਨਾ ਚਾਹੁੰਦੇ ਸੀਗੇ ਸੰਗਤਾਂ ਨੂੰ। ਮਤਲਬ ਕਿ ਉਹਨਾਂ ਦਾ ਇਹ ਸੀਗਾ ਕਿ ਇਸ ਸ਼ਹੀਦੀ ਪੁਰਬ ਵਾਲੇ ਦਿਨ ਹਮਲਾ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਮਤਲਬ ਕਿ ਸੰਗਤਾਂ ਦਾ ਨੁਕਸਾਨ ਹੋਵੇ। ਤੇ ਉਸ ਦਿਨ ਅਸੀਂ ਜਿੱਦਾਂ ਗੁਰੂ ਨਾਨਕ ਨਿਵਾਸ ਸਰਾਂ ਦੀ ਛੱਤ ਦੇ ਉੱਤੇ ਹੀ ਸੀਗੇ ਤੇ ਰਾਤ ਉੱਥੇ ਹੀ ਸੁੱਤੇ ਸੀਗੇ। ਤੇ ਸਵੇਰ ਦੇ ਟਾਈਮ ਜਿੱਦਾਂ ਸਿੰਘ ਇਸ਼ਨਾਨ ਪਾਣੀ ਕਰਕੇ ਨਾਮ ਅਭਿਆਸ ਤੋਂ ਬਾਅਦ ਜਿੱਦਾਂ ਨਿਤਨੇਮ ਕਰਦੇ ਪਏ ਸੀਗੇ ਤੇ ਉਸ ਵੇਲੇ ਜ਼ੋਰਦਾਰ ਪਹਿਲਾਂ 2 ਧਮਾਕੇ ਹੋਏ ਨੇ ਤੇ ਉਸ ਤੋਂ ਬਾਅਦ ਫਿਰ ਸਾਰੇ ਸਿੰਘ ਹੇਠਾਂ ਕਮਰਿਆਂ 'ਚ ਆ ਗਏ ਪਹਿਲਾਂ। ਤੇ ਉਸ ਤੋਂ ਬਾਅਦ ਕਾਹਲੀ ਦੇ ਵਿੱਚ ਜਥੇਦਾਰ ਸੁਖਦੇਵ ਸਿੰਘ ਹੁਣਾਂ ਨੇ ਮੀਟਿੰਗ ਸੱਦੀ ਤੇ ਸਾਰਿਆਂ ਨੂੰ ਵੱਖ-ਵੱਖ ਜੇ ਮੋਰਚਿਆਂ ਦੇ ਵਿੱਚ ਸਾਰਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ। ਤੇ ਫਿਰ ਉਹ ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਦੇ ਵਿੱਚ ਡਟ ਗਏ ਤੇ ਜਿਹੜੇ ਪਰਿਵਾਰ ਸੀਗੇ ਉਹ ਹੇਠਾਂ ਕਮਰਿਆਂ ਦੇ ਵਿੱਚ ਚਲੇ ਗਏ। ਤੇ ਜਿਹੜੇ ਜ਼ਿਆਦਾ ਛੋਟੇ ਬੱਚੇ ਸੀਗੇ ਉਹ ਆਪਣੀਆਂ ਮਾਤਾਵਾਂ ਦੇ ਕੋਲ ਰਹੇ ਤੇ ਜਿਹੜੇ ਥੋੜ੍ਹੇ ਜਿੱਦਾਂ ਉੱਥੇ ਭਾਈ ਅਮਰਜੀਤ ਸਿੰਘ ਧੇੜੂ ਆ ਉਹਨਾਂ ਦੇ ਬੱਚੇ ਵੀ ਉੱਥੇ ਸੀਗੇ। ਤੇ ਉਹਨਾਂ ਨੇ ਸਾਰੇ ਬੱਚਿਆਂ ਦਾ ਜਿੱਦਾਂ ਆਸੇ-ਪਾਸੇ ਮੋਰਚਿਆਂ ਦੇ ਵਿੱਚ ਜੇ ਕਿਸੇ ਕਿਸਮ ਦੀ ਲੋੜ ਪੈਂਦੀ ਸੀਗੀ ਤੇ ਉਹਨਾਂ ਨੂੰ ਮਤਲਬ ਕਿ ਜਲ ਛਕਾਉਣ ਦੀ ਜਾਂ ਉਹ ਸੇਵਾ ਕਰਦੇ ਸੀਗੇ। ਪਰ ਜਿੰਨੇ ਬਾਕੀ ਜੁਝਾਰੂ ਸਿੰਘ ਸੀਗੇ ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਮੋਰਚੇ ਸਾਂਭ ਲਏ ਤੇ ਉਹ ਇਸ ਕਿਸਮ ਦੇ ਨਾਲ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਵਿੱਚ ਕਿਤੇ ਮਤਲਬ ਕਿ ਧਮਾਕੇ ਵੀ ਹੁੰਦੇ ਰਹੇ। ਤੇ 4 ਤਰੀਕ ਦੀ ਜਦੋਂ ਵੀ ਉਹ ਮਤਲਬ ਕਿ ਮੋਰਚਿਆਂ ਦੇ ਵਿੱਚੋਂ ਗੋਲੀਬਾਰੀ ਆਉਂਦੀ ਸੀਗੀ ਸਿੰਘਾਂ ਨੂੰ ਉਦੋਂ ਤੱਕ ਵੀ ਇਹੀ ਸੀਗਾ ਕਿ ਜਿਹੜੇ ਮੋਰਚੇ 'ਚੋਂ ਗੋਲੀ ਆਉਂਦੀ ਆ ਨੁਕਸਾਨ ਜ਼ਿਆਦਾ ਕਰ ਰਿਹਾ ਉਸ ਮੋਰਚੇ ਨੂੰ ਜਿੱਦਾਂ ਫਤਿਹ ਕੀਤਾ ਜਾਵੇ ਪਹਿਲਾਂ ਤੇ ਜ਼ਿਆਦਾ, ਕਿਉਂਕਿ ਅਸਲਾ ਗੋਲੀਆਂ ਘੱਟ ਹੋਣ ਕਰਕੇ ਸਿੰਘ ਜ਼ਿਆਦਾ ਮਤਲਬ ਕਿ ਨਹੀਂ ਸੀ ਗੋਲੀਬਾਰੀ ਕਰਨਾ ਚਾਹੁੰਦੇ। ਤੇ ਇੱਕ ਜਿੱਦਾਂ ਬੜੀ ਬਹਾਦਰੀ ਵਾਲੀ ਘਟਨਾ ਆ ਜਿੱਦਾਂ ਭਾਈ ਆਪਣੇ ਰਣਜੀਤ ਸਿੰਘ ਧਰਸਿੱਕਾ ਦੀ ਇੱਕ ਬਾਬਾ ਸਾਹਿਬ ਚੌਂਕ ਦੇ ਲਾਗੇ ਮੋਰਚਾ ਸੀਗਾ ਫੌਜ ਦਾ, ਉਹਦੇ ਵਿੱਚੋਂ ਕਾਫੀ ਨੀਵਾਂ ਸੀਗਾ ਤੇ ਉਹ ਕਿਸੇ ਵੀ ਉਤਲੇ ਮੋਰਚਿਆਂ ਦੀ ਵੀ ਜਿੱਦਾਂ ਸ਼ਿਸਤ ਦੇ ਵਿੱਚ ਨਹੀਂ ਸੀ ਆ ਰਿਹਾ ਤੇ ਕਾਫੀ ਨੁਕਸਾਨ ਕਰ ਰਿਹਾ ਸੀਗਾ ਸਿੰਘਾਂ ਦਾ। ਤੇ ਉਹ ਸਿੰਘ ਜੇ ਸਲਾਹਾਂ ਹੀ ਕਰਦੇ ਸੀਗੇ ਵੀ ਹੁਣ ਆਪਾਂ ਕੀ ਕਰੀਏ। ਸਾਰੇ ਇੱਕ ਦੂਜੇ ਨਾਲ ਮਤਲਬ ਕਿ ਸਲਾਹਾਂ ਹੀ ਪਏ ਸੀਗੇ ਵੀ ਇਹਨੂੰ ਕਿਵੇਂ ਆਪਾਂ ਮਤਲਬ ਕਿ ਜਿੱਤ ਸਕਦੇ ਹਾਂ। ਤੇ ਆਪਣੇ ਭਾਈ ਰਣਜੀਤ ਸਿੰਘ ਧਰਸਿੱਕਾ ਉਹਨਾਂ ਨੇ ਕਿਸੇ ਨਾਲ ਸਲਾਹ ਨਹੀਂ ਕੀਤੀ, ਕੁਝ ਨਹੀਂ ਕੀਤਾ। ਉਹਨਾਂ ਨੇ ਜਿਹੜੇ ਦੇਸੀ ਬੰਬ ਬਣਾਏ ਸੀਗੇ ਨਾ ਸਿੰਘਾਂ ਨੇ ਆਪਣੇ ਫੈਕਟਰੀ ਦੇ ਵਿੱਚ ਹੀ, ਉਹਦੇ ਵਿੱਚ ਉਹਨਾਂ ਨੇ ਇੱਕ ਗ੍ਰਨੇਡ ਲਿਆ ਤੇ ਲੈ ਕੇ ਤੇ ਪੂਰੀ ਸਪੀਡ ਦੇ ਨਾਲ ਛੱਤਾਂ ਦੇ ਉੱਤੋਂ ਦੀ ਭੱਜਦੇ ਹੋਏ ਸਿੱਧਾ ਹੀ ਉਹ ਮੋਰਚੇ ਦੇ ਉੱਤੇ ਜਾ ਕੇ ਪਿੰਨ ਕੱਢ ਕੇ ਉਹਦੇ ਵਿੱਚ ਸੁੱਟ ਕੇ ਤੇ ਉਸੇ ਫੁਰਤੀ ਦੇ ਨਾਲ ਹੀ ਉਹ ਵਾਪਸ ਆ ਗਏ। ਔਰ ਉਹ ਸਾਰੇ ਦਾ ਸਾਰਾ ਮੋਰਚਾ ਜਿੰਨੇ ਵੀ ਵਿੱਚ ਫੌਜੀ ਸੀਗੇ ਉਹ ਮਤਲਬ ਕਿ ਮੌਕੇ ਤੇ ਮਾਰੇ ਗਏ ਤੇ ਉਸੇ ਵੇਲੇ ਜਿੱਦਾਂ ਕਹ ਲਓ ਕਿ ਉਸ ਜਿਹੜਾ ਮੋਰਚਾ ਉਹਦੇ ਵਿੱਚੋਂ ਗੋਲੀਬਾਰੀ ਆਉਣੀ ਬੰਦ ਹੋ ਗਈ। ਮਤਲਬ ਇੰਨੇ ਹੌਸਲੇ ਵਾਲੇ ਇੰਨੇ ਦਲੇਰ ਸਿੰਘ ਸੀਗੇ ਜਿਹਨੂੰ ਇਹ ਵੀ ਪਰਵਾਹ ਨਹੀਂ ਸੀ। ਉਹਨੂੰ ਪਤਾ ਸੀਗਾ ਵੀ ਹੁਣ ਗੋਲੀ ਚੱਲ ਰਹੀ ਆ, ਮੇਰੇ ਵੀ ਕਿਸੇ ਵੇਲੇ ਵੱਜ ਸਕਦੀ, ਪਰ ਉਹ ਸਿੰਘ ਦੀ ਫੁਰਤੀ ਕਿ ਉਹਨੇ ਭੱਜ ਕੇ ਜਾ ਕੇ ਮੋਰਚੇ ਦੇ ਵਿੱਚ ਗ੍ਰਨੇਡ ਸੁੱਟ ਆਏ। ਤੇ ਇਸ ਕਿਸਮ ਦੀਆਂ ਬੜੀਆਂ ਦਲੇਰੀ ਵਾਲੀਆਂ ਘਟਨਾਵਾਂ ਮਤਲਬ ਕਿ ਉੱਥੇ ਅੰਦਰ ਘਟੀਆਂ ਨੇ। ਕਈ ਤਾਂ ਜਿੱਦਾਂ ਇੱਕ ਦੱਸਦੇ ਆਪਣੇ ਅੱਖੀਂ ਵੇਖਣ ਵਾਲੀ ਗੱਲ ਆ ਕਿ ਜਦੋਂ ਮੈਂ ਉੱਪਰ ਆਪਣੀ ਜਿਹੜੀ ਗੁਰੂ ਨਾਨਕ ਨਿਵਾਸ ਸਰਾਂ ਦੀ ਛੱਤ ਆ ਉਹਦੇ ਉੱਪਰਲੇ ਪਾਸੇ ਗਿਆ ਤੇ ਇੱਕ ਸਿੰਘ ਸੀਗਾ, ਹੈ ਤਾਂ ਉਹ ਨਿਹੰਗ ਸਿੰਘ ਸੀਗਾ, ਦੂਰ ਬਿਲਡਿੰਗ ਦੇ ਉੱਪਰ ਮੈਨੂੰ ਦਿਸਿਆ। ਉਹਦੇ ਕੋਲ ਕੋਈ ਗਨ ਹੈ ਨਹੀਂ ਸੀਗੀ, ਪਰ ਉਹਨੂੰ ਜਿੱਦਾਂ ਕਹ ਲਓ ਸ਼ਹੀਦੀ ਦਾ ਚਾਅ ਸੀਗਾ। ਉਹ ਸਿੰਘ ਨੇ ਉਹਦੇ ਕੋਲ 3 ਫੁੱਟੀ ਕਿਰਪਾਨ ਸੀਗੀ, ਉਹ 3 ਫੁੱਟੀ ਕਿਰਪਾਨ ਕੱਢ ਕੇ ਘੁਮਾਉਣ ਲੱਗ ਪਿਆ ਤੇ ਮਤਲਬ ਚਿਹਰਾ ਉਹਨੇ ਉੱਪਰ ਨੂੰ ਕੀਤਾ ਹੋਇਆ, ਬੜੀ ਜ਼ੋਰ ਦੀ 3 ਫੁੱਟੀ ਕਿਰਪਾਨ ਉਹ ਘੁਮਾ ਰਿਹਾ ਔਰ ਕਿਰਪਾਨ ਘੁਮਾਉਂਦਿਆਂ ਹੀ ਉਹਦੇ ਗੋਲੀਆਂ ਲੱਗੀਆਂ ਤੇ ਗੋਲੀਆਂ ਲੱਗਦਿਆਂ ਉਹ ਸ਼ਹੀਦ ਹੋ ਕੇ ਡਿੱਗ ਪਿਆ। ਬਲਕਿ ਇਸ ਕਿਸਮ ਦਾ ਚਾਅ ਵੀ ਕਈ ਸਿੰਘਾਂ ਨੂੰ ਸੀਗਾ ਕਿ ਅਸੀਂ ਸ਼ਹੀਦੀਆਂ ਪਾਉਣੀਆਂ ਨੇ। ਉਹ ਮਤਲਬ ਬੜੀ ਬੇਪਰਵਾਹੀ ਦੇ ਨਾਲ ਉਹ ਸਿੰਘ ਅੰਦਰ ਮਤਲਬ ਕਿ ਉਹਨਾਂ ਨੇ ਇਹ ਜੰਗ ਲੜੀ ਹੈ। ਬਿਲਕੁਲ ਭਾਜੀ। ਹਰਵਿੰਦਰ ਭਾਜੀ, ਮੇਰੇ ਕੋਲ ਤਾਂ ਸ਼ਬਦ ਨਹੀਂ ਹੈ ਜੀ ਜਿਸ ਹਿਸਾਬ ਨਾਲ ਭਾਜੀ ਐਕਸਪਲੇਨ ਕਰ ਰਹੇ ਨੇ ਕਿ ਅੰਦਰ ਕਿੱਦਾਂ ਦਾ ਮਾਹੌਲ ਸੀਗਾ, ਕਿਵੇਂ ਜੁਝਾਰੂ ਸਿੰਘ ਕਿਵੇਂ ਅੰਦਰ ਲੜ ਰਹੇ ਸੀਗੇ ਜੰਗ ਦੇ ਨਾਲ। ਭਾਜੀ ਇੱਕ ਮੈਂ ਥੋੜ੍ਹਾ ਜਿਹਾ ਪੁੱਛੂੰਗਾ ਤੁਹਾਨੂੰ ਕਿ ਜਿਹੜੇ ਕਹਿੰਦੇ ਕਿ ਬਹੁਤ ਸਾਰੀਆਂ ਸੰਗਤਾਂ ਅੰਦਰ ਫਸੀਆਂ ਸੀਗੀਆਂ ਜਾਂ ਜਿਹੜੀਆਂ ਸੰਗਤਾਂ ਅੰਦਰ ਰਹਿ ਗਈਆਂ ਸੀਗੀਆਂ, ਬਾਹਰ ਨਹੀਂ ਜਾ ਸਕੀਆਂ, ਬਹੁਤ ਸਾਰਾ ਸੰਗਤਾਂ ਦਾ ਨੁਕਸਾਨ ਹੋਇਆ, ਉਹ ਕਿੱਦਾਂ ਸੀਗੀਆਂ? ਕੀ ਵੱਖਰੇ ਕਮਰਿਆਂ 'ਚ ਸੀਗੇ ਜਾਂ ਪਰਿਕਰਮਾ ਦੇ ਵਿੱਚ ਹੀ ਲੰਮੇ ਪਏ ਸੀਗੇ? ਤਾਂ ਕਿਵੇਂ ਆਪਣੇ ਆਪ ਨੂੰ ਉਹ ਬਚਾ ਰਹੇ ਸੀਗੇ ਇਸ ਜਿਹੜੀ ਕ੍ਰੋਸ ਫਾਇਰਿੰਗ ਜਾਂ ਜਿਹੜੀ ਗੋਲਾਬਾਰੀ ਚੱਲ ਰਹੀ ਸੀਗੀ? ਜਿਹੜੀਆਂ ਸੰਗਤਾਂ ਸੀਗੀਆਂ ਉਹ ਕਾਫੀ ਤਾਂ ਜਿਹੜੀਆਂ ਸਰਾਵਾਂ ਦੇ ਆਸੇ ਪਾਸੇ ਬਰਾਂਡੇ ਬਣੇ ਹੋਏ ਆ ਉਹਦੇ ਵਿੱਚ ਵੀ ਕਾਫੀ ਠਹਿਰੀਆਂ ਹੋਈਆਂ ਸੀਗੀਆਂ ਉਸ ਦਿਨ। ਤੇ ਜ਼ਿਆਦਾਤਰ ਸੰਗਤਾਂ ਜਿਹੜੀਆਂ ਸਰਾਵਾਂ ਸੀਗੀਆਂ ਜਿੱਦਾਂ ਗੁਰੂ ਰਾਮਦਾਸ ਜੀ ਸਰਾਂ ਆ
ਇਹਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਸੀਗੀਆਂ ਔਰ ਕਮਰੇ ਭਰੇ ਹੀ ਹੋਏ ਸੀਗੇ, ਜਿੱਦਾਂ ਕਹਿ ਲਓ ਕਿ 20-20 25-25 ਜਾਣੇ ਇੱਕ ਕਮਰੇ ਦੇ ਵਿੱਚ, ਤੇ ਬਾਕੀ ਬਾਹਰ ਵੀ ਜਿਹੜਾ ਖੁੱਲਾ ਵਿਹੜਾ ਆ ਵਿਚਕਾਰ, ਉਹਦੇ ਆਸੇ-ਪਾਸੇ ਕਮਰੇ ਬਣੇ ਵਿੱਚ ਖੁੱਲਾ ਵਿਹੜਾ ਆ, ਉਹਦੇ ਵਿੱਚ ਵੀ ਸਾਰੇ ਪਾਸੇ ਸੰਗਤਾਂ ਜਿੱਦਾਂ ਮਤਲਬ ਕਿ ਉੱਥੇ ਹੀ ਆਰਾਮ ਕੀਤਾ ਸੀਗਾ ਬਾਹਰ ਉਹਨਾਂ ਨੇ। ਔਰ ਜਦੋਂ ਗੋਲੀਬਾਰੀ ਵੀ ਚੱਲੀ ਆ, ਸੰਗਤਾਂ ਦਾ ਬਹੁਤ ਜ਼ਿਆਦਾ ਮਤਲਬ ਕਿ ਜਿਹੜੇ ਸ਼ਹੀਦੀਆਂ ਨੇ ਉਹ ਜਿਹੜੀਆਂ ਸਰਾਵਾਂ ਦੇ ਵਿੱਚ ਹੋਈਆਂ ਨੇ। ਉਸ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਫੌਜ ਨੇ ਕਬਜ਼ਾ ਵੀ ਕਰ ਲਿਆ ਸੀਗਾ, ਕਈ ਕਮਰਿਆਂ ਦੇ ਵਿੱਚ ਤਾਂ 40-40 50-50 ਤੱਕ ਇੱਕ ਕਮਰੇ ਦੇ ਵਿੱਚ ਹੀ ਸੰਗਤਾਂ ਬੈਠੀਆਂ ਸੀ, ਤੇ ਉਹਦੇ ਵਿੱਚ ਹੀ ਉਹ ਥੋੜਾ ਜਿਹਾ ਦਰਵਾਜ਼ਾ ਖੋਲਦੇ ਸੀਗੇ ਤੇ ਵਿੱਚ ਗ੍ਰਨੇਡ ਸੁੱਟ ਦਿੰਦੇ ਸੀਗੇ, ਤੇ ਉਹ ਸਾਰੇ ਉੱਥੇ ਸ਼ਹੀਦ ਹੋ ਜਾਂਦੇ ਸੀਗੇ। ਤੇ ਇਸ ਕਿਸਮ ਨਾਲ ਕਾਫੀ ਅੰਦਰ ਸੰਗਤਾਂ ਸੀਗੀਆਂ ਜਿਹੜੀਆਂ ਸ਼ਹੀਦ ਹੋਈਆਂ ਉਸ ਦਿਨ। ਠੀਕ ਹੈ ਜੀ। ਹਾਂਜੀ ਹਰਵਿੰਦਰ ਭਾਜੀ। ਮੋਹਨ ਸਿੰਘ ਵੀਰ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਜਿੱਦਾਂ ਆਪਾਂ 4 ਤਰੀਕ ਸਵੇਰੇ ਜਿਹੜਾ ਸ਼ੁਰੂ ਹੋਈ ਲੜਾਈ, ਜਦੋਂ ਕਿ ਜਿਹੜੇ ਧਮਾਕੇ ਕੀਤੇ ਗਏ ਸਰਕਾਰ ਵੱਲੋਂ, ਤੇ ਉਸ ਤੋਂ ਉਪਰੰਤ ਜਿਹੜੇ ਪਾਸੇ ਤੁਸੀਂ ਸੀ ਜਾਂ ਨਾਨਕ ਨਿਵਾਸ ਤੇ ਜਿਹੜਾ ਇੱਧਰ ਮੋਰਚਾ ਸੀ, ਇਹਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਸੰਖੇਪ 'ਚ ਦੱਸੋ ਕਿ ਕਿਹੜੇ ਸਿੰਘ ਮਤਲਬ ਕਿੱਦਾਂ ਲੜ ਰਹੇ ਸਨ, ਤੇ ਉਸ ਤੋਂ ਉਪਰੰਤ ਫਿਰ ਆਪਾਂ ਇਹਨੂੰ ਅੱਗੇ ਵਧਾਈਏ ਕਿ ਜਿੱਦਾਂ ਮੈਂ ਕਈ ਜਗ੍ਹਾ ਪੜ੍ਹਿਆ ਵੀ ਆ ਤੇ ਕਈ ਗੁਰਸਿੱਖਾਂ ਕੋਲ ਸੁਣਿਆ ਵੀ ਆ ਕਿ ਜਿੱਦਾਂ ਭਾਈ ਸਾਹਿਬ ਨੇ ਪੁੱਛਿਆ ਕਿ ਜਿਹੜੀ ਸੰਗਤਾਂ ਅੰਦਰ ਫਸ ਗਈਆਂ ਸਨ, ਉਹਨਾਂ ਨੂੰ ਕੱਢਣ ਵਾਸਤੇ ਵੀ ਮੇਰਾ ਖਿਆਲ ਹੈ ਕਈ ਸਿੰਘਾਂ ਦੀ ਡਿਊਟੀ ਲੱਗੀ ਸੀ ਕਿ ਜਿਹੜੇ ਕਿ ਉਹ ਸੰਗਤਾਂ ਨੂੰ ਮਤਲਬ ਸੇਫਲੀ ਬਾਹਰ ਕੱਢ ਸਕਦੇ ਸਨ, ਤਾਂ ਕਿ ਕਿਉਂਕਿ ਇਹ ਨਿਸ਼ਚਾ ਤੇ ਹੋ ਗਿਆ ਸੀ ਕਿ ਹੁਣ ਅਟੈਕ ਤੇ ਹੋ ਗਿਆ ਵਾ, ਤੇ ਜਿਹੜੀਆਂ ਆਮ ਸੰਗਤਾਂ ਜਿਹੜੀਆਂ ਨਿਹੱਥੀਆਂ ਸੰਗਤਾਂ ਨੇ, ਬੀਬੀਆਂ ਬੱਚੇ ਨੇ, ਉਹਨਾਂ ਦਾ ਨੁਕਸਾਨ ਘੱਟ ਹੋਏ। ਇਹਦੇ ਪ੍ਰਤੀ ਵੀ ਕੋਈ ਮੀਟਿੰਗ ਜਾਂ ਕੋਈ ਸਲਾਹ ਹੋਈ ਸਿੰਘਾਂ ਦੇ ਵਿੱਚ? ਜੇ ਹੋਈ ਤੇ ਫਿਰ ਕਿਹੜੇ ਸਿੰਘਾਂ ਦੀ ਡਿਊਟੀ ਲੱਗੀ? ਹਾਂਜੀ, ਇਹਦੇ ਲਈ ਵੀ ਕਾਫੀ ਸਿੰਘਾਂ ਨੂੰ ਮਤਲਬ ਕਿ ਇਸ ਗੱਲ ਦੀ ਚਿੰਤਾ ਸੀਗੀ ਕਿ ਜਿਹੜੀਆਂ ਸੰਗਤਾਂ ਮਤਲਬ ਕਿ ਉਸ ਵੇਲੇ ਅੰਦਰ ਇਸ ਘੇਰੇ ਦੇ ਵਿੱਚ ਆਈਆਂ ਨੇ, ਵੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਵੀ ਸੇਫ ਕੀਤਾ ਜਾਵੇ। ਉਦੋਂ ਮਤਲਬ ਕਿ ਕੰਪਲੈਕਸ ਦੇ ਵਿੱਚੋਂ ਨਿਕਲਣਾ ਤਾਂ ਸੰਭਵ ਹੈ ਨਹੀਂ ਸੀਗਾ, ਕਿਉਂਕਿ ਬਾਹਰ ਤਾਂ ਗੋਲੀ ਬਹੁਤ ਚੱਲ ਰਹੀ ਸੀ, ਤੇ ਜਿਹੜੇ ਪ੍ਰਕਰਮਾਂ ਦੇ ਵਿੱਚ ਸੰਗਤਾਂ ਸੀਗੀਆਂ ਉਹਨਾਂ ਨੂੰ ਸਿੰਘਾਂ ਨੇ, ਜਿੱਦਾਂ ਬੱਬਰ ਖਾਲਸਾ ਦੇ ਵੀ ਸਿੰਘ ਸੀਗੇ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਲਿਆ ਕੇ ਇੱਧਰ ਸਰਾਵਾਂ ਦੇ ਵਿੱਚ, ਬੇਸ਼ੱਕ ਕਮਰੇ ਹੈ ਨਹੀਂ ਸੀਗੇ ਪਰ ਕਮਰਿਆਂ ਦੇ ਜਿਹੜੇ ਪਹਿਲਾਂ ਵੀ ਪਰਿਵਾਰ ਰਹਿ ਰਹੇ ਉਹਨਾਂ ਦੇ ਨਾਲ ਹੀ, ਜਿੱਦਾਂ ਹੋਰ 2-2 4-4 ਪਰਿਵਾਰਾਂ ਨੂੰ ਇਕੱਠਿਆਂ ਕਰਕੇ, ਕਿਉਂਕਿ ਉਹਨਾਂ ਨੂੰ ਉਹਨਾਂ ਕਮਰਿਆਂ ਦੇ ਵਿੱਚ ਹੀ ਠਹਿਰਾਇਆ ਜਾਣ ਲੱਗ ਪਿਆ ਸੀਗਾ। ਪਰ ਉੱਥੇ ਹੋਰ ਜਿਹੜੀ ਜ਼ਿਆਦਾ ਮੁਸ਼ਕਲ ਆ ਰਹੀ ਸੀ, ਕਿਉਂਕਿ ਲੰਗਰ ਪਾਣੀ ਦਾ ਪ੍ਰਬੰਧ ਬਿਲਕੁਲ ਨਹੀਂ ਸੀ ਹੋ ਰਿਹਾ, ਤੇ ਇਹ ਵਿੱਚ ਮਤਲਬ ਕਿ ਜਿੱਦਾਂ ਕਹਿ ਲਓ ਕਿ ਜਿਹੜੀ ਸਿੱਖ ਕੌਮ ਆ, ਇਹ ਹਮੇਸ਼ਾ ਹੀ ਮਤਲਬ ਕਿ ਇਹੋ ਜਿਹੇ ਸਮੇਂ ਦੇ ਵਿੱਚ ਵੀ ਜਿਹੜੀ ਸੇਵਾ ਭਾਵਨਾ ਆ, ਉਹ ਮਤਲਬ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਬੜੀ ਮਤਲਬ ਕਿ ਅਨਮੋਲ ਦਾਤ ਦਿੱਤੀ ਹੋਈ ਆ। ਉਸ ਵੇਲੇ ਚੱਲਦੀ ਗੋਲੀ ਦੇ ਵਿੱਚ ਵੀ ਜਿਹੜੇ ਆਸੇ-ਪਾਸੇ ਘਰਾਂ ਦੇ ਵਿੱਚ ਪਰਿਵਾਰ ਰਹਿੰਦੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਅੰਦਰ ਸੰਗਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਘਿਰੀਆਂ ਹੋਈਆਂ ਨੇ, ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਜਿਹੜੇ ਨਾਲ ਘਰ ਸੀਗੇ, ਜਿੱਦਾਂ ਪਿੱਛੇ ਬਾਗ ਵਾਲੀ ਗਲੀ ਆ ਜਾਂ ਉੱਧਰ ਜਿਹੜੇ ਪਰਿਵਾਰ ਸੀ, ਉਹ ਜਿੱਦਾਂ ਮਿੱਸੇ ਪ੍ਰਸ਼ਾਦੇ ਬਣਾ ਕੇ ਤੇ ਨਾਲ ਜਲ ਦੀਆਂ ਬਾਲਟੀਆਂ ਭਰ ਕੇ, ਤੇ ਉਹ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਤੇ ਸੰਗਤਾਂ ਨੂੰ ਛਕਾ ਕੇ ਆਈਏ। ਤੇ ਇਸ ਤਰ੍ਹਾਂ ਦੇ ਕਾਫੀ ਮਤਲਬ ਕਿ ਅੰਦਰ ਆਏ ਵੀ ਜਿਨ੍ਹਾਂ ਨੇ ਜਿਹੜੀ ਬਾਗ ਵਾਲੀ ਗਲੀ ਤੋਂ ਗੁਰੂ ਨਾਨਕ ਨਿਵਾਸ ਸਰਾਂ ਦੇ ਕੰਧ ਆ ਨਾ, ਉਹ ਕੰਧ ਅਸਲ ਵਿੱਚ ਉਹਨਾਂ ਸੇਵਾਦਾਰਾਂ ਨੇ ਪਾੜੀ ਸੀਗੀ, ਤੇ ਉਹਦੇ ਨਾਲ ਫਿਰ ਉਹ ਬਾਹਰੋਂ ਲੰਗਰ ਰਸਦ ਪ੍ਰਸ਼ਾਦਾ ਪਾਣੀ ਜੋ ਕੁਝ ਵੀ ਸੇਵਾ ਕਰ ਸਕਦੇ ਸੀਗੇ, ਉਹ ਅੰਦਰ ਲਿਆ ਕੇ ਫਿਰ ਉਹ ਸਿੰਘਾਂ ਨੂੰ ਵੀ ਦਿੰਦੇ ਸੀਗੇ, ਤੇ ਅੱਗੇ ਸਾਰੀਆਂ ਸੰਗਤਾਂ ਨੂੰ ਛਕਾਇਆ ਜਾਂਦਾ ਸੀਗਾ। ਤੇ ਇਸ ਕਿਸਮ ਨਾਲ ਕੋਸ਼ਿਸ਼ ਕਾਫੀ ਮਤਲਬ ਕਿ ਰਹੀ ਕਿ ਜਿੰਨੀਆਂ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਉੱਥੇ ਸੇਫ ਰੱਖਿਆ ਜਾ ਸਕੇ। ਠੀਕ ਹੈ ਜੀ। ਭਾਈ ਸਾਹਿਬ, ਮੈਂ ਤੁਹਾਡੀਆਂ ਲਿਖਤਾਂ ਪੜ੍ਹੀਆਂ ਉਹਨਾਂ, ਜਿਹੜਾ ਤੁਸੀਂ ਪਿਛਲੀ ਵਾਰੀ ਕਿਤਾਬ 'ਚ ਕੱਢਿਆ ਸੀ, ਉਹਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਇੱਕ ਬੀਬੀ ਦਾ ਜਿਹੜਾ ਲੰਗਰ ਛਕਾਉਣ ਦਾ ਤੇ ਉਹਦੇ ਬੇਟੇ ਦਾ। ਤੁਸੀਂ ਪਲੀਜ਼ ਸੰਗਤਾਂ ਨੂੰ ਉਹ ਦਰਸਾਓਗੇ ਕਿ ਉਹ ਕੀ ਕਿੱਸਾ ਸੀ? ਹਾਂਜੀ, ਉਹ ਅਸਲ 'ਚ ਜਦੋਂ ਮਤਲਬ ਕਿ ਜੰਗ ਚੱਲ ਰਹੀ ਸੀ ਨਾ, ਪਹਿਲਾਂ ਤਾਂ ਇੱਕ ਬੱਚਾ ਸੀਗਾ ਤੇ ਉਹਦਾ ਫਾਦਰ, ਉਹ ਦੋਨੇ ਅੰਦਰ ਪ੍ਰਸ਼ਾਦੇ ਦੇ ਟੋਕਰੇ ਲੈ ਕੇ ਆਉਂਦੇ ਸੀਗੇ, ਤੇ ਉਹ ਦੱਸਦੇ ਸੀ ਕਿ ਸਾਡੀ ਮਾਤਾ ਬਣਾ ਰਹੀ ਆ, ਤੇ ਉਹ ਜਦੋਂ ਇੱਧਰ ਵਰਤਾ ਕੇ ਚਲੇ ਜਾਂਦੇ ਸੀ ਤੇ ਵਾਪਸ ਜਾਂਦਿਆਂ ਨੂੰ ਫਿਰ ਮਾਤਾ ਜੀ ਹੋਰ ਪ੍ਰਸ਼ਾਦੇ ਤਿਆਰ ਕਰ ਦਿੰਦੇ ਸੀ, ਤੇ ਉਹ ਫਿਰ ਉਹ ਲੈ ਕੇ ਆ ਜਾਂਦੇ ਸੀ। ਤੇ ਫਿਰ ਜਦੋਂ ਉਹ 3-4 ਵਾਰੀ ਉਹ ਮਤਲਬ ਕਿ ਪ੍ਰਸ਼ਾਦੇ ਅੰਦਰ ਲੈ ਆਏ, ਫਿਰ ਬਾਅਦ 'ਚ ਉਹਨਾਂ ਦੀ ਮਾਤਾ ਜੀ ਵੀ ਨਾਲ ਆਏ, ਤੇ ਉਹਨਾਂ ਦੇ ਮਨ 'ਚ ਇਹ ਸੀਗਾ, ਆਉਂਦਿਆਂ ਸਾਰ ਹੀ ਉਹਨਾਂ ਨੇ ਜਿੱਦਾਂ ਜਥੇਦਾਰ ਸੁਖਦੇਵ ਸਿੰਘ ਉਹਨਾਂ ਨੂੰ ਮਿਲੇ, ਤੇ ਜਿੱਦਾਂ ਬਜ਼ੁਰਗ ਮਾਵਾਂ ਆਪਣਾ ਸਿਰ ਪਲੋਸਦੀਆਂ ਨੇ, ਇੱਦਾਂ ਸਿਰ ਪਲੋਸ ਕੇ ਤੇ ਬੜਾ ਪਿਆਰ ਦਿੱਤਾ ਉਹਨਾਂ ਨੇ। ਤੇ ਨਾਲ ਹੀ ਉਹਨਾਂ ਨੂੰ ਫਿਰ ਜਥੇਦਾਰ ਉਹਨਾਂ ਨੇ ਆਖਿਆ, ਕਹਿੰਦੇ ਵੀ ਮਾਤਾ ਜੀ ਵੀ ਇੰਨੀ ਗੋਲੀ ਚੱਲਦੀ ਆ ਤੇ ਤੁਸੀਂ ਮਤਲਬ ਕਿ ਅੰਦਰ ਕਿਉਂ ਆਏ ਜੇ, ਹਨਾ।
ਤੇ ਫਿਰ ਉਹਨਾਂ ਆਖਿਆ, ਕਹਿੰਦੇ ਵੀ ਮੈਨੂੰ ਵੀ ਤੁਸੀਂ ਸਾਰੇ ਨਾ ਬੜੇ ਪਿਆਰੇ ਲੱਗਦੇ ਜੀ, ਮੈਂ ਰੋਜ਼ ਦੇਖਦੀ ਸਾਂ ਜਦੋਂ ਤੁਸੀਂ ਵਾਲੀਬਾਲ ਖੇਡਦੇ ਸੀ, ਜਾਂ ਮੈਂ ਮਤਲਬ ਕਿ ਤੁਹਾਨੂੰ ਦੇਖ ਰੱਜਦੀ ਸਾਂ। ਤੇ ਮੈਨੂੰ ਇਹ ਸੀਗਾ ਵੀ ਹੁਣ ਪਤਾ ਨਹੀਂ ਦੁਬਾਰਾ ਕਦੋਂ ਮੇਲ ਹੋਣਾ ਆ, ਤੇ ਇਸ ਕਰਕੇ ਮੈਨੂੰ ਇਹ ਸੀ ਵੀ ਮੈਂ ਇੱਕ ਵਾਰੀ ਤੁਹਾਨੂੰ ਦੇਖ ਜ਼ਰੂਰ ਆਵਾਂ। ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਕਿਹੜੀਆਂ ਖੇਡਾਂ ਤੁਸੀਂ ਅੱਗੇ ਖੇਡਦੇ ਸੀ, ਤੇ ਅੱਜ ਆਹ ਵਾਲੀ ਖੇਡ ਵੀ ਤੁਹਾਨੂੰ ਖੇਡਣੀ ਪੈ ਜਾਣੀ ਆ, ਤੇ ਇਹਦੇ ਅੰਤ ਦਾ ਕਹਿੰਦੇ ਵੀ ਹੁਣ ਆਪਾਂ ਨੂੰ ਕੀ ਪਤਾ ਹੁੰਦਾ ਹਨਾ। ਤੇ ਇਸ ਕਰਕੇ ਫਿਰ ਉਹਨੇ ਬੜਾ, ਮਾਤਾ ਨੇ ਜਿੱਦਾਂ ਕਹ ਲਓ ਵੀ ਪਿਆਰ ਦਿੱਤਾ ਸਾਰੇ ਸਿੰਘਾਂ ਨੂੰ। ਪਰ ਉਸ ਤੋਂ ਬਾਅਦ ਫਿਰ ਬਾਹਰ ਜਾ ਕੇ ਫਿਰ ਉਸੇ ਤਰ੍ਹਾਂ ਉਹਨਾਂ ਨੇ ਨਿਰੰਤਰ ਪ੍ਰਸ਼ਾਦਿਆਂ ਦੀ ਸੇਵਾ ਜਾਰੀ ਰੱਖੀ, ਤੇ ਉਹਨਾਂ ਦਾ ਜਿਹੜਾ ਪੁੱਤਰ ਸੀਗਾ ਤੇ ਉਹਨਾਂ ਦਾ ਜਿਹੜਾ ਪਤੀ ਸੀਗਾ, ਉਹ ਦੋਨੇ ਪ੍ਰਸ਼ਾਦੇ ਵਰਤਾਉਂਦੇ ਹੋਏ ਸ਼ਹੀਦ ਹੋਏ। ਉਹਨਾਂ ਦਾ ਜਿਹੜਾ ਸਿੰਘ ਸੀਗਾ, ਉਹ ਮੇਰੇ ਖਿਆਲ ਬਾਬਾ ਅਟਾਲ ਸਾਹਿਬ ਗੁਰਦੁਆਰੇ ਵੱਲੋਂ ਮਤਲਬ ਕਿ ਪ੍ਰਸ਼ਾਦੇ ਵਰਤਾਉਂਦਾ ਸੀਗਾ, ਤੇ ਜਿਹੜਾ ਉਹਨਾਂ ਦਾ ਬੇਟਾ ਸੀਗਾ, ਉਹ ਵੀ ਉੱਥੇ ਬਾਹਰ ਗਲੀ ਦੇ ਵਿੱਚ ਹੀ ਜਦੋਂ ਪ੍ਰਸ਼ਾਦੇ ਲੈ ਕੇ ਆ ਰਿਹਾ ਸੀ, ਉਦੋਂ ਗੋਲੀਬਾਰੀ ਦੇ ਘੇਰੇ 'ਚ ਆ ਕੇ ਤੇ ਉਹਨਾਂ ਦਾ ਪੁੱਤਰ ਉੱਥੇ ਸ਼ਹੀਦ ਹੋ ਗਿਆ ਸੀ। ਇਹ ਦੇਖ ਲਓ, ਹਰ ਤਰ੍ਹਾਂ ਦੀ ਸੇਵਾ ਹਨਾ, ਕਿ ਆਪਾਂ ਗੱਲਾਂ ਕਰਦੇ ਹਾਂ ਕਿ ਇਹ ਇਕੱਲੇ ਚਲੋ ਸਿੰਘ ਜਿਹੜੇ ਹਥਿਆਰ ਲੈ ਕੇ ਜਾਂ ਹਨਾ ਸ਼ਸਤਰ ਲੈ ਕੇ ਲੜ ਰਹੇ ਨੇ, ਬਟ ਇਹ ਵੀ ਇੱਕ ਸਾਡੀ ਕੌਮ ਦਾ ਹੈਗਾ ਹਨਾ, ਕਿ ਜੰਗ ਦੇ ਵਿੱਚ ਵੀ ਪ੍ਰਸ਼ਾਦਾ ਦੇ ਜਲ ਛਕਾਉਣਾ ਤੇ ਸਿੰਘਾਂ ਨੂੰ। ਬਿਲਕੁਲ ਜਿੱਦਾਂ ਦਾਸ ਨੇ ਪਹਿਲਾਂ ਸ਼ੁਰੂ ਕੀਤਾ ਜੀ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਵਿਲੱਖਣਤਾ ਬਖਸ਼ੀ ਹੈ ਨਾ ਕੌਮ ਨੂੰ, ਉਹ ਕਿਸੇ ਨਾ ਕਿਸੇ ਕਾਰਨ ਤੇ ਕਿਸੇ ਨਾ ਕਿਸੇ ਰੀਜ਼ਨ ਵਕ ਅੱਜ ਵੀ ਕੌਮ ਦੇ ਵਿੱਚ ਹੈਗੀ ਆ। ਜੇ ਉਦੋਂ ਦਾ ਆਪਾਂ ਸਮਾਂ ਦੇਖਦੇ ਹਾਂ, ਅੱਜ ਤੋਂ 47 ਸਾਲ ਪਹਿਲਾਂ ਜਿੱਦਾਂ ਸਿੰਘਾਂ ਨੇ ਸੇਵਾਵਾਂ ਕੀਤੀਆਂ, ਜਿੱਦਾਂ ਭਾਈ ਸਾਹਿਬ ਨੇ ਦਰਸਾਇਆ ਵਾ, ਉਦਾਂ ਹੀ ਅੱਜ ਵੀ ਤੁਸੀਂ ਦੇਖ ਲਓ, ਜਦੋਂ ਆਪਾਂ ਕਰੋਨਾ ਪਿਛਲੇ ਸਾਲ ਆਇਆ ਵਾ, ਤੇ ਸਾਰੀ ਕੌਮ ਜਿਹੜੀ ਵੀ ਭਾਵੇਂ ਇੰਡੀਆ 'ਚ ਸਨ ਤੇ ਭਾਵੇਂ ਡਾਇਸਪੋਰਾ ਸਿੱਖ ਸਨ, ਸਾਰਿਆਂ ਨੇ ਆਪਣੀ ਲੋਕ ਡਰਦੇ ਮਾਰੇ ਘਰੋਂ ਨਹੀਂ ਨਿਕਲਦੇ ਸਨ ਕਿ ਕਰੋਨਾ ਵਾ, ਪਰ ਜਿਹੜੇ ਗੁਰੂ ਦੇ ਸਿੱਖ ਸਨ, ਗੁਰੂ ਦੇ ਸਿੰਘ ਸਨ, ਉਹਨਾਂ ਨੇ ਸਾਰਿਆਂ ਨੇ ਅੰਤਨ ਲੰਗਰਾਂ ਦੀ ਸੇਵਾ ਬਾਹਰ ਜਿਹੜੇ ਲੋੜਵੰਦ ਸਨ ਉਹਨਾਂ ਨੂੰ ਪਹੁੰਚਾਈ ਆ। ਜਿਹੜੇ ਕੁਆਰੰਟਾਈਨ ਹੋਏ ਸੀ ਜਾਂ ਜਿਹੜੇ ਬਜ਼ੁਰਗ ਸੀ ਜਿਹੜੇ ਘਰੋਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ, ਉਹਨਾਂ ਨੂੰ ਵੀ ਪਹੁੰਚਾਈ ਆ। ਸੋ ਇਹ ਤੋਂ ਸਾਨੂੰ ਸੇਧ ਤੇ ਹੈ ਕਿ ਗੁਰੂ ਸਾਹਿਬ ਨੇ ਜਿਹੜੀ ਵਿਲੱਖਣਤਾ ਸਾਨੂੰ ਬਖਸ਼ੀ, ਉਹ ਕਿਤੇ ਨਾ ਕਿਤੇ ਅਜੇ ਵੀ ਸਾਡੀ ਕੌਮ ਦੇ ਵਿੱਚ ਹੈਗੀ ਆ। ਬਿਲਕੁਲ। ਅਸੀਂ ਕਈ ਵਾਰੀ ਰੋਸ ਕਰਦੇ ਹਾਂ ਕਿ ਸ਼ਾਇਦ ਸਾਡੇ 'ਚ ਨਿਗਾਰ ਆ ਗਿਆ, ਪਰ ਉਹ ਵਿਲੱਖਣਤਾ ਅਜੇ ਵੀ ਜਿੰਦੀ ਆ ਸਿੱਖਾਂ ਦੇ ਵਿੱਚ। ਬਿਲਕੁਲ ਭਾਜੀ, ਬਿਲਕੁਲ। ਭਾਜੀ ਮੁੜ ਭਾਜੀ, ਹੁਣ ਮੈਂ ਅੱਗੇ ਵਧੂੰਗਾ ਜੀ ਇਹ ਤੋਂ, ਕਿ ਇਸ ਤੋਂ ਬਾਅਦ ਕੁਝ ਸਿੰਘ ਜਿਹੜੇ ਸੀਗੇ ਉਹ ਦਰਬਾਰ ਸਾਹਿਬ ਨੂੰ ਛੱਡ ਕੇ ਜਾਂਦੇ ਨੇ। ਉਹਦੇ ਕਈ ਤਰ੍ਹਾਂ ਦੀਆਂ ਬਾਅਦ 'ਚ ਗੱਲਾਂ ਵੀ ਅੱਜ ਵੀ ਕੀਤੀਆਂ ਜਾਂਦੀਆਂ ਨੇ। ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ ਕਿ ਉਹ ਕਿਵੇਂ ਬਣਿਆ ਮਾਹੌਲ, ਕਿ ਕਿਹੜੇ ਸਿੰਘ ਸੀਗੇ ਉਹ ਦਰਬਾਰ ਸਾਹਿਬ ਤੋਂ ਉਸ ਸਮੇਂ ਛੱਡ ਕੇ ਗਏ ਨੇ, ਤਾਂ ਕਿਉਂ ਉਹਨਾਂ ਨੂੰ ਜਾਣਾ ਪਿਆ, ਤੇ ਉਹ ਕੀ ਸੀਗਾ ਸਾਰਾ ਕੁਛ, ਮਾਹੌਲ ਕੀ ਬਣਿਆ ਸੀਗਾ, ਜਾਂ ਕਿਹੜੇ ਸਿੰਘਾਂ ਦਾ ਉਹਨਾਂ ਹੁਕਮ ਕੀਤਾ ਸੀਗਾ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋ ਜੀ। ਅਸਲ ਦੇ ਵਿੱਚ ਇਹ ਜਦੋਂ 4 ਤਰੀਕ ਨੂੰ ਵੀ ਚੱਲਦੀ ਰਹੀ ਗੋਲੀਬਾਰੀ, ਤੇ ਸਿੰਘਾਂ ਦੇ ਕੋਲ ਕਾਫੀ ਕਮੀ ਆ ਰਹੀ ਸੀਗੀ ਗੋਲੀ ਸਿੱਕੇ ਦੀ, ਕਿਉਂਕਿ ਗੋਲੀ ਸਿੱਕਾ ਖਤਮ ਹੁੰਦਾ ਜਾ ਰਿਹਾ ਸੀਗਾ। ਤੇ ਫਿਰ ਸਿੰਘਾਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਪਹਿਲਾਂ ਜਿੱਦਾਂ ਸ਼ਸਤਰਾਂ ਦੀ ਇੱਕ ਖੇਪ ਆਈ ਸੀਗੀ ਜਿਹੜੀ ਸੰਤਾਂ ਦੇ ਕੋਲ ਪਈ ਸੀਗੀ, ਤੇ ਅਜੇ ਉਹ ਵੰਡੀ ਨਹੀਂ ਸੀ ਗਈ, ਕਿਉਂਕਿ ਜਦੋਂ ਇਹੋ ਹੀ ਸੀਗਾ ਵੀ ਜਦੋਂ ਚਲੋ ਜੰਗ ਲੱਗੂਗੀ ਉਦੋਂ ਹੀ ਵੰਡੇ ਜਾਣਗੇ ਹਨਾ। ਤੇ ਸਿੰਘਾਂ ਨੇ ਫਿਰ ਇਹ ਸੋਚਿਆ ਵੀ ਚਲੋ ਆਪਾਂ ਸੰਪਰਕ ਤਾਂ ਬਣਦਾ ਹੀ ਆ, ਵੀ ਆਪਾਂ ਉਹਨਾਂ ਦੇ ਕੋਲੋਂ ਹੋਰ ਸ਼ਸਤਰ ਲੈ ਆਈਏ, ਤੇ ਤਾਂ ਕਿ ਇੱਧਰਲੇ ਜਿਹੜੇ ਮੋਰਚੇ ਆ ਇਹ ਵੀ ਮਜ਼ਬੂਤ ਰਹਿਣ। ਤੇ ਉਹਦੇ ਲਈ ਜਿੱਦਾਂ ਸਿੰਘ ਗਏ, ਤੇ ਉਹਨਾਂ ਨੇ ਜਾ ਕੇ ਜਿੱਦਾਂ ਭਾਈ ਅਮਰੀਕ ਸਿੰਘ ਹੋਣਾ ਨਾਲ ਮੁਲਾਕਾਤ ਹੋਈ, ਤੇ ਭਾਈ ਅਮਰੀਕ ਸਿੰਘ ਹੋਣਾ ਨੇ ਜਿੱਦਾਂ ਦੱਸਿਆ ਵੀ ਜਿਹੜੇ ਸ਼ਸਤਰ ਆ ਉਹ ਪਹਿਲਾਂ ਹੀ ਜਿੱਦਾਂ ਜਨਰਲ ਸਾਹਿਬ ਨੇ ਸ਼ਾਇਦ ਵੰਡ ਦਿੱਤੇ ਆ ਬਾਕੀ ਸਾਰੇ ਮੋਰਚਿਆਂ ਦੇ ਵਿੱਚ। ਤੇ ਇਸ ਕਰਕੇ ਫਿਰ ਪਰ ਉਹਨਾਂ ਨੂੰ ਉੱਥੋਂ ਇੱਕ ਗਨ ਮਿਲੀ, ਜਿੱਦਾਂ ਕਹ ਲਓ ਕਿ ਇੱਕ ਮਸ਼ੀਨ ਗਨ ਮਿਲੀ, ਤੇ ਨਾਲ ਕੁਝ ਮੇਰੇ ਖਿਆਲ 2 ਪਟੇ ਹੋਣਗੇ ਗੋਲੀਆਂ, 40-50 ਗੋਲੀਆਂ ਉਹ ਮਿਲੀਆਂ। ਤੇ ਉਹ ਫਿਰ ਲੈ ਕੇ ਵਾਪਸ ਆ ਗਏ। ਚਲੋ ਉਹਨਾਂ ਨੂੰ ਇਹ ਸੀਗਾ ਕਿ ਜੋ ਕੁਛ ਹੈਗਾ ਆ ਇੰਨੇ ਦੇ ਨਾਲ ਹੀ ਆਪਾਂ ਹਾਲ ਦੀ ਘੜੀ, ਮਤਲਬ ਕਿ 4 ਤਰੀਕ ਦੀ ਰਾਤ ਦਾ ਸਮਾਂ ਸੀਗਾ ਵੀ ਇਹ ਆਪਾਂ ਟਪਾਈਏ। ਪਰ ਜਦੋਂ ਤੱਕ ਉਹ ਵਾਪਸ ਆਏ ਉਸ ਵੇਲੇ ਤੱਕ ਜਿਹੜਾ ਜਥੇਦਾਰ ਸੁਖਦੇਵ ਸਿੰਘ ਹੋਣੀ ਤੇ ਮਾਸਟਰ ਬਲਵਿੰਦਰ ਸਿੰਘ ਸੀਗੇ, ਉਹਨਾਂ ਦਾ ਮੋਰਚਾ ਸੀਗਾ, ਜਿਹੜੀ ਛੋਟੀ ਜਿਹੀ ਮਮਟੀ ਬਣੀ ਹੋਈ ਹੈ ਨਾ, ਜਿਹੜੀਆਂ ਪੌੜੀਆਂ ਨੇ ਗੁਰੂ ਨਾਨਕ ਨਿਵਾਸ ਸਰਾਂ ਦੇ ਬਿਲਕੁਲ ਉੱਪਰ ਸਿਰੇ ਤੇ ਇੱਕ ਪਾਣੀ ਵਾਲੀ ਟੈਂਕੀ ਆ, ਉਹਦੇ ਥੱਲੇ ਮੋਰਚਾ ਸੀਗਾ। ਤੇ ਉਹਦੇ 'ਚ ਜਿੱਦਾਂ ਫੌਜ ਦੀਆਂ ਗੋਲੀਆਂ ਲੱਗੀਆਂ, ਜਿਹਦੇ ਜਥੇਦਾਰ ਸੁਖਦੇਵ ਸਿੰਘ ਜ਼ਖਮੀ ਹੋ ਗਏ ਸੀਗੇ। ਤੇ ਉਦੋਂ ਫਿਰ ਮਾਸਟਰ ਬਲਦੇਵ ਸਿੰਘ ਹੁਣੀ ਉਹਨਾਂ ਨੂੰ ਆਪਣੇ ਮਾਸਟਰ ਬਲਵਿੰਦਰ ਸਿੰਘ ਹੁਣੀ ਉਹਨਾਂ ਨੂੰ ਲੈ ਕੇ ਥੱਲੇ ਆਏ,
ਤੇ ਬੇਸ਼ੱਕ ਉਹਨਾਂ ਦੇ ਗੋਡੇ ਤੇ ਸੱਟ ਲੱਗੀ ਸੀ, ਇੱਕ ਸਿੰਘ ਡਾਕਟਰ ਸੀਗਾ ਜਥੇਬੰਦੀ ਦਾ ਹੀ, ਉਹਨੇ ਮਲਮ ਪੱਟੀ ਕਰ ਦਿੱਤੀ ਤੇ ਸਿੰਘ ਜਥੇਦਾਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਮਤਲਬ ਕਿ ਆਰਾਮ ਕਰ ਲਓ, ਹਨਾ। ਤੇ ਪਰ ਉਹ ਜਿੱਦਾਂ ਉਸੇ ਵੇਲੇ ਸਿੰਘ ਇੱਧਰੋਂ ਸ਼ਸਤਰ ਲੈ ਕੇ ਆਏ ਤੇ ਫਿਰ ਜਥੇਦਾਰ ਉਹਨਾਂ ਨੂੰ ਇਹ ਸੀਗਾ, ਕਹਿੰਦੇ ਵੀ ਨਹੀਂ ਇਹ ਆਪਾਂ ਕਹਿੰਦਾ ਵੀ ਆਰਾਮ ਤਾਂ ਹੁਣ ਕੀ ਕਰਨਾ ਆ, ਹੁਣ ਤਾਂ ਮਤਲਬ ਭਾਜੀ ਮੋੜਨੀ ਆ। ਫਿਰ ਉਹਨਾਂ ਨੇ ਉਹ ਜਿਹੜੀ ਗਨ ਆਈ ਸੀਗੀ ਉਹ ਲਿਜਾ ਕੇ ਉਹਨਾਂ ਨੇ ਆਪਣੇ ਮੋਰਚੇ 'ਚ ਪੀੜੀ ਤੇ ਉਹਦੇ ਵਿੱਚ ਫਿਰ ਮਤਲਬ ਕਿ ਬੜੀ ਜਿੱਦਾਂ ਜ਼ਬਰਦਸਤ ਉਹਨਾਂ ਨੇ ਫਾਇਰਿੰਗ ਕੀਤੀ ਤੇ ਜਿੰਨਾ ਉਹ ਮੋਰਚਾ ਸੀਗਾ ਨਾ ਉਹ ਕਰੀਬ ਮਤਲਬ ਕਿ ਉਹਦੇ 'ਚ ਬਾਅਦ ਜਿਹੜਾ ਵਾਇਰਲੈਸ ਸੈੱਟ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਆ, ਉਹ ਵਾਇਰਲੈਸ ਸੈੱਟ ਦੇ ਉੱਤੇ ਵੀ ਫੌਜ ਵਾਲਿਆਂ ਦੀਆਂ ਚੀਕਾਂ ਸੁਣਦੀਆਂ ਸੀਗੀਆਂ ਜਦੋਂ ਮਤਲਬ ਕਿ ਜਥੇਦਾਰ ਹੋਣਾ ਨੇ ਫਾਇਰਿੰਗ ਕੀਤੀ ਤੇ ਸਾਰੇ ਦਾ ਸਾਰਾ ਮੋਰਚਾ ਉਹ ਉਹਨਾਂ ਦਾ ਖਾਲੀ ਕਰ ਦਿੱਤਾ ਸੀਗਾ। ਔਰ ਹੋਰ ਜਿਹੜੇ ਮਤਲਬ ਕਿ ਜ਼ਖਮੀ ਹੋਏ ਸੀਗੇ ਉਹ ਆਪਣੇ ਹੋਰ ਮਦਦ ਦੀ ਜਦੋਂ ਗੁਹਾਰ ਲਾਉਂਦੇ ਸੀ ਆਪਣੇ ਅਫਸਰਾਂ ਨੂੰ, ਉਹ ਸਾਫ਼ ਵਾਇਰਲੈਸ ਸਿਸਟਮ ਦੇ ਉੱਤੇ ਸੁਣੇ ਜਾ ਸਕਦੇ ਸੀਗੇ। ਇਸ ਕਿਸਮ ਦੇ ਨਾਲ 4 ਤਰੀਕ ਦੀ ਵੀ ਰਾਤ ਜਿਹੜੀ ਆ ਉਹਦੇ ਮਤਲਬ ਕਿ ਗੋਲੀਬਾਰੀ ਇਸ ਕਿਸਮ ਨਾਲ ਜਿੰਨੀ ਕੁ ਸੀ ਸਿੰਘਾਂ ਕੋਲ ਇੱਦਾਂ ਮਤਲਬ ਕਿ ਹਮਲੇ ਦਾ ਜਵਾਬ ਦਿੰਦੇ ਰਹੇ। ਫਿਰ ਅੱਗੋਂ ਜਿਹੜੀ 5 ਤਰੀਕ ਜਦੋਂ ਚੜ੍ਹਦੀ ਆ ਉਦੋਂ ਵੀ ਕਾਫੀ ਘਟਨਾਵਾਂ, ਕੁਝ ਸਿੰਘ ਵਿੱਚੋਂ ਕੁਝ ਜਿੱਦਾਂ ਪਰਿਵਾਰ ਜਿੱਦਾਂ ਭਾਈ ਸੁਖਦੇਵ ਸਿੰਘ ਫੱਤੂ ਢਿੰਗੇ ਉਹਨਾਂ ਦੀ ਸੱਸ ਮਾਤਾ ਸੀ ਉਹ ਜਿੱਦਾਂ ਜ਼ਖਮੀ ਹੋ ਗਏ, ਹਨਾ। ਤੇ ਫਿਰ ਸਿੰਘਾਂ ਨੂੰ ਇਸ ਗੱਲ ਦਾ ਵੀ ਮਹਿਸੂਸ ਹੋਇਆ ਕਿ ਹੁਣ ਆਪਾਂ ਮਲਮ ਪੱਟੀ ਦੇ ਲਈ ਵੀ ਦਵਾਈਆਂ ਦੀ ਵੀ ਕਮੀ ਆ ਰਹੀ ਸੀ। ਸਿੰਘ ਤਾਂ ਇੱਕ ਡਾਕਟਰ ਹੈ ਸੀ ਪਰ ਦਵਾਈਆਂ ਹੈ ਨਹੀਂ ਸੀਗੀਆਂ। ਤੇ ਉਸ ਵੇਲੇ ਜਿੱਦਾਂ ਆਪਣੇ ਭਾਜੀ ਹਰਵਿੰਦਰ ਸਿੰਘ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਉਹ ਮੈਂ ਘਟਨਾ ਦੱਸਣੀ ਚਾਹੁੰਦਾ ਕਿ ਉਸ ਵੇਲੇ ਵੀ ਜਿਹੜੇ ਸਿੰਘ ਸੀਗੇ ਨਾ ਉਹਨਾਂ ਦੇ ਮਨਾਂ ਦੇ ਵਿੱਚ ਇਹ ਸੀਗਾ ਕਿ ਆਪਾਂ ਕਿਸੇ ਵੱਧ ਤੋਂ ਵੱਧ ਜਿੱਦਾਂ ਮਤਲਬ ਕੋਸ਼ਿਸ਼ ਕਰਨੀ ਹੈ ਕਿ ਪਰਿਵਾਰਾਂ ਨੂੰ ਜਿੰਨਾ ਬਚਾਇਆ ਜਾ ਸਕੇ। ਤੇ ਆਪਣੇ ਇੱਕ ਸਿੰਘ ਸੀਗੇ ਭਾਈ ਸਵਰਨ ਸਿੰਘ, ਮਤਲਬ ਕਾਫੀ ਨੌਜਵਾਨ ਹੀ ਸੀਗੇ ਉਹ ਉਸ ਵੇਲੇ ਵੀ, ਮੇਰੇ ਖਿਆਲ ਉਹਨਾਂ ਦੀ 17-18 ਸਾਲ ਉਮਰ ਹੋਣੀ ਹੈ। ਉਹਨਾਂ ਦੀ ਡਿਊਟੀ ਲਾਈਕ ਭਾਈ ਕਾਹਨ ਸਿੰਘ ਹੋਣੀ, ਭਾਈ ਮਨਮੋਹਨ ਸਿੰਘ ਜਿਹੜੇ ਨੇ ਉਹ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਹੋਣ ਕਰਕੇ ਤੇ ਉਹਨਾਂ ਨੂੰ ਆਸੇ-ਪਾਸੇ ਦੁਕਾਨਾਂ ਦਾ ਕਾਫੀ ਪਤਾ ਸੀਗਾ ਤੇ ਉਹਨਾਂ ਨੇ ਇਹਨਾਂ ਨੂੰ ਆਖਿਆ ਵੀ ਤੁਸੀਂ ਬਾਹਰੋਂ ਜਾ ਕੇ ਇੱਕ ਕੈਮਿਸਟ ਦੀ ਦੁਕਾਨ ਹੈ ਉੱਥੋਂ ਦਵਾਈਆਂ ਲੈ ਆਓ ਤੇ ਜਦੋਂ ਕੱਲ ਨੂੰ ਮਾਹੌਲ ਠੀਕ ਹੋਊਗਾ ਆਪਾਂ ਉਹਨੂੰ ਮਤਲਬ ਕਿ ਮਾਇਆ ਦੇ ਆਵਾਂਗੇ, ਦੁਕਾਨ ਤਾਂ ਬੰਦ ਹੋਣੀ ਆ ਵੀ ਤੁਸੀਂ ਖੋਲ ਕੇ ਤੇ ਲੈ ਆਓ। ਤੇ ਭਾਈ ਸਵਰਨ ਸਿੰਘ ਹੋਣੀ ਭਾਈ ਰਣਜੀਤ ਸਿੰਘ ਧਰਸਿੱਕੇ ਨੂੰ ਨਾਲ ਲੈ ਗਏ ਤੇ ਉਹ ਜਦੋਂ ਵਾਪਸ ਆਏ ਉਸ ਵੇਲੇ ਭਾਵੇਂ ਉਹ ਜੰਗ ਦਾ ਮਾਹੌਲ ਸੀਗਾ ਪਰ ਉਹ ਜਿਸ ਕਿਸਮ ਨਾਲ ਉਹ ਵਾਪਸ ਆਏ ਤੇ ਜੋ ਉਹਨਾਂ ਨੇ ਗੱਲਾਂ ਦੱਸੀਆਂ ਤੇ ਮਤਲਬ ਕਾਫੀ ਜਿੱਦਾਂ ਕਹਿ ਲਓ ਵੀ ਹਾਸੇ ਵਾਲਾ ਮਾਹੌਲ ਬਣ ਗਿਆ ਇੱਕਦਮ। ਸਿੰਘਾਂ ਨੇ ਉਹਨਾਂ ਨੇ ਇੱਕ ਨੇ ਤਾਂ ਸਿਰ ਦੇ ਉੱਤੇ ਪੰਡ ਚੁੱਕੀ ਹੋਈ ਜਿੱਦਾਂ ਪੱਠੇ ਚੁੱਕੀ ਦੇ ਹੁੰਦੇ ਆਪਾਂ, ਹਾਲਾਂਕਿ ਉਹਦੇ ਵਿੱਚ ਦਵਾਈਆਂ ਬੰਨੀਆਂ ਹੋਈਆਂ ਸੀਗੀਆਂ ਪੰਡ ਦੇ ਵਿੱਚ। ਤੇ ਪਿੱਛੇ ਭਾਈ ਰਣਜੀਤ ਸਿੰਘ ਧਰਸਿੱਕਾ ਸੀ ਜਿਹਨੇ ਸਿਰ ਦੇ ਉੱਤੇ ਫਰਿੱਜ ਚੁੱਕਿਆ ਸੀਗਾ। ਤੇ ਫਿਰ ਉਹਨੇ ਦੱਸਿਆ ਕਹਿੰਦੇ ਵੀ ਅਸੀਂ ਜਾ ਕੇ ਜਦੋਂ ਦੁਕਾਨ ਦੇ ਵਿੱਚ ਵੜੇ ਤੇ ਅਸੀਂ ਆਖਿਆ ਵੀ ਹੁਣ ਸਾਨੂੰ ਪੜ੍ਹੇ ਲਿਖੇ ਤਾਂ ਅਸੀਂ ਦੋਵੇਂ ਹੈ ਨਹੀਂਗੇ ਵੀ ਸਮਝ ਨਾ ਆਵੇ ਦਵਾਈ ਕਿਹੜੀ ਲਈਏ ਤੇ ਕਿਹੜੀ ਛੱਡੀਏ। ਫਿਰ ਉਹਨਾਂ ਨੇ ਵਿਚਕਾਰ ਚਾਦਰ ਵਿਛਾ ਕੇ ਸਾਰੀਆਂ ਦਵਾਈਆਂ ਵਿੱਚ ਰੱਖ ਕੇ ਤੇ ਉਹਦੀ ਪੰਡ ਬੰਨ੍ਹ ਲਈ। ਤੇ ਜਿਹੜੇ ਭਾਈ ਰਣਜੀਤ ਸਿੰਘ ਧਰਸਿੱਕਾ ਉਹ ਕਹਿੰਦੇ ਵੀ ਮੈਂ ਇਹਨੂੰ ਪੁੱਛਿਆ ਵੀ ਆਹ ਫਰਿੱਜ ਕਾਹਦੇ ਲਈ ਪਿਆ ਵਾ, ਇਹ 'ਚ ਕੀ ਰੱਖਦੇ? ਉਹ ਕਹਿੰਦੇ ਵੀ ਇਹਦੇ 'ਚ ਵੀ ਦਵਾਈਆਂ ਹੀ ਹੁੰਦੀਆਂ। ਉਹ ਕਹਿੰਦੇ ਅਸਲੀ ਦਵਾਈਆਂ ਤੇ ਫਿਰ ਇਹਦੇ 'ਚ ਹੋਣੀਆਂ। ਕਹਿੰਦੇ ਵੀ ਮੈਂ ਫਰਿੱਜ ਸਿਰ ਤੇ ਚੁੱਕਿਆ ਤੇ ਉਹਨਾਂ ਨੇ ਪੰਡ ਚੁੱਕੀ ਜਿੱਦਾਂ ਪੱਠੇ ਚੁੱਕੇ ਹੁੰਦੇ ਲਿਆ ਕੇ ਸਾਰਾ ਅੰਦਰ ਉਹਨਾਂ ਨੇ ਵਿਛਾ ਦਿੱਤੀਆਂ। ਪਰ ਉਹ ਜਿਹੜਾ ਡਾਕਟਰ ਸਿੰਘ ਸੀਗਾ ਫਿਰ ਉਹ ਕਹਿੰਦਾ ਵੀ ਹੁਣ ਮੈਨੂੰ ਵਿੱਚੋਂ ਪਛਾਣ ਨਹੀਂ ਆਉਣੀ। ਫਿਰ ਸਾਰੇ ਪਰਿਵਾਰਾਂ ਨੇ ਬੱਚਿਆਂ ਨੇ ਰਲ ਕੇ ਉਹ ਸਾਰੀਆਂ ਦਵਾਈਆਂ ਅੱਡ-ਅੱਡ ਕੀਤੀਆਂ। ਪਰ ਉਹ ਬੜਾ ਇੱਕਦਮ ਮਤਲਬ ਉਸ ਤਲਖੀ ਦੇ ਮਾਹੌਲ ਦੇ ਵਿੱਚ ਵੀ ਬੜਾ ਇੱਕਦਮ ਹਾਸਾ ਠੱਠਾ ਹੋਇਆ ਉੱਥੇ ਜਿਸ ਕਿਸਮ ਨਾਲ ਉਹਨਾਂ ਨੇ ਸਿੰਘਾਂ ਨੇ ਉਹ ਮਤਲਬ ਕਿ ਦਵਾਈਆਂ ਲਿਆਂਦੀਆਂ ਅੰਦਰ। ਤੇ ਪਰ ਡਰ ਸ਼ਿਕਨ ਭੌ ਕਿਸੇ ਦੇ ਚਿਹਰੇ ਤੇ ਹੈ ਨਹੀਂ ਸੀਗਾ ਉਸ ਵੇਲੇ ਵੀ ਨਾ। ਤੇ ਉਹ ਫਿਰ ਇਲਾਜ ਸ਼ੁਰੂ ਹੋਇਆ, ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ ਇਲਾਜ ਹੁੰਦਾ ਗਿਆ। ਤੇ ਪਰ ਇਹ ਸਾਰਾ ਕੁਝ ਚੱਲਦੇ ਜਿੱਦਾਂ ਫਿਰ ਇੱਕ ਸਮਾਂ ਆਇਆ 5 ਤਰੀਕ ਤੱਕ ਸ਼ਾਮ ਤੱਕ ਜਿਹੜੇ ਸ਼ਸਤਰ ਸੀਗੇ, ਹਥਿਆਰ ਸੀਗੇ, ਉਹ ਮਤਲਬ ਕਿ ਗੋਲੀ ਸਿੱਕਾ ਬਿਲਕੁਲ ਸਿੰਘਾਂ ਦੇ ਕੋਲ ਖਤਮ ਹੋ ਗਿਆ। ਤੇ ਉਦੋਂ ਫਿਰ ਸਿੰਘਾਂ ਨੇ ਜਿੱਦਾਂ ਮਤਲਬ ਕਿ ਵਿਚਾਰ ਕੀਤੀ, 5 ਸਿੰਘਾਂ ਨੇ ਰਲ ਕੇ ਜਿੱਦਾਂ ਜਥੇਦਾਰ ਸੁਖਦੇਵ ਸਿੰਘ ਹੋਣਾ ਨੂੰ ਮਤਲਬ ਕਿ ਸੱਦ ਕੇ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਇਸ ਜੰਗ ਦੇ ਵਿੱਚੋਂ ਮਤਲਬ ਹੁਣ ਤੁਸੀਂ ਬਾਹਰ ਚਲੇ ਜਾਓ ਕਿਉਂਕਿ ਹੁਣ ਮੁਕਾਬਲਾ ਨਹੀਂ ਰਿਹਾ। ਕਿਉਂਕਿ ਸ਼ਾਮ ਦੇ ਟਾਈਮ ਇਹ ਵੀ ਪਤਾ ਲੱਗ ਗਿਆ ਸੀ ਕਿ ਟੈਂਕ ਅੰਦਰ ਆਉਣੇ ਸ਼ੁਰੂ ਹੋ ਗਏ ਨੇ। ਹੁਣ ਤੁਹਾਡੇ ਕੋਲ ਮਤਲਬ ਕਿ ਸਿਰਫ ਗੰਨਾਂ ਨੇ ਔਰ ਉਹਨਾਂ ਦਾ ਵੀ ਗੋਲੀ ਸਿੱਕਾ ਖਤਮ ਹੋਇਆ, ਦੂਜੇ ਪਾਸੇ ਟੈਂਕ ਨੇ ਤੇ ਟੈਂਕਾਂ ਦਾ ਤਾਂ ਵੈਸੇ ਹੀ ਮੁਕਾਬਲਾ ਕੋਈ ਹੈ ਨਹੀਂ ਸੀਗਾ ਅੰਦਰ ਹਥਿਆਰ ਕਰਨ ਲਈ, ਹਨਾ। ਤੇ ਉਹ ਇਹੋ ਜਿਹੇ ਸਮੇਂ ਦੇ ਵਿੱਚ ਸਿੰਘਾਂ ਨੇ ਫਿਰ ਇਹ ਵਿਚਾਰਿਆ ਸੀਗਾ ਤੇ ਸੰਤਾਂ ਵੱਲੋਂ ਵੀ ਇਹੀ ਸੁਨੇਹਾ ਆਇਆ ਸੀਗਾ ਵੀ ਹੁਣ ਜਿਹੜੇ ਸਿੰਘ ਨਿਕਲ ਸਕਦੇ ਨੇ ਉਹ ਨਿਕਲ ਜਾਣ ਤਾਂ ਕਿ ਇਸ ਜੰਗ ਨੂੰ ਅੱਗੇ ਜਾਰੀ ਰੱਖਿਆ ਜਾ ਸਕੇ। ਤੇ ਉਦੋਂ ਫਿਰ ਸਿੰਘਾਂ ਨੇ ਜਥੇਦਾਰ ਸੁਖਦੇਵ ਸਿੰਘ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਬਾਹਰ ਚਲੇ ਜਾਓਗੇ ਤੇ ਤੁਹਾਡੀ ਸ਼ਖਸੀਅਤ ਐਸੀ ਆ ਕਿ ਤੁਹਾਡੇ ਨਾਲ ਬੜੇ ਨੌਜਵਾਨ ਦੁਬਾਰਾ ਫਿਰ ਜੁੜ ਜਾਣਗੇ ਤੇ ਤੁਸੀਂ ਜਥੇਬੰਦੀ ਨੂੰ ਫਿਰ ਨਵੇਂ ਸਿਰਿਓਂ ਮੁੜ ਖੜਾ ਕਰ ਸਕਦੇ ਆ। ਤੇ ਕਿਉਂਕਿ ਉਹਨਾਂ ਦਾ ਮਤਲਬ ਜਿਹੜੀ ਬੜੀ ਮਿਲਣਸਾਰ ਸ਼ਖਸੀਅਤ ਸੀਗੀ
ਜਥੇਦਾਰ ਸੁਖਦੇਵ ਸਿੰਘ ਹੁਣਾਂ ਦੀ, ਤੇ ਜਿਹੜਾ ਵੀ ਬੰਦਾ ਉਹਨਾਂ ਦੇ ਨਾਲ ਇੱਕ ਵਾਰੀ ਮਤਲਬ ਕਿ 5-10 ਮਿੰਟ ਬੈਠ ਜਾਂਦਾ ਸੀਗਾ ਤੇ ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿੰਦਾ, ਹਨਾ। ਤੇ ਪਰ ਉਸ ਸਾਰੇ ਮਾਹੌਲ ਦਾ ਦੇਖ ਕੇ ਫਿਰ ਜਥੇਦਾਰ ਸੁਖਦੇਵ ਸਿੰਘ ਹੁਣਾਂ ਨੇ ਆਖਿਆ, ਕਹਿੰਦੇ ਵੀ ਚਲੋ ਪਹਿਲੀ ਤਾਂ ਗੱਲ ਵੀ ਮੈਂ ਹੁਣ 5 ਸਿੰਘਾਂ ਦਾ ਤਾਂ ਕਹਿਣੀ ਨਹੀਂ ਮੋੜ ਸਕਦਾ, ਪਰ ਦੂਜੇ ਪਾਸੇ ਕਹਿੰਦੇ ਵੀ ਹਾਲਾਤ ਜਿਹੜੇ ਬਣੇ ਹੋਏ ਨੇ ਵੀ ਇਹਦੇ ਵਿੱਚ ਇੰਨਾ ਸਮਾਂ ਨਹੀਂਗਾ ਕਿ ਜੋ ਹੁਣ ਜੇ ਸਰਕਾਰ ਨੇ ਭਾਜੀ ਪਾਈ ਆ ਵੀ ਆਪਾਂ ਬਾਹਰ ਜਾ ਕੇ ਨਵੇਂ ਸਿਰਿਓਂ ਜਥੇਬੰਦੀ ਮੈਂ ਖੜੀ ਕਰਾਂ, ਉਹਦੇ ਤੇ ਸਮਾਂ ਬਹੁਤ ਲੱਗ ਜਾਊਗਾ। ਪਰ ਆਪਾਂ ਨੂੰ ਹੁਣ ਸਮਾਂ ਇਸ ਵੇਲੇ ਤਾਂ ਸਿਰਫ ਇਹੀ ਆ ਵੀ ਸ਼ਸਤਰ ਕੋਲ ਕੋਈ ਨਹੀਂ ਗੇ, ਹੁਣ ਤਾਂ ਸਿਰਫ ਉਧਰੋਂ ਮਤਲਬ ਕਿ ਉਹਨਾਂ ਨੇ ਧਮਾਕੇ ਕਰਨੇ ਨੇ ਤੇ ਆਪਾਂ ਮਾਰੇ ਜਾਣਾ ਆ। ਪਰ ਇਸ ਤੋਂ ਬਿਹਤਰ ਕਹਿੰਦੇ ਵੀ ਇਹੀ ਆ ਵੀ ਜੇ ਤੁਸੀਂ ਸਾਰੇ ਸਿੰਘ ਮੇਰੇ ਨਾਲ ਚੱਲੋ, ਤੇ ਪਰ ਇੱਥੇ ਅੱਜ ਇਹ ਚੀਜ਼ ਸੋਚ ਕੇ ਤੁਰੋ ਸਾਰੇ ਜਾਣੇ ਕਿ ਆਪਾਂ ਅੱਜ ਇੱਥੇ ਮਰ ਗਏ ਆ, ਆਪਾਂ ਜਿੰਨੇ ਵੀ ਸਿੰਘ ਆ ਇੱਥੇ ਸ਼ਹੀਦ ਹੋ ਗਏ ਆ, ਤੇ ਇਸ ਤੋਂ ਬਿਨਾਂ ਜੇ ਬਾਹਰ ਜਾ ਕੇ ਕੋਈ ਇੱਕ ਵੀ ਸਾਹ ਲਵਾਂਗੇ ਅਸੀਂ, ਉਹ ਸਾਡਾ ਕੌਮ ਦੇ ਲੇਖੇ ਹੋਊਗਾ, ਤੇ ਕੋਈ ਵੀ ਸਿੰਘ ਆ ਜਿਹੜਾ ਉਹ ਘਰਾਂ 'ਚ ਜਾ ਕੇ ਨਹੀਂ ਬੈਠੂਗਾ। ਤੇ ਆਪਾਂ ਸਾਰੇ ਜੂਝ ਕੇ ਸ਼ਹੀਦੀ ਪਾਉਣੀ ਆ, ਤੇ ਜੋ ਇਹ ਭਾਜੀ ਸਰਕਾਰ ਨੇ ਪਾਈ ਆ ਇਹ ਮੋੜਨੀ। ਫਿਰ ਇਸ ਗੱਲ ਤੇ ਸਾਰੇ ਸਿੰਘਾਂ ਨੇ ਫਿਰ ਵਿਚਾਰ ਕਰਕੇ ਫਿਰ ਜਥੇਦਾਰ ਸੁਖਦੇਵ ਸਿੰਘ ਹੁਣਾਂ ਨੇ ਵੀ ਨਾਲ ਦੇ ਸਾਰੇ ਸਿੰਘਾਂ ਨੂੰ ਇਸ ਗੱਲ ਤੇ ਰਾਜੀ ਕੀਤਾ, ਤੇ ਫਿਰ ਭਾਈ ਅਨੋਖ ਸਿੰਘ ਹੁਣੀ ਆ ਉਹਨਾਂ ਨੇ ਅਰਦਾਸਾ ਕੀਤਾ, ਅਰਦਾਸ ਕਰਕੇ ਫਿਰ ਸਾਰੇ ਸਿੰਘਾਂ ਨੇ ਪ੍ਰਣ ਕੀਤਾ ਕਿ ਹੁਣ ਆਪਾਂ ਬਾਹਰ ਜਾ ਕੇ ਕਿਸੇ ਨੇ ਵੀ ਆਪਣੇ ਘਰਾਂ 'ਚ ਨਹੀਂ ਬੈਠਣਾ, ਤੇ ਆਪਾਂ ਜੂਝ ਕੇ ਸ਼ਹੀਦੀਆਂ ਪਾਉਣੀਆਂ ਨੇ। ਤੇ ਇਸ ਕਰਕੇ ਫਿਰ ਉਦੋਂ ਸਾਰੇ ਸਿੰਘਾਂ ਨੇ ਸ਼ਸਤਰ ਮਤਲਬ ਹਥਿਆਰਾਂ ਦੀ ਕਮੀ ਹੋਣ ਕਰਕੇ ਫਿਰ ਉੱਥੋਂ ਸਿੰਘਾਂ ਨੇ ਬਾਹਰ ਨਿਕਲਣ ਦਾ ਵਿਚਾਰ ਬਣਾਇਆ। ਬਿਲਕੁਲ ਭਾਜੀ, ਬਾਅਦ 'ਚ ਪਾਈਆਂ ਵੀ ਸ਼ਹੀਦੀਆਂ ਉੱਦਾਂ ਹੀ ਜੂਝ ਕੇ ਹੀ ਤਕਰੀਬਨ ਸਾਰੇ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਨੇ। ਤਾਂ ਇਹ ਜਿਹੜਾ ਭਾਜੀ ਜਦੋਂ ਛੱਡ ਕੇ ਜਾਣ ਦਾ ਸੀਗਾ ਮੋਰਚਾ ਦਾ, ਤਾਂ ਇਹਦੇ ਵਿੱਚ ਸੰਤਾਂ ਤੱਕ ਗੱਲ ਕਿੱਦਾਂ ਪਹੁੰਚਾਈ ਗਈ ਸੀਗੀ, ਸੰਤ ਬਾਬਾ ਜਰਨੈਲ ਸਿੰਘ ਉਹਨਾਂ ਤੱਕ, ਤਾਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਹਿੰਦੇ ਕੀਤੀ ਸੀਗੀ ਜਾਂ ਕਿੱਦਾਂ ਦੀ ਰਹੀ ਸੀ ਕਮਿਊਨੀਕੇਸ਼ਨ? ਅਸਲ 'ਚ ਪਹੁੰਚਾਈ ਨਹੀਂ ਸੀ ਗਈ, ਸੰਤਾਂ ਵੱਲੋਂ ਸੁਨੇਹਾ ਆਇਆ ਸੀਗਾ। ਇੱਕ ਬੀਬੀ ਸੀਗੀ, ਬਜ਼ੁਰਗ ਬੀਬੀ, ਮੇਰੇ ਖਿਆਲ ਸ਼ਾਇਦ ਖੇਮ ਕਰਨ ਦੀ ਸੀਗੀ, ਉਹਨਾਂ ਨੇ ਆ ਕੇ ਸੁਨੇਹਾ ਦਿੱਤਾ ਸੀਗਾ ਸੰਤਾਂ ਦਾ, ਕਿ ਸੰਤਾਂ ਨੇ ਆਖਿਆ ਵੀ ਹੁਣ ਜਿਹੜੇ ਜੰਗ ਆ ਵੀ ਇਹਦਾ ਸੰਤੁਲਨ ਬਰਾਬਰ ਨਹੀਂ ਰਹਿ ਗਿਆ, ਕਿਉਂਕਿ ਉਧਰੋਂ ਹੁਣ ਟੈਂਕਾਂ ਦੇ ਨਾਲ ਹਮਲਾ ਸ਼ੁਰੂ ਹੋ ਗਿਆ। ਤੇ ਕਹਿੰਦੇ ਵੀ ਅਸੀਂ ਤਾਂ ਮਤਲਬ ਕਿ ਇਹੀ ਅਰਦਾਸ ਕੀਤੀ ਹੋਈ ਆ ਕਿ ਅਸੀਂ ਮਤਲਬ ਹੁਣ ਇੱਥੇ ਜੂਝ ਕੇ ਸ਼ਹੀਦੀ ਪਾਉਣੀ ਆ, ਕਿਉਂਕਿ ਜਿਹੜੇ ਬੱਬਰ ਖਾਲਸਾ ਦੇ ਸਿੰਘ ਸੀਗੇ ਉਹ ਸ਼ੁਰੂ ਤੋਂ ਹੀ 1980-81 ਤੋਂ ਹੀ ਸਰਾਵਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀਗੇ, ਵੀ ਉਹ ਮਤਲਬ ਕਿ ਪੱਕੇ ਨਹੀਂ ਸੀ। ਨਾਲੇ ਉਹਨਾਂ ਦਾ ਰਿਹਾਇਸ਼ ਜਿਹੜੀ ਗੁਰੂ ਨਾਨਕ ਨਿਵਾਸ ਸਰਾਂ ਤੇ ਜਾਂ ਆਪਣੇ ਅਕਾਲ ਰੈਸਟ ਹਾਊਸ ਆ ਇੱਥੇ ਸੀਗੀ, ਇਹਨਾਂ ਦੋਵਾਂ ਥਾਵਾਂ ਤੇ ਰਹੀ ਆ ਹਮੇਸ਼ਾ ਹੀ। ਇਹ ਕਿਉਂਕਿ ਗੁਰੀਲਾ ਜੰਗ ਲੜਦੇ ਹੋਣ ਕਰਕੇ ਇਹ ਅੱਗੇ ਵੀ ਆਉਂਦੇ ਜਾਂਦੇ ਰਹੇ ਸੀ। 1983 ਦੇ ਵਿੱਚ ਵੀ ਘੱਟੋ ਘੱਟ 4 ਮਹੀਨੇ ਦੇ ਲਈ ਇਹ ਸਿੰਘ ਅੰਦਰੋਂ ਚਲੇ ਗਏ ਸੀਗੇ ਉਸ ਵੇਲੇ ਵੀ। ਤੇ ਇਸ ਕਰਕੇ ਇਹ ਸਿੰਘ ਗੁਰੀਲਾ ਜੰਗ ਦੇ ਮਾਹਰ ਸੀ, ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਬਾਹਰ ਜਾ ਕੇ ਵੀ, ਕਿਉਂਕਿ ਹੁਣ ਅੱਗੇ ਇਸ ਤੋਂ ਅੱਗੇ ਜਿਹੜੀ ਜੰਗ ਸ਼ੁਰੂ ਹੋਣੀ ਸੀ ਉਹ ਸਾਰਿਆਂ ਨੂੰ ਦਿਸਦਾ ਸੀ ਕਿ ਇਹ ਗੁਰੀਲਾ ਜੰਗ ਹੀ ਚੱਲੂਗੀ ਇਸ ਤੋਂ ਅੱਗੇ ਵੀ। ਤੇ ਕਿਉਂਕਿ ਬੱਬਰ ਖਾਲਸਾ ਦੇ ਸਿੰਘ ਤਾਂ ਪਹਿਲਾਂ ਹੀ ਸ਼ੁਰੂਆਤ ਹੀ ਉਹਨਾਂ ਦੀ ਗੁਰੀਲਾ ਜੰਗ ਤੋਂ ਹੋਈ ਹੈ, ਔਰ ਇਸ ਕਰਕੇ ਮਤਲਬ ਕਿ ਸ਼ਾਇਦ ਇਸ ਚੀਜ਼ ਨੂੰ ਭਲਾ ਸਮਝ ਕੇ ਤੇ ਸੰਤਾਂ ਨੇ ਸੁਨੇਹਾ ਭੇਜਿਆ ਸੀਗਾ ਕਿ ਤੁਸੀਂ ਬਾਹਰ ਚਲੇ ਜਾਓ ਤੇ ਇਸ ਜੰਗ ਨੂੰ ਜਾਰੀ ਰੱਖੋ। ਠੀਕ ਹੈ, ਹਾਂਜੀ ਹਰਵਿੰਦਰ ਭਾਜੀ। ਸਿੰਘ ਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ। ਮੈਂ ਜਿੱਦਾਂ ਜੇ 84 ਦਾ ਜਿਹੜਾ ਹਮਲਾ ਆਇਆ ਉਸ ਤੋਂ ਬਾਅਦ ਇੱਕ ਢਾਡੀ ਵਾਰਾਂ ਬੜੀਆਂ ਪਾਪੂਲਰ ਹੋਈਆਂ ਸੀ ਕਿ ਬੱਬਰ ਸਿੰਘਾਂ ਬਾਬਾ ਟਲ ਤੋਂ ਰਾਕਟ ਛੱਡ ਦਿੱਤਾ। ਜੇ ਤੁਹਾਨੂੰ ਯਾਦ ਹੋਊਗਾ, ਇੱਕ ਉਹ ਮੇਰਾ ਖਿਆਲ ਨਾਭੇ ਵਾਲੀ ਬੀਬੀਆਂ ਦਾ ਢਾਡੀ ਜਥਾ ਸੀ, ਉਹਦੀ ਕੀ ਸੱਚਾਈ ਸੀ? ਕਿ ਮਤਲਬ ਜਿਹੜਾ ਇਹ ਗੱਲ ਹੋਰ ਵੀ ਕਈ ਜਗ੍ਹਾ ਵੀ ਹੋਈ ਆ ਕਿ ਬੱਬਰਾਂ ਕੋਲ ਰਾਕਟ ਲਾਂਚਰ ਸੀ, ਤੇ ਕਈ ਕਿਤਾਬਾਂ 'ਚ ਵੀ ਮੈਂਸ਼ਨ ਹੋਈ ਹੈ ਗੱਲ, ਇਹਦੀ ਸੱਚਾਈ ਕੀ ਸੀ? ਹਾਂਜੀ, ਅਸਲ ਜੋ ਭਾਈ ਆਪਣੇ ਬਲਵੰਤ ਸਿੰਘ ਪ੍ਰੇਮੀ ਆ, ਉਹਨਾਂ ਨੇ ਇਹ ਗੀਤ ਲਿਖਿਆ ਸੀਗਾ, ਬੱਬਰ ਸਿੰਘਾਂ ਬਾਬੇ ਟਲ ਤੋਂ ਰਾਕਟ ਛੱਡ ਦਿੱਤਾ, ਸੈਂਕੜਿਆਂ ਦਾ ਫੌਜੀ ਦਸਤਾ ਪਲ ਵਿੱਚ ਭੰਨ ਦਿੱਤਾ। ਤੇ ਉਹ ਅਸਲ ਦੇ ਵਿੱਚ ਜਿੱਦਾਂ ਨਾ ਕਿਉਂਕਿ ਕਾਫੀ ਉੱਚੀ ਥਾਂ ਤੇ ਹੋਣ ਕਰਕੇ ਮੋਰਚਾ ਜਿਹੜਾ ਜਿੱਦਾਂ ਜਿਹੜੇ ਪਹਿਲੇ ਸ਼ਹੀਦ ਨੇ ਇਸ ਘੱਲੂਘਾਰੇ ਦੇ ਭਾਈ ਮਹਿੰਗਾ ਸਿੰਘ ਬੱਬਰ, ਉਹ 1 ਜੂਨ ਨੂੰ ਸ਼ਹੀਦ ਹੋ ਚੁੱਕੇ ਸੀਗੇ, ਤੇ ਉਹਨਾਂ ਤੋਂ ਬਾਅਦ 'ਚ ਫਿਰ ਜਿੱਦਾਂ ਭਾਈ ਮਨਮੋਹਨ ਸਿੰਘ ਹੁਣੀ ਤੇ ਹੋਰ 1-2 ਸਿੰਘ ਸੀਗੇ, ਉਹਨਾਂ ਦੀਆਂ ਸੇਵਾਵਾਂ ਲੱਗੀਆਂ ਸੀਗੀਆਂ ਬਾਬਾ ਟਲ ਸਾਹਿਬ ਵਾਲੇ ਮੋਰਚੇ ਦੇ ਵਿੱਚ। ਤੇ ਉਹਦੇ ਇੱਕ ਨਾ ਮਤਲਬ ਕਿ ਜਿੱਦਾਂ ਲਾਂਚਰ ਦੇ ਟਾਈਪ ਇੱਕ ਪਾਈਪ ਦੇ ਵਿੱਚ ਲੈ ਕੇ, ਤੇ ਉਹ ਇੱਕ ਦੇਸੀ ਜਿਹਾ ਉਹ ਫੈਕਟਰੀ ਜਿਹੜੀ ਬੱਬਰਾਂ ਸਿੰਘਾਂ ਦੀ ਫੈਕਟਰੀ ਸੀਗੀ ਉਹਦੇ ਵਿੱਚ ਇੱਕ ਬਣਾਇਆ ਸੀਗਾ ਉਹਨਾਂ ਨੇ ਜੁਗਾੜ। ਉਹਦੇ ਨਾਲ ਜਿਹੜਾ ਗ੍ਰਨੇਡ ਸੀਗਾ ਉਹਨੂੰ ਮਤਲਬ ਕਿ ਦੂਰ ਤੱਕ ਸੁੱਟਿਆ ਜਾ ਸਕਦਾ ਸੀਗਾ, ਕਿਉਂਕਿ ਹੱਥ ਨਾਲ ਤਾਂ ਕਿੰਨੀ ਕੁ ਦੂਰ ਸੁੱਟ ਲੈਣਾ ਹਨਾ। ਤੇ ਉਹ ਇੱਕ ਵੱਡੀ ਸਾਰੀ ਪਾਈਪ ਲੈ ਕੇ ਤੇ ਉਹਦਾ ਵਿੱਚ ਉਹਦੇ ਸਪਰਿੰਗ ਫਿੱਟ ਕਰਕੇ ਤੇ ਉਹਨੂੰ ਸਿੰਘਾਂ ਨੇ ਇੱਕ ਵੱਡੀ ਗਨ ਦੇ ਤਰ੍ਹਾਂ ਬਣਾਇਆ ਸੀਗਾ, ਵੀ ਜਿਹਦੇ ਅਗਲੇ ਪਾਸਿਓਂ ਗ੍ਰਨੇਡ ਪੈਂਦਾ ਸੀਗਾ,
ਗ੍ਰਨੇਡ ਨੂੰ ਮਤਲਬ ਕਿ ਜਿੱਦਾਂ 5 ਸੈਕਿੰਡ ਹੁੰਦੇ ਆ ਉਹਦੇ ਹਨਾ, ਉਨੇ ਚਿਰ ਦੇ ਵਿੱਚ ਤੁਸੀਂ ਉਹਦੇ ਮਤਲਬ ਕਿ ਵਿੱਚ ਪਾ ਕੇ ਪਿੰਨ ਕੱਢ ਕੇ ਦਵਾ ਤਾਂ ਉਹਨੂੰ ਚਲਾਉਣਾ ਹੁੰਦਾ ਆ। ਔਰ ਹੈ ਉਹ ਵੈਸੇ ਖਤਰਨਾਕ ਵੀ ਆ, ਜੇ ਥੋੜਾ ਜਿਹਾ ਟਾਈਮ ਜ਼ਿਆਦਾ ਚੱਲ ਲੱਗ ਜਾਵੇ ਤੇ ਉਹ ਸਿੰਘ ਦੇ ਆਪਣੇ ਹੱਥਾਂ 'ਚ ਵੀ ਉਹ ਫਟ ਸਕਦਾ ਸੀਗਾ। ਪਰ ਉਹ ਸਿੰਘ ਬੇਪਰਵਾਹੀ ਦੇ ਨਾਲ ਮਤਲਬ ਕਿ ਇਦਾਂ ਦੇ ਤਾਂ ਰਿਸਕ ਆਮ ਹੀ ਲੈ ਲੈਂਦੇ ਸੀਗੇ ਸਿੰਘ। ਤੇ ਉਹ ਜਿਹੜਾ ਸੀਗਾ ਉਹ ਜਿਹੜਾ ਕਿਉਂਕਿ ਉਚਾਈ ਤੇ ਹੋਣ ਕਰਕੇ ਗੁਰਦੁਆਰਾ ਬਾਬਾ ਅਟਲ ਸਾਹਿਬ ਉੱਪਰੋਂ ਫਿਰ ਉਹ ਥੱਲੇ ਨੂੰ ਮੂੰਹ ਕਰਕੇ ਉਹ ਜਿੱਦਾਂ ਚਲਾ ਦਿੰਦੇ ਸੀਗੇ ਸਿੰਘ, ਤੇ ਉਹਨੇ ਕਾਫੀ ਫੌਜੀਆਂ ਦੇ ਮੋਰਚਿਆਂ ਦਾ ਨੁਕਸਾਨ ਕੀਤਾ ਆ। ਤੇ ਇੱਕ ਮੋਰਚਾ ਸੀਗਾ ਜਿਹੜਾ ਜਿਹਦੇ ਵਿੱਚ ਉਹਨਾਂ ਨੇ ਇੱਕ ਛੋਟੀ ਜਿਹੀ ਤੋਪ ਹੁੰਦੀ ਆ, ਉਹ ਕੋਸ਼ਿਸ਼ ਕਰ ਰਹੇ ਸੀ ਵੀ ਇੱਕ ਘਰ ਦੀ ਛੱਤ ਦੇ ਉੱਤੇ ਚੜਾਈ ਜਾਵੇ ਫੌਜੀ ਜਿਹੜੇ ਸੀਗੇ। ਤੇ ਉਹਦੇ ਲਈ ਫਿਰ ਉਹਨਾਂ ਨੇ ਜਥੇਦਾਰ ਸੁਖਦੇਵ ਸਿੰਘ ਨਾਲ ਜਿੱਦਾਂ ਵਾਇਰਲੈਸ ਤੇ ਗੱਲ ਕੀਤੀ ਭਾਈ ਮਨਮੋਹਨ ਸਿੰਘ ਹੋਣਾ ਨੇ, ਫਿਰ ਜਥੇਦਾਰ ਸੁਖਦੇਵ ਸਿੰਘ ਨੇ ਆਖਿਆ ਕਹਿੰਦੇ ਵੀ ਚਲਾ ਦਿਓ ਫਿਰ ਆਪਣੀ ਜਿਹੜੀ ਬੱਬਰਾਂ ਵਾਲੀ ਤੋਪ ਆ ਹਨਾ। ਤੇ ਉਹ ਮਤਲਬ ਕਿ ਅਸਲ 'ਚ ਉਹਦਾ ਹੀ ਜ਼ਿਕਰ ਕਰ ਰਹੇ ਸੀਗੇ, ਉਹ ਜਿਹੜਾ ਗ੍ਰਨੇਡ ਜਿਹਦੇ 'ਚ ਚੱਲਦਾ ਸੀਗਾ। ਤੇ ਉਹਦੇ 'ਚੋਂ ਫਿਰ ਉਹਨਾਂ ਨੇ ਜਿੱਦਾਂ ਗ੍ਰਨੇਡ ਸੁੱਟੇ, ਤੇ ਉਹ ਜਿਹੜਾ ਮੋਰਚਾ ਜਿਹੜੇ ਉਹ ਜੇ ਚੜਾਉਂਦੇ ਹੀ ਪਏ ਸੀਗੇ ਛੱਤ ਦੇ ਉੱਤੇ ਤੋਪ, ਤੇ ਉਹ ਸਾਰੇ ਫੌਜੀ ਉੱਥੇ ਉਹਨਾਂ ਨੇ ਡਾ ਦਿੱਤੇ ਸੀਗੇ। ਤੇ ਉਹ ਜਿੱਦਾਂ ਕਹਿ ਲਓ ਕਿ ਦੇਸੀ ਜੁਗਾੜ ਹੋਣ ਕਰਕੇ 2-3 ਵਾਰੀ ਤਾਂ ਉਹ ਚੱਲਿਆ, ਪਰ ਉਸ ਤੋਂ ਬਾਅਦ ਜਿੱਦਾਂ ਮਤਲਬ ਕਿ ਉਹ ਨਹੀਂ ਚੱਲ ਸਕਿਆ। ਪਰ ਉਹਦਾ ਹੀ ਜ਼ਿਕਰ ਹੁੰਦਾ ਸੀਗਾ, ਪਰ ਉਸ ਚੀਜ਼ ਨੇ ਦਹਿਸ਼ਤ ਇੰਨੀ ਕੁ ਜ਼ਿਆਦਾ ਫੌਜ ਦੇ ਵਿੱਚ ਪਾ ਦਿੱਤੀ ਨਾ, ਉਹ ਕਹਿੰਦੇ ਵੀ ਅਸੀਂ 1 ਤਰੀਕ ਦਾ ਇਹ ਸਾਰਾ ਕੁਝ ਚੱਲਦਾ ਦੇਖ ਰਹੇ ਹਾਂ, ਪਰ ਆਹ ਜਿਹੜਾ ਸ਼ਸਤਰ ਚੱਲੇ ਤਾਂ ਇਹਨਾਂ ਨੇ ਲੁਕਾ ਕੇ ਰੱਖੇ, ਇਹਨਾਂ ਕੋਲ ਅਜੇ ਪਤਾ ਨਹੀਂ ਕਿੰਨੇ ਖਤਰਨਾਕ ਹੋਰ ਹੋਣੇ। ਇਹਦਾ ਬੜਾ ਹੌਸਲਾ ਜਿੱਦਾਂ ਪਸਤ ਹੋਇਆ ਫੌਜ ਦਾ ਉਹ ਦੇਖ ਕੇ ਵੀ ਪਤਾ ਨਹੀਂ ਅਜੇ ਇਹਨਾਂ ਨੇ ਹੋਰ ਕੀ ਕੱਢ ਕੇ ਚਲਾ ਦੇਣਾ। ਬਿਲਕੁਲ। ਹਾਂਜੀ ਰਵਿੰਦਰ ਭਾਜੀ, ਤੁਸੀਂ ਕੁਝ ਹੋਰ ਕੁਐਸਚਨ ਕਰਨੇ ਸੀਗੇ, ਮੈਨੂੰ ਲੱਗਦਾ ਕਿ ਕੁਝ ਆਪਣਾ 10 ਮਿੰਟ ਦਾ ਹੀ ਹੈਗਾ ਹੋਰ ਤਾਂ। ਹਾਂਜੀ, ਮੇਰਾ ਸਵਾਲ ਇਹ ਸੀ ਕਿ ਜਿੱਦਾਂ ਤੁਸੀਂ ਪੁੱਛਿਆ ਕਿ ਕਾਰਨ ਮੈਂ ਖਿਆਲ ਭਾਈ ਸਾਹਿਬ ਨੇ ਦੱਸਤਾ ਕਿ ਬੱਬਰਾਂ ਦਾ ਜਦੋਂ ਉਹਨਾਂ ਨੇ ਛੱਡਿਆ ਵਾ ਦਰਬਾਰ ਸਾਹਿਬ, ਉਹਦਾ ਕਾਰਨ ਕੀ ਸੀ ਉਹ ਕਲੀਅਰ ਕਰਤਾ ਇਹਨਾਂ ਨੇ। ਉਸ ਤੋਂ ਉਪਰੰਤ ਮੇਰਾ ਖਿਆਲ ਆ ਕਿ ਜੇ ਆਪਾਂ ਇਤਿਹਾਸ ਵੀ ਪੜ੍ਹੀਏ ਤੇ ਇਹ ਜੰਗ ਦੇ ਜਿਹੜੇ ਤਰੀਕੇ ਹੁੰਦੇ ਨੇ, ਕਿਉਂਕਿ ਉੱਥੇ ਇੱਕ ਜਥੇਬੰਦੀ ਨਹੀਂ ਸੀ, ਅੰਦਰ ਮੇਰੇ ਖਿਆਲ 4 ਜਾਂ 5 ਜਥੇਬੰਦੀਆਂ ਲੜ ਰਹੀਆਂ, ਜਿਹਦੇ ਬੱਬਰ ਖਾਲਸਾ ਇੱਕ ਸੀ, ਦਮਦਮੀ ਟਕਸਾਲ ਸੀ, ਕਾਰਸੇ ਵਾਲੇ ਬਾਬੇ ਵੀ ਸਨ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ ਸਿੰਘ ਵੀ ਸਨ। ਸੋ ਇਹ 4 ਤੇ ਚਲੋ ਪ੍ਰਮੁੱਖ ਸਨ, ਤੇ ਬਾਹਰ ਹੋਰ ਵੀ ਛੋਟੀਆਂ ਜਥੇਬੰਦੀਆਂ ਕਈ ਸਨ ਜਿਹੜੀਆਂ ਲੜ ਰਹੀਆਂ ਸਨ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਰਲ ਕੇ। ਸੋ ਜਦੋਂ ਜੰਗ ਹੁੰਦੀ ਆ, ਹਰ ਬੰਦੇ ਦੇ ਆਪਣੇ ਆਪਣੇ ਸਟ੍ਰੈਟਜੀਜ਼ ਹੁੰਦੀਆਂ ਵਾ, ਕਿ ਜੋ 2 ਜਨਰਲ ਵੀ ਲੜਦੇ ਨੇ ਤੇ ਦੋਨਾਂ ਜਨਰਲ ਦੀ ਇੱਕ ਸਟ੍ਰੈਟਜੀ ਨਹੀਂ ਹੁੰਦੀ, ਦੋਨਾਂ ਦੀ ਵੱਖਰੀ ਸਟ੍ਰੈਟਜੀ ਹੁੰਦੀ ਆ। ਸੋ ਜਿਹੜਾ ਤੇ ਮੇਰਾ ਮੰਨਣਾ ਵਾ ਕਿ ਇਹ ਜਿਹੜਾ ਇਲਜ਼ਾਮ ਲਾਇਆ ਜਾਂਦਾ ਕਿ ਬੱਬਰ ਜੰਗ ਛੱਡ ਕੇ ਭੱਜ ਗਏ ਨੇ, ਇਹ ਸਲਾਸਰ ਗਲਤ ਆ। ਗਲਤ ਐਵੇਂ ਆ ਕਿ ਇਹ ਸਟ੍ਰੈਟਜੀ ਸੀ ਕਿ ਜਿੱਦਾਂ ਆਪਣਾ ਇਤਿਹਾਸ ਪੜ੍ਹੀਏ ਕਿ ਆਪਾਂ ਸੁਣਿਆ ਵਾ ਕਿ ਇੱਕ ਤੇ ਹੁੰਦਾ ਕਿ ਤੁਸੀਂ ਲੜਨਾ ਤੇ ਆਖਰੀ ਸਾਹ ਤੱਕ ਲੜਨਾ, ਇੱਕ ਸਟ੍ਰੈਟਜੀ ਹੁੰਦੀ ਆ ਆਪਣੇ ਨੂੰ ਬਚਾ ਕੇ ਲੜਨਾ ਤੇ ਅਗਲੇ ਦਾ ਨੁਕਸਾਨ ਕਰਨਾ। ਸੋ ਇਹ ਗੱਲ ਮੈਂ ਤਦ ਮੰਨਣਾ ਕਿ ਬੱਬਰ ਸਿੰਘ ਉੱਥੋਂ ਪਿੱਠ ਦਿਖਾ ਕੇ ਗੁਰੂ ਸਾਹਿਬ ਨੂੰ ਭੱਜ ਗਏ ਸਨ, ਜਿਹੜੀ ਇਹ ਗੱਲ ਹੁੰਦੀ ਹੈ। ਜੇ ਉਹ ਸਿੰਘ ਘਰ ਜਾ ਕੇ ਬੈਠੇ ਹੁੰਦੇ ਤੇ ਆਪਣਾ ਪਰਿਵਾਰ ਪਾਲਿਆ ਹੋਏ, ਜਿੱਦਾਂ ਕਿ ਅਰਦਾਸ ਕੀਤੀ ਗਈ ਸੀ, ਉਹਨਾਂ ਚੋਂ ਕੋਈ ਵੀ ਸਿੰਘ ਜਿਹੜਾ ਹੈਗਾ ਉਹ ਮੁੜ ਕੇ ਘਰ ਨਹੀਂ ਗਿਆ ਆਪਣੇ। ਉਸ ਅਰਦਾਸ ਦੇ ਵਿੱਚ ਇਹ ਗੱਲ ਦੁਹਰਾਈ ਗਈ ਸੀ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਸੁਨਾਹ ਭੇਜ ਕੇ ਆਪਣੇ ਜੀਂਦਿਆਂ ਜੀ ਆਪਣੇ ਪਰਿਵਾਰਾਂ ਨੂੰ ਕੋਈ ਸਾਡੇ ਭੋਗ ਪਾ ਦੇਣ, ਅਸੀਂ ਸਾਡੀ ਰਾਹ ਨਾ ਦੇਖਣ, ਅੰਟਿਲ ਅਨਲੈਸ ਅਸੀਂ ਹਲੇਮੀ ਰਾਜ ਦੀ ਸਥਾਪਨਾ ਨਹੀਂ ਕਰ ਲਾਂਗੇ, ਅਸੀਂ ਆਪਣੇ ਘਰ ਮੁੜ ਕੇ ਨਹੀਂ ਆਉਣਾ। ਹਾਂਜੀ ਭਾਈ ਹਰਵਿੰਦਰ ਸਿੰਘ ਜੀ, ਇੱਥੇ ਮੈਂ ਇੱਕ ਇਹ ਗੱਲ ਮਤਲਬ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਵੀ ਹਾਂ, ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਕਿ ਵਾਕਈ ਕੋਈ ਵੀ ਸਿੰਘ ਜਿੰਨੇ ਉੱਥੋਂ ਨਿਕਲੇ, ਕੋਈ ਵੀ ਸਿੰਘ ਉਸ ਤੋਂ ਬਾਅਦ ਬਾਹਰ ਨਹੀਂ ਗਿਆ। ਤੇ ਜਿੱਦਾਂ ਸਾਨੂੰ ਪਰਿਵਾਰਾਂ ਨੂੰ ਵੀ ਇਹੀ ਕਿਹਾ ਗਿਆ ਸੀਗਾ ਕਿ ਤੁਸੀਂ ਪਿੰਡ ਜਾ ਕੇ ਤੇ ਸਾਡੇ ਭੋਗ ਪਾ ਦੇਣੇ ਆ। ਤੇ ਅਸੀਂ ਵੀ ਆਪਣੇ ਪਿੰਡ ਜਦੋਂ ਗਏ ਹਾਂ, ਅਸੀਂ ਆਪਣੇ ਦਾਦਾ ਜੀ ਹੁਣਾਂ ਨੂੰ ਦੱਸਿਆ ਤੇ ਉਹਨਾਂ ਨੇ ਆਪਣੇ ਮਤਲਬ ਕਿ 2 ਜਿਉਂਦੇ ਪੁੱਤਰਾਂ ਦਾ ਅਖੰਡ ਪਾਠ ਸਾਹਿਬ ਰੱਖ ਕੇ ਭੋਗ ਪਾਇਆ। ਔਰ ਉਸ ਤੋਂ ਬਾਅਦ ਵਾਕਈ ਕੋਈ ਵੀ ਸਿੰਘ ਐਸਾ ਨਹੀਂ ਸੀਗਾ ਵੀ ਜਿਹੜਾ ਆਪਣੇ ਘਰ ਬਹਿ ਗਿਆ ਹੋਵੇ ਜਾ ਕੇ। ਮੈਨੂੰ ਯਾਦ ਹੈ ਅਕਸਰ ਹੀ ਕਈ ਵਾਰੀ ਜਦੋਂ ਮਤਲਬ ਕਿ ਐਮਰਜੈਂਸੀ ਪੈਂਦੀ ਸੀ ਤੇ ਕਈ ਵਾਰੀ ਜਥੇਦਾਰ ਹੁਣੀ ਖੁਦ ਆਪ ਬਾਰਡਰ ਤੇ ਚਲੇ ਜਾਂਦੇ ਹੁੰਦੇ ਸੀਗੇ ਸਮਾਨ ਲੈਣ। ਤੇ ਬਾਰਡਰ ਸਾਡੇ ਪਿੰਡ ਦੇ ਬਿਲਕੁਲ ਲਾਗੇ ਆ, ਜਿਹੜਾ ਖੇਮਕਰਨ ਵਾਲਾ ਬਾਰਡਰ ਆ। ਤੇ ਇੱਕ ਵਾਰੀ ਮਤਲਬ ਕਿ ਦੱਸਦੇ ਵੀ ਉੱਥੋਂ ਵਾਪਸ ਆਉਂਦੇ ਆ, ਘਰ ਦੇ ਲਾਗਿਓਂ ਹੀ ਜਿਹੜੀ ਸੜਕ ਲੰਘਦੀ ਉੱਥੋਂ ਲੰਘਦੇ ਪਏ ਸੀਗੇ। ਤੇ ਇੱਕ ਸਿੰਘ ਨੇ ਆਖਿਆ ਕਹਿੰਦੇ ਵੀ ਜਥੇਦਾਰ ਜੀ ਉਹ ਤੁਹਾਡਾ ਘਰ ਆ, ਵੀ ਰਾਤ ਦਾ ਟਾਈਮ ਹੈ, ਚਲੋ ਚੱਕਰ ਮਾਰ ਆਈਏ ਹਨਾ। ਤੇ ਜਥੇਦਾਰ ਉਹਨਾਂ ਨੇ ਆਖਿਆ ਕਹਿੰਦੇ ਨਹੀਂ ਆ ਜਾ ਚੱਲੀਏ, ਵੀ ਨਹੀਂ ਘਰ ਨੀਗਾ, ਮੈਂ ਨਹੀਂ ਘਰ ਜਾਣਾ ਹਨਾ। ਤੇ ਉਹ ਕਹਿੰਦਾ ਵੀ ਸਾਹਮਣੇ ਨੇੜੇ ਤਾਂ ਹੈਗਾ ਆ, ਵੀ ਉਹ ਸਾਹਮਣੇ ਦਿਸਦਾ ਪਿਆ ਆ ਹਨਾ। ਤੇ ਜਥੇਦਾਰ ਹੁਣੀ ਕਹਿੰਦੇ ਵੀ ਦਿਸਦਾ ਨੇੜੇ ਆ, ਪਰ ਇਹਦਾ ਰਾਹ ਬਹੁਤ ਲੰਮਾ ਹੈ।
ਵੀ ਇੰਨਾ ਸੌਖਾ ਨਹੀਂ ਜਾਇਆ ਜਾਣਾ। ਇਹ ਆਪਾਂ ਹੁਣ ਅਗਲੇ ਘਰ ਦੀਆਂ ਗੱਲਾਂ ਕਰੀਏ ਵੀ ਇਹ ਘਰ ਜਿਹੜਾ ਇਹਦਾ ਇੱਥੇ ਦਿਸਦਾ ਹੈ ਬੇਸ਼ੱਕ ਨੇੜੇ ਆ, ਫਿਰ ਇਹਦਾ ਰਾਹ ਬਹੁਤ ਦੂਰ ਹੈ। ਪਰ ਉਸ ਤੋਂ ਬਾਅਦ ਵੀ ਫਿਰ ਜਦੋਂ ਉਹ ਸ਼ਹੀਦ ਹੋਏ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਸਥ ਆ ਉਹੀ ਉਸ ਘਰ ਦੇ ਵਿੱਚ ਵਾਪਸ ਆਏ। ਤੇ ਮੈਨੂੰ ਯਾਦ ਆ ਜਿਸ ਦਿਨ ਉਹਨਾਂ ਦੇ ਮਤਲਬ ਕਿ ਦੱਸਦੇ ਅਸਥ ਘਰ ਦੇ ਵਿੱਚ ਆਏ ਨਾ, ਉਹਨਾਂ ਦੇ ਬੱਚੇ, ਉਹਨਾਂ ਦੀ ਬੇਟੀ ਆ, ਉਹ ਬੜੀ ਮਤਲਬ ਕਿ ਭਾਵੁਕ ਜਿਹੀ ਘਟਨਾ ਆ। ਜੋ ਉਹਨਾਂ ਦੇ ਜਦੋਂ ਅਸਥ ਲਿਆ ਕੇ ਘਰ ਦੇ ਵਿੱਚ ਰੱਖ ਦਿੱਤੇ, ਤੇ ਉਹਨਾਂ ਦੀ ਬੇਟੀ ਦੀ ਉਦੋਂ ਮੇਰੇ ਖਿਆਲ ਕਰੀਬ 10 ਕੁ ਸਾਲ ਉਮਰ ਹੋਊਗੀ ਹਨਾ। ਤੇ ਉਹਨੇ ਜਦੋਂ ਬੜੀ ਜਿੱਦ ਕੀਤੀ, ਮਤਲਬ ਉਹਨੂੰ ਜਿਹੜਾ ਕੁੱਜਾ ਹੁੰਦਾ ਆ ਅਸਥਾਂ ਵਾਲਾ ਫੜਨ ਦੀ, ਤੇ ਘਰ ਦੇ ਸੋਚਣ ਵੀ ਸ਼ਾਇਦ ਐਵੇਂ ਇਹਨੇ ਪਤਾ ਨਹੀਂ ਕੀ ਕਰਨਾ, ਸੁੱਟ ਨਾ ਦੇਵੇ, ਪਰ ਉਹਨੇ ਕੀ ਹਾਰ ਕੇ ਜਦੋਂ ਜਿੱਦ ਕੀਤੀ ਤੇ ਉਹਨਾਂ ਨੇ ਫੜਾ ਦਿੱਤਾ। ਉਹਨੇ ਕੀ ਕੀਤਾ, ਰਾਤ ਨੂੰ ਸੌਣ ਦੇ ਸਮੇਂ ਨਾ ਉਹਨੇ ਜਿੱਦਾਂ ਆਪਣੇ ਮੰਜੇ ਤੇ ਨਾਲ ਉਹ ਅਸਥਾਂ ਵਾਲਾ ਜਿਹੜਾ ਕੁੱਜਾ ਰੱਖ ਕੇ ਤੇ ਆਪਣੇ ਨਾਲ ਜਿੱਦਾਂ ਜੱਫੀ ਪਾ ਕੇ ਸੌਂਦਾ ਨਾ, ਏਦਾਂ ਉਹ ਮਤਲਬ ਕਿ ਪੈ ਗਈ ਮੰਜੇ ਤੇ ਨਾਲ ਉਹ ਕਹਿੰਦੇ ਵੀ ਅੱਜ ਆਖਰੀ ਦਿਨ ਆ ਜਿੱਦਣ ਮੈਂ ਆਪਣੇ ਡੈਡੀ ਨੂੰ ਜੱਫੀ ਪਾ ਕੇ ਸੌਣਾ। ਤੇ ਉਹ ਜਿਹੜੀ ਮਤਲਬ ਕਿ ਘਟਨਾ ਆ, ਦੇਖੋ ਬੱਚਿਆਂ ਨੂੰ ਵੀ ਇਹ ਸਾਰੇ ਦੇ ਵਿੱਚੋਂ ਜਦੋਂ ਲੰਘਣਾ ਪੈਂਦਾ ਹਨਾ, ਤੇ ਹਾਲਾਂਕਿ ਉਹ ਸਿੰਘਾਂ ਨੇ ਜਿਹੜੇ ਪ੍ਰਣ ਕੀਤੇ ਨੇ ਉਹ ਵਾਕਈ ਘਰਾਂ ਦੇ ਕੋਲੋਂ ਲੰਘਦੇ ਹੋਇਆਂ ਵੀ ਕਦੀ ਘਰਾਂ ਦੇ ਵਿੱਚ ਵਾਪਸ ਨਹੀਂ ਪਰਤੇ। ਤੇ ਪਰ ਫਿਰ ਗਿਆ ਉਹਨੂੰ ਬੜੀ ਦਲੇਰੀ ਦੇ ਨਾਲ, ਬੜੇ ਹੌਸਲੇ ਦੇ ਨਾਲ ਲੜਿਆ, ਤੇ ਜਿਹੜੇ ਪ੍ਰਣ ਕਰਕੇ ਦਰਬਾਰ ਸਾਹਿਬ ਦੇ ਵਿੱਚੋਂ ਨਿਕਲੇ ਸੀਗੇ, ਆਪਣੇ ਆਖਰੀ ਸਵਾਸਾਂ ਤੱਕ ਉਹਨਾਂ ਦੇ ਅਸਥੀ ਘਰਾਂ ਦੇ ਵਿੱਚ ਪਹੁੰਚੇ ਆ। ਉਹ ਆਪ ਕਦੀ ਵੀ ਦੁਬਾਰਾ ਘਰਾਂ ਦੇ ਵਿੱਚ ਨਹੀਂ ਮੁੜ ਕੇ ਆਏ। ਹਾਂਜੀ, ਮੈਂ ਇਹਦੇ ਵਿੱਚ ਕੁਝ ਨਾਮ ਵਰਣਨ ਕਰਨਾ ਚਾਹੂੰਗਾ, ਜਿਵੇਂ ਭਾਈ ਸੁਲੱਖਣ ਸਿੰਘ ਜੀ ਬੱਬਰ ਹੋ ਗਏ, ਭਾਈ ਅਨੋਖ ਸਿੰਘ ਜੀ ਹੋ ਗਏ, ਭਾਈ ਮਨਮੋਹਨ ਸਿੰਘ ਜੀ ਹੋ ਗਏ, ਤੇ ਇਹ ਕੁਝ ਨਾਂ ਹੈਗੇ ਨੇ ਜਿਹੜੇ ਉਦੋਂ ਦੀ ਕੋਰ ਜਿਹੜਾ ਗਰੁੱਪ ਸੀ ਉਹਦੇ ਵਿੱਚ ਸਨ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸਨ। ਸੋ ਇਹ ਸਿੰਘਾਂ ਦੀ ਜਿਹੜੀ ਕੁਰਬਾਨੀ ਹੈ ਨਾ, ਇਹ ਬਹੁਤ ਨਵੇਕਲੀ ਹੈ, ਅਸੀਂ ਕਹਿਣਾ ਆਸਾਨ ਹੁੰਦਾ ਵਾ। ਤੇ ਇੱਕ ਜਿਹੜਾ ਸ਼ਹੀਦ ਹੋ ਜਾਣਾ, ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵਾ, ਇਹ ਰਹਿਮਤ ਬੰਦੇ ਦੇ ਹੱਥ 'ਚ ਨਹੀਂ ਆ ਕਿ ਕਿੰਨੇ ਸ਼ਹੀਦ ਹੋਣਾ ਕਿੰਨੇ ਨਹੀਂ ਹੋਣਾ। ਮੈਂ ਕੁਝ ਗੁਰਸਿੱਖਾਂ ਨੂੰ ਮਿਲਿਆ ਜਿਨ੍ਹਾਂ ਨੇ 84 ਤੋਂ ਬਾਅਦ ਵੀ ਲੜਾਈਆਂ ਲੜੀਆਂ ਵਾ। ਉਹ ਗੁਰਸਿੱਖਾਂ ਦੇ ਮੂੰਹੋਂ ਮੈਂ ਇਹ ਗੱਲ ਸੁਣੀ ਆ ਕਿ ਅਸੀਂ ਬਦਨਸੀਬ ਸੀ ਜਿਹੜੇ ਸ਼ਹੀਦ ਨਹੀਂ ਹੋਏ, ਅਸੀਂ ਅੱਜ ਵੀ ਜੀਂਦੇ ਹਾਂ। ਪਰ ਇਹ ਗੁਰੂ ਸਾਹਿਬ ਦੀ ਰਹਿਮਤ ਆ। ਗੁਰੂ ਸਾਹਿਬ ਨੇ ਜਿਹਨੂੰ ਸੇਵਾ ਲੈਣੀ ਸੀ ਉਹਦੇ ਕੋਲ ਸੇਵਾ ਲਈ, ਜਿਹਦੀ ਸਰੀਰਕ ਰੂਪ 'ਚ ਸੇਵਾ ਲੈਣੀ ਸੀ ਉਹ ਸਰੀਰਕ ਰੂਪ ਲਈ, ਉਹਨਾਂ ਦੀ ਰਜ਼ਾ ਵਾ। ਕੋਈ ਬੰਦਾ ਮਿੱਥ ਕੇ ਸ਼ਹੀਦ ਨਹੀਂ ਹੋ ਸਕਦਾ। ਮੈਂ ਕਈ ਸਿੰਘਾਂ ਕੋ ਸੁਣਿਆ ਕਿ ਮਤਲਬ ਵੜਦੀਆਂ ਗੋਲੀਆਂ ਦੇ ਵਿੱਚੋਂ ਵੀ ਉਹ ਬਚ ਕੇ ਨਿਕਲ ਗਏ ਨੇ, ਇਹ ਗੁਰੂ ਸਾਹਿਬ ਦੀ ਕਿਰਪਾ ਵਾ। ਤੇ ਕਈਆਂ ਨੇ ਮਤਲਬ ਜਿੱਥੇ ਕੋਈ ਚਾਂਸ ਸੀ ਨਹੀਂ ਗੋਲੀਆਂ ਦਾ, ਉੱਥੇ ਵੀ ਸ਼ਹੀਦ ਹੋ ਗਏ। ਮਤਲਬ ਕੋਈ ਰਿਸਕ ਫੈਕਟਰ ਬਹੁਤ ਘੱਟ ਸੀ। ਜਦੋਂ ਤੁਸੀਂ ਵੈਲਿਊਏਟ ਕਰਦੇ ਹੋ ਕਿਸੇ ਐਕਸ਼ਨ ਨੂੰ ਕਰਨ ਵਾਲੇ, ਉਹ ਰਿਸਕ ਫੈਕਟਰ ਇੰਨਾ ਘੱਟ ਸੀ ਉੱਥੇ ਸਿੰਘਾਂ ਦੀ ਸ਼ਹੀਦੀਆਂ ਹੋਈਆਂ। ਸੋ ਇਹ ਸਾਨੂੰ ਗੁਰੂ ਸਾਹਿਬ ਦੀ ਰਜ਼ਾ ਵਾ ਕਿ ਜਿਹਨੂੰ ਉਹਨੇ ਬਖਸ਼ਣੀ ਆ ਸੋਭਾ, ਉਹਨੂੰ ਜਿੰਨੇ ਉਹ ਗੁਰੂ ਸਾਹਿਬ ਦੀ ਰਜ਼ਾ ਵਾ, ਉਹਦੇ ਵਿੱਚ ਬੰਦੇ ਦੀ ਦਖਲਅੰਦਾਜ਼ੀ ਨਹੀਂ ਹੈਗੀ। ਸੋ ਦਾਸ ਇਹੀ ਬੇਨਤੀ ਕਰਨਾ ਚਾਹੁੰਦਾ ਸੀ ਕਿ ਇਹ ਗੱਲਾਂ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਸਨ, ਕਿਉਂਕਿ ਅਜੇ ਤੱਕ ਸਾਡਾ ਜਿੰਨੀਆਂ ਵੀ ਮੇਰੇ ਖਿਆਲ 107 ਕਿਤਾਬਾਂ ਤੇ ਮੈਂ ਗਿਣੀਆਂ ਜਿਹੜੀਆਂ ਕਿ ਲਿਖੀਆਂ ਗਈਆਂ ਵਾ ਇਸ ਸਾਕੇ ਦੇ ਉੱਤੇ, ਜਿਹਦੇ ਵਿੱਚੋਂ ਕਰੀਬ 80% ਗਵਰਨਮੈਂਟ ਫੰਡਡ ਪ੍ਰੋਜੈਕਟ ਰਹੇ ਨੇ, ਜਿਹੜੇ ਉਹਨਾਂ ਨੇ ਆਪਣੇ ਪੱਖ ਦੱਸੇ ਨੇ। ਤੇ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਪੱਖ ਦੱਸਣੇ ਰਹਿ ਗਏ, ਅਸੀਂ ਆਪਣਾ ਪੱਖ ਦੱਸਿਆ ਹੀ ਨਹੀਂ। ਹੁਣ ਅੱਜ 37 ਸਾਲ ਬਾਅਦ ਅਸੀਂ ਜਿੱਦਾਂ ਹੁਣ ਭਾਈ ਸਾਹਿਬ ਤੋਂ ਅਸੀਂ ਆਈ ਵਿਟਨੈਸ ਅਕਾਊਂਟ ਸੁਣੇ ਨੇ, ਇਹ ਇੱਕ ਪੱਖ ਆ। ਇਹਦੇ ਵਿੱਚ ਹੋਰ ਵੀ ਤੁਸੀਂ ਕਈ ਸਾਰੀ ਚੈਨਲਾਂ ਤੇ ਵੱਖਰੇ ਵੱਖਰੇ ਸਿੰਘ ਜਿਹੜੇ ਅੰਦਰ ਸਨ, ਉਹਨਾਂ ਦੀ ਤੁਸੀਂ ਪੱਖ ਸੁਣੋ ਤੇ ਤੁਹਾਨੂੰ ਹੋਰ ਜਿਹੜਾ ਟਰੁੱਥ ਆ ਉਹ ਬਾਹਰ ਨਿਖਰ ਕੇ ਆਊਗਾ ਕਿ ਕਿਹੜੀ ਗੱਲ। ਕਿਉਂਕਿ ਜਿਹੜੇ ਪਾਸੇ ਉੱਥੇ ਲੋਕ ਇਹ ਨਹੀਂ ਸੀ ਕਿ ਜੇ ਮੈਂ ਨਾਨਕ ਨਿਵਾਸ ਸਾਂ ਤੇ ਮੈਂ ਸਾਰੇ ਪੱਖ ਦੱਸ ਸਕਦਾ, ਕਿਉਂਕਿ ਬੜੇ ਕਨਫਾਈਨ ਸੀ ਤੁਸੀਂ ਆਪਣੇ ਏਰੀਏ 'ਚ। ਤੁਸੀਂ ਸਿਰਫ ਆਪਣੇ ਏਰੀਏ ਦਾ ਹੀ ਸੱਚ ਦੱਸ ਸਕਦੇ ਹੋ। ਤੁਸੀਂ ਇਹ ਨਹੀਂ ਦੱਸ ਸਕਦੇ ਕਿ ਦੂਜੇ ਪਾਸੇ ਜਾਂ ਬਾਬਾ ਟਲ ਤੇ ਕੀ ਹੋ ਰਿਹਾ ਸੀ। ਉਹ ਤੁਸੀਂ ਜੇ ਤੁਸੀਂ ਲਾਗੇ ਹੋ ਤਾਂ ਤੁਸੀਂ ਦੱਸ ਸਕਦੇ ਹੋ, ਜਾਂ ਅਕਾਲ ਤਖਤ ਵਾਲੇ ਪਾਸੇ ਕੀ ਸੀ, ਕਿਹੜਾ ਸਿੰਘ ਮੋਰਚੇ 'ਚ ਲੜ ਰਿਹਾ ਸੀ, ਉਹ ਜਿਹੜੇ ਸਿੰਘ ਉੱਥੇ ਸਨ ਉਹ ਦੱਸ ਸਕਦੇ ਨੇ। ਬਿਲਕੁਲ। ਸੋ ਦਾਸ ਇਹੀ ਬੇਨਤੀ ਕਰਨਾ ਚਾਹੁੰਦਾ ਸੀ। ਥੈਂਕ ਯੂ ਜੀ। ਨਹੀਂ ਧੰਨਵਾਦ ਭਾਜੀ, ਬਹੁਤ ਡਿਟੇਲ ਦੇ ਵਿੱਚ ਆਪਾਂ ਭਾਈ ਸਾਹਿਬ ਜੀ ਨੇ ਗੱਲ ਦੱਸੀ ਹੈ। ਤਾਂ ਲੱਗਦਾ ਕਿ ਆਪਾਂ ਨਾ ਇਹਨੂੰ ਅੱਗੇ ਫਿਊਚਰ 'ਚ ਵੀ ਕੰਟੀਨਿਊ ਰੱਖਾਂਗੇ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਿੰਘ ਉੱਥੋਂ ਗਏ ਤਾਂ ਬਾਅਦ ਵਿੱਚ ਕਿਵੇਂ ਉਹਨਾਂ ਨੇ ਮੋਰਚੇ ਲੜੇ ਨੇ, ਤਾਂ ਉਹਦੇ ਉੱਤੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਮੈਨੂੰ ਯਾਦ ਹੈ ਪਿਛਲੇ ਸਾਲ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਉਹਨਾਂ ਦੀ ਸ਼ਹਾਦਤ 'ਤੇ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ, ਜਿੱਥੇ ਬੜੀ ਡਿਟੇਲ ਦੇ ਵਿੱਚ ਅਸੀਂ ਉਹਨਾਂ ਦੀ ਸ਼ਹਾਦਤ 'ਤੇ ਗੱਲ ਕੀਤੀ ਸੀਗੀ।
ਤਾਂ ਇੱਦਾਂ ਸਾਨੂੰ ਅੱਗੇ ਫਿਊਚਰ 'ਚ ਵੀ ਲੱਗਦਾ ਕਿ ਬਾਕੀ ਸਿੰਘਾਂ ਦੇ ਵੀ ਸਾਰਿਆਂ ਦੇ ਉੱਤੇ ਜ਼ਰੂਰ ਜੇ ਤੁਸੀਂ ਸਾਰਿਆਂ ਕੋਲ ਜਦੋਂ ਵੀ ਸਮਾਂ ਹੋਇਆ ਆਪਾਂ ਜ਼ਰੂਰ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ। ਭਾਈ ਸਾਹਿਬ ਜੀ, ਗੁਰਵਿੰਦਰ ਭਾਜੀ ਤੁਸੀਂ ਬਿਲਕੁਲ ਠੀਕ ਕਿਹਾ ਵਾ ਕਿ ਇਹ ਜਿਹੜਾ ਇਹ ਪੱਕ ਇੱਥੇ ਹੀ ਸਮਾਪਤ ਨਹੀਂ ਹੁੰਦਾ। ਈਵਨ ਕਿ ਜਿੱਦਾਂ ਭਾਈ ਸੁਖਦੇਵ ਸਿੰਘ ਬੱਬਰ ਜਾਂ ਬਾਕੀ ਸਿੰਘ ਜਦੋਂ ਨਿਕਲੇ ਗਏ, ਉਹ ਵੀ ਇੱਕ ਵਿਲੱਖਣ ਸਟੋਰੀ ਆ। ਕਿੱਦਾਂ ਨਿਕਲੇ, ਕਿੱਥੇ ਗਏ, ਕਿੱਥੇ ਰਿਹਾਇਸ਼ ਕੀਤੀ, ਅਗਲਾ ਪੜਾਅ ਕਿੱਥੇ ਸੀ, ਕਿੱਦਾਂ ਸੀ, ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਕਿਤੇ ਡਾਕੂਮੈਂਟ ਹੋਈਆਂ ਨਹੀਂ ਨੇ ਅੱਜ ਤੱਕ। ਤੇ ਇਹ ਸੰਗਤਾਂ ਨੂੰ ਇਹਦਾ ਡਿਟੇਲ ਪਤਾ ਨਹੀਂ, ਕਿਉਂਕਿ ਘੇਰਾਬੰਦੀ ਹੋਣ ਤੋਂ ਬਾਅਦ ਕਿੱਦਾਂ ਬਾਹਰ ਨਿਕਲ ਜਾਣਾ ਇਹ ਵੀ ਇੱਕ ਕਲਾ ਸੀ। ਬਿਲਕੁਲ। ਔਰ ਇਹ ਵੀ ਉਸ ਗੌਰਮੈਂਟ ਨੂੰ ਇੱਕ ਚੈਲੰਜ ਸੀ ਕਿ ਤੁਸੀਂ ਸਾਰਾ ਕੁਝ ਸੀਲ ਕੀਤਾ, ਅਸੀਂ ਤੁਹਾਨੂੰ ਫਿਰ ਵੀ ਬਾਹਰ ਨਿਕਲ ਕੇ ਦਿਖਾਇਆ। ਤੇ ਇਹ ਜਿਹੜੀ ਸੇਧ ਆ ਇਹ ਆਪਣੇ ਗੁਰੂ ਕੋਲ ਲਈ ਆ ਸਾਰੇ ਸਿੰਘਾਂ ਨੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਛੱਡਿਆ, ਉਹਨਾਂ ਨੇ ਵੀ ਇਹ ਦਿਖਾਇਆ ਕਿ ਅਸੀਂ ਤੁਹਾਨੂੰ, ਤੁਸੀਂ 10 ਲੱਖ ਦੀ ਫੌਜ ਲਾਈ ਆ, ਫਿਰ ਵੀ ਗੁਰੂ ਸਾਹਿਬ ਉੱਥੋਂ ਨਿਕਲ ਗਏ। ਸੋ ਜੋ ਗੁਰੂ ਸਾਹਿਬ ਨੇ ਇਹ ਸੇਧ ਜਦੋਂ ਆਪਣੇ ਸਿੱਖਾਂ ਨੂੰ ਦਿੱਤੀ ਆ, ਤੇ ਅਸੀਂ ਜਿਹੜੇ ਜਿੰਨੇ ਵੀ ਨਾਨਕ ਨਾਮ ਲੈਵਾ ਗੁਰਸਿੱਖ ਹਾਂ, ਉਹ ਸਾਰੇ ਹੀ ਜਿਹੜੀ ਸੇਧ ਆ ਉਹ ਅਸੀਂ ਆਪਣੇ ਗੁਰੂਆਂ ਤੋਂ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲੈਂਦੇ ਹਾਂ, ਆਪਣੇ ਗੁਰੂਆਂ ਦੇ ਜੀਵਨ ਤੋਂ ਲੈਂਦੇ ਹਾਂ। ਬਿਲਕੁਲ। ਤੇ ਮੁਨਫਾ ਜੀ, ਤੁਸੀਂ ਕੋਈ ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਕਿ ਕੋਈ ਬਰੀਫ ਦੇ ਵਿੱਚ ਹੀ ਰੱਖੀਏ ਆਪਾਂ, ਕਿ ਤਕਰੀਬਨ ਆਪਾਂ ਸਾਰੀਆਂ ਗੱਲਾਂ ਕਰ ਲਈਆਂ ਨੇ? ਕਿਉਂਕਿ ਗੱਲਾਂ ਤਾਂ ਬਹੁਤ ਨੇ, ਕਿਉਂਕਿ ਮੋਰਚੇ ਦੀ ਆਪਾਂ ਕਰੀਏ, ਕਿਉਂਕਿ ਇਹ ਵੀ ਬਹੁਤ ਸੰਗਤਾਂ, ਹਰਵਿੰਦਰ ਭਾਈ ਤੁਸੀਂ ਦੱਸ ਹੀ ਦਿੱਤਾ ਆ ਕਿ ਇਹ ਸਿਰਫ ਇੱਕ ਮੋਰਚੇ ਦੀ ਗੱਲ ਆ। ਇਹ ਤੋਂ ਇਲਾਵਾ ਕਈ ਮੋਰਚੇ ਲੱਗੇ ਸੀਗੇ। ਜਦੋਂ ਤੁਸੀਂ ਉਹਨਾਂ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਵਰ ਕਰਦੇ ਹੋ, ਬੜੀ ਡਿਟੇਲ ਦੇ ਵਿੱਚ ਕਵਰ ਕਰਦੇ ਹੋ, ਤੁਹਾਨੂੰ ਬਹੁਤ ਸਾਰੀਆਂ ਸਟੋਰੀਆਂ ਲੱਭਣਗੀਆਂ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਜਿਹੜੀਆਂ ਸੀਗੀਆਂ ਉਹ ਅੰਦਰ ਸੀਗੀਆਂ, ਜਿਨ੍ਹਾਂ ਦੇ ਆਪਣੇ ਆਪਣੇ ਐਕਸਪੀਰੀਅੰਸ ਸੀਗੇ। ਅਸੀਂ ਅਗਰ ਉਹ ਸਾਰਾ ਕੁਝ ਕਵਰ ਕਰ ਚੱਲ ਜਾਈਏ ਫਿਰ ਤਾਂ ਮੈਨੂੰ ਲੱਗਦਾ ਸ਼ਾਇਦ ਬਹੁਤ ਘੰਟਿਆਂ ਦਾ ਪ੍ਰੋਗਰਾਮ ਹੋ ਜਾਏਗਾ। ਮਗਰ ਅਸੀਂ ਤੁਹਾਡੇ ਸਾਹਮਣੇ ਸਿਰਫ ਇੱਕ ਛੋਟੇ ਸੀਮਿਤ ਸਮੇਂ ਦੇ ਵਿੱਚ ਭਾਈ ਮੋਹਨ ਸਿੰਘ ਹੁਣਾਂ ਦੇ ਜਿਹੜੇ ਤਜਰਬੇ ਨੇ, ਜਿਹੜੇ ਇਹਨਾਂ ਨੇ ਅੱਖਾਂ ਡਿੱਠਾ ਹਾਲ ਆ, ਉਹ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਭਾਜੀ, ਕੋਈ ਅਖੀਰ ਦੇ ਵਿੱਚ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਐਡ ਕਰਨਾ ਚਾਹੁੰਦੇ ਹੋਵੋ, ਜਿਹੜਾ ਤੁਹਾਨੂੰ ਲੱਗਦਾ ਹੋਵੇ ਰੈਲੇਵੈਂਟ ਹੈ ਅੱਜ ਦੇ ਪ੍ਰੋਗਰਾਮ ਦੇ ਲਈ, ਤਾਂ ਤੁਸੀਂ ਜ਼ਰੂਰ। ਹਾਂਜੀ, ਅਖੀਰ 'ਚ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿੱਦਾਂ ਕੁਝ ਲੋਕਾਂ ਦੇ ਮਨ 'ਚ ਸਿਰਫ ਇਹ ਹੁੰਦਾ ਵੀ ਸ਼ਾਇਦ ਇਹ ਸਿਰਫ ਇੰਦਰਾ ਦੇ ਸਿਆਸੀ ਮਫਾਦ ਦੀ ਜਾਂ ਇੰਦਰਾ ਦੀ ਲੜਾਈ ਸੀਗੀ। ਜਿੱਦਾਂ ਪੁਰਾਤਨ ਸਮਿਆਂ 'ਚ ਹੁੰਦਾ ਸੀ ਨਾ, ਕੋਈ ਇੱਕ ਰਾਜਾ ਬੜਾ ਜ਼ੁਲਮੀ ਆ ਤੇ ਜਦੋਂ ਉਹਦਾ ਅੰਤ ਹੋ ਜਾਣਾ ਤੇ ਉਹ ਜ਼ੁਲਮ ਖਤਮ ਹੋ ਜਾਂਦਾ ਸੀਗਾ। ਜੇ ਐਸੀ ਗੱਲ ਹੁੰਦੀ ਤੇ ਇੰਦਰਾ ਦੇ ਕਤਲ ਤੋਂ ਬਾਅਦ ਇਹ ਸਾਰਾ ਕੁਛ ਰੁਕ ਜਾਣਾ ਚਾਹੀਦਾ ਸੀਗਾ, ਪਰ ਹੋਇਆ ਸਗੋਂ ਇਹਦੇ ਉਲਟ ਆ। ਇੰਦਰਾ ਬੇਸ਼ੱਕ ਇੱਕ ਕੜੀ ਇਸ ਚੀਜ਼ ਦੀ ਹੈਗੀ ਆ ਔਰ ਉਹਨੂੰ ਸਿੰਘਾਂ ਨੇ ਸਜ਼ਾ ਵੀ ਦਿੱਤੀ, ਪਰ ਉਹਦੀ ਮੌਤ ਦੇ ਨਾਲ ਇਹ ਕੁਛ ਰੁਕਿਆ ਨਹੀਂ ਗਾ। ਉਸ ਤੋਂ ਬਾਅਦ ਇਹ ਸਗੋਂ ਹੋਰ ਜ਼ਿਆਦਾ ਮਤਲਬ ਕਿ ਇਸ ਜੰਗ ਨੂੰ ਜਿੱਦਾਂ ਮਤਲਬ ਪ੍ਰਚੰਡ ਹੋਈ ਹੈ। ਔਰ ਉਹਦੀਆਂ ਜਿੱਦਾਂ ਤੁਸੀਂ ਆਖਿਆ ਕਿ ਬਹੁਤ ਕਈ ਅਹਿਮ ਘਟਨਾਵਾਂ ਨੇ, ਜਿਹੜਾ ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਸਵਾਸ ਬਖਸ਼ਣ, ਤੇ ਆਉਣ ਵਾਲੇ ਸਮੇਂ 'ਚ ਉਹ ਵੀ ਆਪਾਂ ਪੂਰੇ ਕਰਾਂਗੇ। ਪਰ ਜਿਹੜੇ ਲੋਕ ਬਾਰ-ਬਾਰ ਇਹ ਗੱਲ ਕਹਿ ਦਿੰਦੇ ਨੇ, ਕਈ ਸਿਆਸੀ ਲੋਕ ਨੇ ਜਿਹੜੇ ਕਹਿ ਦਿੰਦੇ ਜੀ ਇਹ ਸਾਰਾ ਕੁਝ ਹੁਣ ਭੁੱਲ ਜਾਣਾ ਚਾਹੀਦਾ, ਇਹ ਪੁਰਾਣੀਆਂ ਗੱਲਾਂ ਨੇ, ਪਰ ਨਹੀਂ, ਇਹ ਬਿਲਕੁਲ ਪੁਰਾਣੀਆਂ ਗੱਲਾਂ ਨੇਗੀਆਂ। ਜਿਹੜਾ ਵੀ ਕੋਈ ਗੁਰਸਿੱਖ ਆ ਸਿੰਘ 2 ਟਾਈਮ ਅਰਦਾਸ ਕਰਦਾ, ਅਸੀਂ ਆਪਣਾ 500 ਸਾਲਾ ਪੁਰਾਣਾ ਇਤਿਹਾਸ, ਜਿੰਨਾ ਵੀ ਸ਼ਹੀਦਾਂ ਦਾ ਇਤਿਹਾਸ ਆ, ਉਹ ਹਰ ਰੋਜ਼ 2 ਟਾਈਮ ਅਸੀਂ ਦੁਹਰਾਉਂਦੇ ਹਾਂ। ਸਾਰੇ ਸ਼ਹੀਦ, ਜੇ ਅਸੀਂ ਉਹਨਾਂ ਸ਼ਹੀਦਾਂ ਨੂੰ ਨਹੀਂ ਭੁੱਲੇ ਤੇ ਇਹ ਤਾਂ ਅਜੇ ਹੁਣ ਕੱਲ੍ਹ ਦੀਆਂ ਗੱਲਾਂ ਨੇ। ਇਹਨਾਂ ਨੂੰ ਤਾਂ ਮਤਲਬ ਕਿ ਰਹਿੰਦੀ ਦੁਨੀਆ ਤੱਕ ਅਸੀਂ, ਜਿਹੜੀ ਸਿੱਖ ਕੌਮ ਆ, ਆਪਣੇ ਸ਼ਹੀਦਾਂ ਨੂੰ ਕਦੀ ਨਹੀਂ ਭੁੱਲ ਸਕਦੀ। ਇਹਦੇ ਤੋਂ ਸਾਨੂੰ ਪ੍ਰੇਰਨਾ ਮਿਲਣੀ ਹੈ। ਬਿਲਕੁਲ ਭਾਜੀ, ਬਹੁਤ ਵਧੀਆ ਗੱਲ ਤੁਸੀਂ ਅਖੀਰ 'ਚ ਕਹੀ ਹੈ ਕਿ ਜੰਗ ਹਜੇ ਖਤਮ ਨਹੀਂ ਹੋਈ ਹੈ, ਜੰਗ ਲਗਾਤਾਰ ਜਾਰੀ ਹੈ। ਉਹਦੇ ਰੂਪ ਬਦਲੇ ਨੇ, ਉਹਦੇ ਰੰਗ ਬਦਲੇ ਨੇ। ਅੱਜ ਉਹ ਵੱਖਰੇ ਰੂਪ ਦੇ ਵਿੱਚ ਜੰਗ ਚੱਲ ਰਹੀ ਹੈ। ਅੱਜ ਵੀ ਜਿਹੜੇ ਸਿੰਘ ਨੇ ਉਹ ਸ਼ਹੀਦ ਹੋ ਰਹੇ ਨੇ, ਅੱਜ ਵੀ ਉਹਨਾਂ ਦੇ ਕੇਸ ਪੈ ਰਹੇ ਨੇ, ਤਾਂ ਇਹਦੇ ਕਈ ਰੂਪ ਬਾਅਦ ਵਿੱਚ ਵੀ ਰਹੇ ਨੇ। ਚਲੋ, ਜੋ ਇੱਕ ਉਹ ਡਿਫਰੈਂਟ ਮੈਂ ਕਹਾਂਗਾ ਕਿ ਇਤਿਹਾਸ ਹੈ ਜਿਹੜਾ 90 ਦੇ ਦਹਾਕੇ ਦਾ ਹੈਗਾ ਆ, ਮਗਰ ਅੱਜ ਵੀ ਵਾਕਈ ਹੀ ਚਾਲੂ ਹੈ। ਕਿਸੇ ਇੱਕ ਰਾਜੇ ਦੇ ਮੁੱਕਣ ਦੇ ਨਾਲ ਇਹ ਜੰਗ ਨਹੀਂ ਰੁਕਦੀ। ਤਾਂ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਹਰਵਿੰਦਰ ਭਾਜੀ, ਤੁਸੀਂ ਅਖੀਰ ਦੇ ਵਿੱਚ ਇਹਨੂੰ ਸਮ ਅਪ ਕਰ ਦਿਓ, ਕਿਉਂਕਿ ਮੇਰੇ ਕੋਲ ਤਾਂ ਟੂ ਬੀ ਓਨੈਸਟ ਸ਼ਬਦ ਨਹੀਂ ਹੈਗੇ ਕਿ ਬਈ ਮੈਂ ਇਹਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਸਮ ਅਪ ਕਰ ਸਕਦਾ ਹਾਂ। ਤਾਂ ਆਪਾਂ ਫਿਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਰੂਰ ਆਪਾਂ ਹੋਰ ਗੱਲ ਕਰਨੀ ਆ, ਤੇ ਫਿਊਚਰ ਦੇ ਵਿੱਚ ਆਪਾਂ ਇਹਨੂੰ ਕਿੱਦਾਂ ਕੰਟੀਨਿਊ ਰੱਖਾਂਗੇ। ਤੁਸੀਂ ਪਲੀਜ਼ ਇਹਨੂੰ ਜਰਾ ਵੀਰ ਜੀ, ਇਹ ਯਾਦਾਂ ਹੀ ਆ ਸਾਡੀਆਂ ਕਿ ਅਸੀਂ ਚਲੋ ਉਦੋਂ ਅਸੀਂ ਇਹ ਸਾਰੇ ਸਿੰਘ ਜਿਹੜੇ ਸ਼ਹੀਦ ਹੋਏ ਨੇ, ਇਹਨਾਂ ਦੀ ਗੋਦੀਆਂ ਦੇ ਆਨੰਦ ਮਾਣੇ ਨੇ। ਅਸੀਂ ਵੀ ਕਈ ਹਫ਼ਤੇ ਨਾਨਕ ਨਿਵਾਸ ਜਾ ਕੇ ਰਹਿਣਾ,
ਤੇ ਜਿੱਦਾਂ ਭਾਈ ਮੋਹਨ ਸਿੰਘ ਆ, ਹੋਰ ਬਾਕੀ ਸਿੰਘਾਂ ਦੇ ਨਿਆਣੇ ਵੀ ਹੁੰਦੇ ਸੀ। ਅਸੀਂ ਉੱਥੇ ਬਹੁਤ ਮਤਲਬ ਜਿੱਦਾਂ ਬੱਚੇ ਕਰਦੇ ਨੇ, ਸਾਡਾ ਮਕਸਦ ਤੇ ਖੇਡਣਾ ਹੁੰਦਾ ਸੀ, ਸਾਡਾ ਮਕਸਦ ਤੇ ਅਸੀਂ ਮਤਲਬ ਸਾਡੇ ਵਾਸਤੇ ਤੇ ਉਹ ਜੰਗ ਸੀ ਨਹੀਂ ਉਦੋਂ। ਅਸੀਂ ਤੇ ਸ਼ਾਇਦ ਮਤਲਬ ਚਲੋ ਗੁਰਸਿੱਖਾਂ ਘਰ ਪੈਦਾ ਜ਼ਰੂਰ ਹੋਏ ਸਾਂ, ਪਰ ਜਿੱਦਾਂ ਬਚਪਨਾ ਹੁੰਦਾ ਵਾ, ਅਸੀਂ ਮੈਨੂੰ ਕਈ ਯਾਦਾਂ ਵਾ ਕਿ ਅਸੀਂ ਈਵਨ ਸੰਤ ਜਦੋਂ ਰਹਿੰਦੇ ਹੁੰਦੇ ਸੀ, ਅਸੀਂ ਲੋਕਣ ਮਿੱਟੀਆਂ ਖੇਡੀਆਂ ਸੀ, ਉਹਨਾਂ ਦੇ ਕਮਰੇ 'ਚ ਵੀ ਵੜ ਜਾਣਾ, ਉਹਨਾਂ ਦੀਆਂ ਮੰਜੀਆਂ ਥੱਲੇ ਵੀ ਲੁਕਣਾ ਜਾ ਕੇ, ਤੇ ਸੰਤਾਂ ਨੇ ਡਾਂਟਣਾ ਵੀ ਸਾਨੂੰ ਕਿ ਕਿਉਂਕਿ ਕਈ ਵਾਰੀ ਸੰਗਤ ਆ ਕੇ ਬੈਠੀ ਹੁੰਦੀ ਸੀ, ਉਹ ਗੱਲ ਕਰ ਰਹੇ ਹੁੰਦੇ ਸੀ, ਨਿਆਣਿਆਂ ਨੂੰ ਪਤਾ ਨਹੀਂ ਹੁੰਦਾ ਸੀ, ਅਸੀਂ ਤੇ ਬੇਵਕੂਫੀਆਂ ਹੀ ਕਰਦੇ ਹੁੰਦੇ ਸਨ। ਜਾਂ ਜਿਹੜੇ ਜਥੇਦਾਰ ਸੁਖਦੇਵ ਸਿੰਘ ਸੀ, ਉਹਨਾਂ ਮੈਨੂੰ ਯਾਦ ਆ ਜੇ ਵੀ ਮੈਂ ਮੇਰੇ ਕੋਲ ਇਮੇਜ ਕਦੀ ਭੁੱਲਦੀ ਨਹੀਂ ਆ। ਇੱਕ ਉਹਨਾਂ ਨੇ ਚਿੱਟੀ ਜੀ ਬਥੂਈ ਪਾਈ ਹੋਣੀ ਗਰਮੀਆਂ, ਕਿਉਂਕਿ ਜ਼ਿਆਦਾਤਰ ਛੁੱਟੀਆਂ ਗਰਮੀਆਂ 'ਚ ਹੀ ਹੁੰਦੀਆਂ ਸੀ ਤੇ ਗਰਮੀਆਂ 'ਚ ਹੀ ਜਾਣਾ ਸੀ ਉੱਥੇ, ਤੇ ਉਹਨਾਂ ਨੇ ਚਿੱਟੀ ਜੀ ਬਥੂਈ ਪਾਈ ਹੋਣੀ ਤੇ ਕਛਹਿਰਾ ਪਾਇਆ ਹੋਣਾ। ਸ਼ਾਮ ਨੂੰ ਉਹਨਾਂ ਨੇ ਆਪਣੇ ਕਮਰੇ 'ਚ ਕੋਈ ਨਾ ਕੋਈ ਇੰਜੀਨੀਅਰਿੰਗ ਕਰਦੀ ਰਹਿਣੀ। ਮਤਲਬ ਇੱਕ ਜਿੱਦਾਂ ਸੀ ਨਾ, ਉਹ ਇੱਕ ਵਾਰੀ ਮੈਨੂੰ ਯਾਦ ਆ, ਇੱਕ ਛੋਟੀ ਜੀ ਗੋਲੀ ਸੀ, ਉਹਨੂੰ ਚਾਕੂ ਨਾਲ ਕੁਝ ਕਰਦੇ ਪਏ ਸੀ ਤੇ ਉਹ ਹੱਥ 'ਚ ਹੀ ਪਟਾਕਾ ਪੈ ਗਿਆ ਉਹਦਾ। ਸੋ ਇਹ ਕਈ ਯਾਦਾਂ ਨੇ ਜਿਹੜੀਆਂ ਅਸੀਂ ਭੁੱਲ ਨਹੀਂ ਸਕਦੇ ਉਹ ਸਿੰਘਾਂ ਦੀਆਂ। ਤੇ ਬੇਸਿਕਲੀ ਇਹ ਸਾਡੀ ਜ਼ਿੰਦਗੀ ਦਾ ਇੱਕ ਸਾਡੇ ਰੋਲ ਮਾਡਲ ਨੇ। ਉਹਨਾਂ ਦੀ ਜਿਹੜੀ ਸ਼ਹੀਦੀਆਂ ਨੇ, ਉਹਨਾਂ ਨੂੰ ਦੇਖ ਕੇ ਹੀ ਅਸੀਂ ਇੰਸਪੀਰੇਸ਼ਨ ਲੈਂਦੇ ਹਾਂ, ਉਹਨਾਂ ਨੂੰ ਦੇਖ ਕੇ ਹੀ ਸਾਨੂੰ ਆਪਣੀ ਜ਼ਿੰਦਗੀ ਜੀਣ ਦਾ ਜਿਹੜਾ ਮਕਸਦ ਆ ਉਹ ਸਾਨੂੰ ਸੈੱਟ ਕਰਨ ਦਾ ਮੌਕਾ ਮਿਲਦਾ ਕਿ ਸਾਡੇ ਗੋਲਸ ਕੀ ਨੇ ਜ਼ਿੰਦਗੀ 'ਚ। ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸਿਆ ਹੀ ਹੈ ਕਿ ਅਸੀਂ ਸਾਰੇ ਆਪਣਾ ਜੀਵਨ ਸਫਲ ਕਰਨ ਆਏ ਹਾਂ, ਤੇ ਇਹ ਜਿਹੜਾ ਮਨੁੱਖੀ ਜਨਮ ਸਾਨੂੰ ਬਖਸ਼ਿਆ, ਇਹ ਸਾਡਾ ਜੀਵਨ ਅਸੀਂ ਨਾਮ ਬਾਣੀ ਦੇ ਨਾਲ ਜੁੜ ਕੇ ਅਸੀਂ ਆਪਣਾ ਅੱਗੇ ਵਾਲਾ ਜਿਹੜਾ ਆਉਣ ਜਾਣ ਦਾ ਗੇੜਾ ਇਹਨੂੰ ਖਤਮ ਕਰਨਾ ਵਾ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਕੇ। ਪਰ ਜਿਹਦੇ ਨਾਲ ਆਪਣੇ ਹੱਕ ਲੈਣੇ, ਆਪਣੇ ਹੱਕਾਂ ਵਾਸਤੇ ਲੜਨਾ, ਇਹ ਵੀ ਗੁਰੂ ਸਾਹਿਬ ਨੇ ਸਾਨੂੰ ਦਰਸਾਇਆ ਵਾ ਕਿ ਅਸੀਂ ਗੁਰੂ ਦਾ ਸਿੱਖ ਨਾ ਤੇ ਕਿਸੇ ਤੇ ਜੁਰਮ ਕਰਦਾ ਵਾ ਤੇ ਨਾ ਹੀ ਜੁਰਮ ਸਹਿੰਦਾ ਵਾ। ਸੋ ਇਹ ਸਾਰੀ ਗੁਰੂ ਦੀ ਬਾਣੀ ਤੋਂ ਹੀ ਇਹ ਸਿੰਘਾਂ ਨੇ ਵੀ ਸੇਧ ਲਈ, ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਤੋਂ ਹੀ ਸੇਧ ਲੈਣੀ ਹੈ। ਪਰ ਜਦੋਂ ਇੰਡੀਵਿਜੂਅਲੀ ਜੋ ਗੁਰੂ ਸਾਹਿਬ ਨੇ ਸਾਨੂੰ ਕਰਕੇ ਦਿਖਾਇਆ, ਉਸ ਤੋਂ ਬਾਅਦ ਫਿਰ ਕਈ ਸਾਰੇ ਪਿਛੋਕੜ, ਜੇ ਅਸੀਂ 200 ਸਾਲ 250 ਸਾਲ ਆਪਣਾ ਇਤਿਹਾਸ ਦੇਖੀਏ, ਉਹ 'ਚ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਜਿਹਨਾਂ ਨਾਲ ਇੱਕ ਦੂਜੇ ਨੂੰ ਇੰਸਪਾਇਰੇਸ਼ਨ ਮਿਲਿਆ। ਹੁਣ ਸਾਡੇ ਵਾਸਤੇ ਆਹ ਸਿੰਘਾਂ ਨੂੰ ਅਸੀਂ ਦੇਖਿਆ ਵਾ, ਆਹ ਸਿੰਘਾਂ ਦੇ ਨਾਲ ਅਸੀਂ ਇਹਨਾਂ ਦੀ ਸੰਗਤ ਵੀ ਮਾਣੀ ਆ। ਸੋ ਇਹ ਸਿੰਘਾਂ ਦਾ ਜਿਹੜਾ ਇੰਸਪੀਰੇਸ਼ਨ ਹੈ, ਇਹ ਸਾਡਾ ਫਸਟ ਹੈਂਡ ਐਕਸਪੀਰੀਅੰਸ ਹੈ। ਅਸੀਂ ਭਾਈ ਮਨੀ ਸਿੰਘ ਨੂੰ ਨਹੀਂ ਦੇਖਿਆ, ਭਾਈ ਤਾਰੂ ਸਿੰਘ ਨੂੰ ਨਹੀਂ ਦੇਖਿਆ, ਪਰ ਅਸੀਂ ਸੁਣਦੇ ਹਾਂ ਕਿ ਸਾਨੂੰ ਕਿੰਨਾ ਪ੍ਰਾਊਡ ਹੁੰਦਾ ਕਿ ਅਸੀਂ ਕੇਸਾਂ ਧਾਰੀਆਂ, ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਟੋਰੀਆਂ ਦੱਸਦੇ ਹਾਂ ਕਿ ਭਾਈ ਤਾਰੂ ਸਿੰਘ ਨੇ ਆਪਣੀ ਖੋਪੜੀ ਲਵਾਤੀ ਸੀ ਪਰ ਆਪਣੀ ਕੇਸ ਦੀ ਬੇਅਦਬੀ ਨਹੀਂ ਸਹਾਰੀ ਸੀ। ਸੋ ਇਹੋ ਜਿਹੇ ਸਿੰਘਾਂ ਨੇ ਸਾਨੂੰ ਇਹ ਸਾਰਾ ਦੁਬਾਰਾ ਅੱਜ ਤੋਂ 37 ਸਾਲ ਪਹਿਲਾਂ ਇਹ ਸਾਰਾ ਹੱਥੀਂ ਆਪਣੇ ਪਿੰਡਿਆਂ ਤੇ ਹੰਢਾ ਕੇ ਦਿਖਾਇਆ ਵਾ। ਇਹ ਜੋ ਕੁਛ ਦਿਖਿਆ ਇਹ ਸਾਡੇ ਵਾਸਤੇ ਇੰਸਪੀਰੇਸ਼ਨ ਹੈ। ਹੁਣ ਜਿਹੜੇ ਅੱਜ ਦੇ ਵੀ ਜਿਹੜੇ ਸਿੰਘ ਹੈ, ਭਾਈ ਜਗਤਾਰ ਸਿੰਘ ਹਵਾਰਾ, ਹੋਰ ਜਿੰਨੇ ਵੀ ਸਿੰਘ ਜਿਹੜੇ ਬੰਦੀ ਸਿੰਘ ਨੇ, ਇਹਨਾਂ ਨੂੰ ਦੇਖ ਕੇ ਜਿਹੜੇ ਸਾਡੇ ਬੱਚੇ ਨੇ ਉਹ ਇੰਸਪਾਇਰੇਸ਼ਨ ਲੈਂਦੇ ਨੇ ਇਹਨਾਂ ਕੋਲ ਕਿ ਇਹਨਾਂ ਨੇ ਆਪਣੀ ਜ਼ਿੰਦਗੀਆਂ ਸਾਰੀਆਂ ਜੇਲ੍ਹਾਂ 'ਚ ਕੱਟਤੀਆਂ ਸਿਰਫ ਕੌਮ ਵਾਸਤੇ। ਸੋ ਇਹ ਇੰਸਪੀਰੇਸ਼ਨ ਸਾਨੂੰ ਜਿਹੜੇ ਵੀ ਸਾਡੇ ਯੋਧੇ ਨੇ ਉਹਨਾਂ ਸਾਰਿਆਂ ਤੋਂ ਮਿਲਦੀ ਹੈ। ਜਦੋਂ ਵੀ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ, ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ, ਉਹਨਾਂ ਤੋਂ ਸੇਧਾਂ ਲੈਂਦੇ ਹਾਂ। ਬਸ ਇਹ ਮਕਸਦ ਇਹੀ ਹੈ ਕਰਨ ਦਾ ਕਿ ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਰਹੇ ਤੇ ਜਿਹੜਾ ਸੱਚ ਆ ਉਹ ਸਾਹਮਣੇ ਆ ਸਕੇ। ਇਹ ਸਾਰੇ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਜਿਹੜਾ ਇਤਿਹਾਸ ਆ ਉਸ ਤੋਂ ਜਾਣੂ ਕਰਾ ਸਕੀਏ। ਬਿਲਕੁਲ ਭਾਜੀ, ਧੰਨਵਾਦ ਜੀ ਤੁਹਾਡਾ ਦੋਨਾਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਟਾਈਮ ਕੱਢ ਕੇ ਇੰਨੀ ਵੱਡਮੁੱਲੀ ਜਾਣਕਾਰੀ, ਵੱਡਮੁੱਲਾ ਇਤਿਹਾਸ ਜਿਹੜਾ ਸਾਰੇ ਦਰਸ਼ਕਾਂ ਨਾਲ, ਸਾਰੀ ਸੰਗਤ ਨਾਲ ਸਾਂਝਾ ਕਰਨ ਦਾ। ਸੰਗਤ ਜੀ, ਇੰਨੇ ਛੋਟੇ ਸਮੇਂ 'ਚ ਅਸੀਂ ਤੁਹਾਨੂੰ ਸਾਰਾ ਇਤਿਹਾਸ ਨਹੀਂ ਦੱਸ ਸਕਦੇ, ਮਗਰ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਾਂ ਕਿ ਤੁਸੀਂ ਇੱਥੋਂ ਪ੍ਰੇਰਨਾ ਲਵੋ ਤੇ ਹੋਰ ਜਾ ਕੇ ਆਪਣੀ ਰਿਸਰਚ ਆਪ ਕਰੋ, ਉਹਨਾਂ ਸਿੰਘਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰੋ, ਜਿਹੜੀਆਂ ਉਹਨਾਂ ਦੇ ਉੱਤੇ ਕਿਤਾਬਾਂ ਲਿਖੀਆਂ ਨੇ ਜਾਂ ਹੋਰ ਡਾਕੂਮੈਂਟਰੀਜ਼ ਬਣੀਆਂ ਨੇ, ਹੋਰ ਜਾਣਕਾਰੀ ਆਪ ਇਕੱਠੀ ਕਰੋ। ਅਸੀਂ ਇੱਕ ਤੁਹਾਡੇ ਵਿੱਚ ਇੱਕ ਕਹਿੰਦੇ ਵੀ ਚਾਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਬਰੀਫ ਦੇ ਵਿੱਚ ਤੁਹਾਡੇ ਨਾਲ ਇੱਕ ਉਸ ਸਾਕੇ ਦੇ ਬਾਰੇ ਜਿਹੜੀ ਇੱਕ ਪੱਖ ਜਿਹੜਾ ਹੈਗਾ ਆ, ਇੱਕ ਮੋਰਚੇ ਦਾ ਅਸੀਂ ਤੁਹਾਡੇ ਨਾਲ ਜਿਹੜਾ ਆ ਉਹ ਸਾਂਝਾ ਕੀਤਾ ਆ। ਸਮੂਹ ਮੋਰਚੇ ਦੀਆਂ ਬਹੁਤ ਸਾਰੀਆਂ ਸਾਖੀਆਂ ਨੇ, ਬਹੁਤ ਸਟੋਰੀਜ਼ ਨੇ। ਮਹਾਰਾਜ ਕਿਰਪਾ ਕਰੇ, ਆਉਣ ਵਾਲਾ ਸਮਾਂ ਬਖਸ਼ਿਆ ਤੇ ਜ਼ਰੂਰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਉਹ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਸਾਖੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਇਹ ਹੈ ਜੀ ਕਿ ਇਸ 84 ਨੂੰ ਨਾ ਭੁੱਲੀਏ, ਆਪਣੇ ਬੱਚਿਆਂ ਨੂੰ ਵੀ ਅੱਗੇ ਇਹ ਤੋਂ ਵੱਧ ਜਾਣੂ ਕਰਵਾਈਏ। ਇਹ ਇਤਿਹਾਸ ਜਿੱਥੇ ਅਸੀਂ ਭਾਈ ਮਨੀ ਸਿੰਘ ਹੋਣਾ ਦੀਆਂ ਸ਼ਹਾਦਤਾਂ ਦੱਸਦੇ ਨੇ, ਉੱਥੇ ਅੱਜ ਭਾਈ ਅਨੋਖ ਸਿੰਘ ਹੋਣਾ ਦੀਆਂ, ਸ਼ਹੀਦ ਭਾਈ ਮਹਿੰਗਾ ਸਿੰਘ ਹੋਣਾ ਦੀਆਂ, ਸ਼ਹੀਦ ਭਾਈ ਜਰਨੈਲ ਸਿੰਘ ਹੋਣਾ ਦੀਆਂ, ਸ਼ਹੀਦ ਭਾਈ ਫੌਜਾ ਸਿੰਘ ਹੋਣਾ ਦੀਆਂ ਸਾਖੀਆਂ, ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਹੋਣਾ ਦੀਆਂ ਜਿਹੜੀਆਂ ਸਾਖੀਆਂ ਨੇ, ਇਹ ਵੀ ਬਰਾਬਰ ਹੀ ਨਾਲੋਂ ਨਾਲ ਹੀ ਦੱਸਣੀਆਂ ਬਣਦੀਆਂ ਨੇ
ਜ਼ਰੂਰ ਇਹਨਾਂ ਨੂੰ ਵੀ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਈਏ। ਇੰਨਾ ਕਿ ਕਹਿੰਦੇ ਹੋਏ ਜੀ क्षमा ਮੰਗਦੇ ਹਾਂ। ਇੱਕ ਵਾਰ ਫੇਰ ਦੋਨੋਂ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ।